ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਅੱਜ ਦਾ ਸੈਸ਼ਨ ਜੋ ਕਿ ਕੁਐਸਚਨ ਆਨਸਰ ਰਾਉਂਡ ਹੈ, ਕੁਐਸਚਨ ਆਨਸਰ ਸੈਸ਼ਨ ਹੈ, ਇਹਦਾ ਅਸੀਂ ਤੀਸਰਾ ਸੈਸ਼ਨ ਕਰਨ ਜਾ ਰਹੇ ਹਾਂ। ਭਾਈ ਸਾਹਿਬ ਭਾਈ ਜਸਪ੍ਰੀਤ ਸਿੰਘ ਜੀ ਦੇ ਨਾਲ। ਆਪ ਜੀ ਭਾਲੀ ਭਾਂਤ ਜਾਣਦੇ ਹੋ, ਦੇਹਰਾਦੂਨ ਦੀ ਸੰਗਤ ਤੇ ਬਹੁਤ ਅੱਛੀ ਤਰ੍ਹਾਂ ਵੀਰ ਜੀ ਨੂੰ ਜਾਣਦੀ ਹੈ। ਆਪ ਜੀ ਹੈਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਨੇ ਗੁਰਦੁਆਰਾ ਗੋਬਿੰਦ ਨਗਰ ਰੇਸ ਕੋਰਸ ਦੇਹਰਾਦੂਨ ਵਿਖੇ। ਜਿਹੜੀ ਸੰਗਤ ਬਾਹਰੋਂ ਜੁੜਦੀ ਹੈ ਉਹਨਾਂ ਨੂੰ ਮੈਂ ਇੰਟਰੋਡਕਸ਼ਨ ਦੇਣਾ ਚਾਹਨਾ। ਵੀਰ ਜੀ ਬਹੁਤ ਸੂਝਵਾਨ, ਸਹਿਜ ਵਿੱਚ, ਅਪ ਟੂ ਦੀ ਪੁਆਇੰਟ ਗੁਰਮਤ ਦੀ ਵਿਚਾਰ ਗੁਰਮਤ ਦੇ ਦਾਇਰੇ 'ਚ ਰਹਿ ਕੇ ਕਰਦੇ ਨੇ। ਬਹੁਤ ਹੀ ਪਿਆਰੇ ਤਰੀਕੇ ਦੇ ਨਾਲ ਪਿਛਲੇ ਜਿਤਨੇ ਕੁਐਸਚਨ ਆਨਸਰ ਰਾਉਂਡ ਹੋਏ ਨੇ, ਬਹੁਤ ਅੱਛਾ ਪੋਜ਼ਿਟਿਵ ਰਿਸਪੌਂਸ ਉਹਨਾਂ ਦਾ ਆਂਦਾ ਰਿਹਾ। ਸੰਗਤ ਨੇ ਬਹੁਤ ਹੀ ਪਸੰਦ ਕੀਤਾ ਹੈ ਵੀਰ ਜੀ ਨੇ ਜਿਸ ਸਹਿਜ ਤਰੀਕੇ ਦੇ ਨਾਲ ਸਾਰੇ ਕੁਐਸਚਨ ਨਿਭਾਏ ਨੇ। ਐਸ ਕਥਾ ਕਾ ਦੇਹ ਵਿਚਾਰ ਭਵਜਲ ਸ਼ਬਦ ਲਗਾਵਣ ਹਾਰ। ਮਹਾਰਾਜ ਦਇਆ ਕਰੇ ਇਹਨਾਂ ਕਥਾਵਾਂ ਦੇ ਰਾਹੀਂ, ਇਹਨਾਂ ਦੇ ਸੈਸ਼ਨਾਂ ਦੇ ਰਾਹੀਂ ਸਾਨੂੰ ਵੀ ਸ਼ਬਦ ਤੇ ਗੁਰੂ ਸਿਧਾਂਤ ਦੀ ਸੂਝ-ਬੂਝ ਮਿਲੇ, ਜਿਸ ਕਰਕੇ ਅਸੀਂ ਇਸ ਸੰਸਾਰ ਸਾਗਰ ਤੋਂ ਪਾਰ ਲੱਗ ਸਕੀਏ। ਮੈਂ ਬਹੁਤਾ ਸਮਾਂ ਖਰਾਬ ਨਾ ਕਰਦਾ ਹੋਇਆ ਵੀਰ ਜੀ ਨੂੰ ਲਾਈਵ ਕਰ ਰਿਹਾ। ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਆਪ ਜੀ ਆਪਣੇ ਵੀਰਾਂ ਭੈਣਾਂ ਨੂੰ ਕਹੋ ਛੇਤੀ ਛੇਤੀ ਜੁੜ ਜਾਣ ਤਾਂ ਕਿ ਇਸ ਸੈਸ਼ਨ ਦਾ ਪੂਰਾ ਲਾਹਾ ਸਾਰੇ ਲੈ ਸਕਣ। ਮੈਂ ਵੀਰ ਜੀ ਨੂੰ ਪਹਿਲੇ ਲਾਈਵ ਕਰ ਦੇਣਾ ਜੀ। ਵੀਰ ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਜਿਵੇਂ ਕਿ ਇਹ ਸੈਸ਼ਨ ਰੈਗੂਲਰ ਹੋ ਰਿਹਾ ਹੈ, ਮਹਾਰਾਜ ਦੀ ਬਹੁਤ ਦਇਆ ਹੈ, ਬਹੁਤ ਉਤਸ਼ਾਹ ਸੰਗਤ ਦੇ ਅੰਦਰ ਹੈ, ਬਹੁਤ ਸਾਰੇ ਪੋਜ਼ਿਟਿਵ ਮੈਸੇजेस ਫੋਨਸ ਮੈਨੂੰ ਆ ਰਹੇ ਨੇ ਜੀ। ਉਸ ਤੋਂ ਇਲਾਵਾ ਵੀਰ ਜੀ ਮੈਂ ਕੱਲ ਦਾ ਸਾਡਾ ਸੈਸ਼ਨ ਸੀ ਪਰਸੋਂ ਦਾ, ਸੌਰੀ, ਤੇ ਉਹਦੇ ਵਿੱਚ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਸਾਨੂੰ ਆਪਣੇ ਕੁਐਸਚਨਸ ਵੀ ਭੇਜੋ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ, ਤਾਂ ਕਿ ਅਸੀਂ ਉਹ ਕੁਐਸਚਨਸ ਵੀ ਅੱਗੇ ਵੀਰ ਜੀ ਤੋਂ ਪੁੱਛ ਸਕੀਏ। ਤੇ ਮਹਾਰਾਜ ਦੀ ਦਇਆ ਹੋਈ ਹੈ, ਕੁਝ ਕੁਐਸਚਨ ਸਾਡੇ ਕੋਲ ਆਏ ਨੇ ਜੋ ਅੱਜ ਅਸੀਂ ਆਪ ਜੀ ਤੋਂ ਪੁੱਛਾਂਗੇ, ਕਿਉਂਕਿ ਸੰਗਤ ਕਹਿੰਦੀ ਹੈ ਕਿ ਬੜਾ ਅੱਛਾ ਤਰੀਕਾ ਹੈ, ਕਥਾ ਅਸੀਂ ਸੁਣਦੇ ਹਾਂ ਲੇਕਿਨ ਅਪ ਟੂ ਦੀ ਪੁਆਇੰਟ ਜਿਹੜੀ ਗੱਲ ਸਾਨੂੰ ਮਿਲਦੀ ਹੈ ਬਹੁਤ ਸ਼ਾਰਟ ਵਿੱਚ ਔਰ ਬਹੁਤ ਅੱਛੇ ਤਰੀਕੇ ਦੇ ਨਾਲ ਮਿਲ ਜਾਂਦੀ ਹੈ, ਸਾਡੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਨੇ। ਤੇ ਬਹੁਤ ਇੰਪੋਰਟੈਂਟ ਔਰ ਅੱਛਾ ਸੈਸ਼ਨ ਇਹ ਹੋ ਰਿਹਾ ਹੈ ਤੇ ਮਹਾਰਾਜ ਦਇਆ ਕਰੇ ਰੈਗੂਲਰ ਇਸ ਤਰ੍ਹਾਂ ਹੀ ਚੱਲਦਾ ਰਹੇ। ਵੀਡੀਓ ਮੈਂ ਪਹਿਲਾ ਸਵਾਲ ਜ਼ਿਆਦਾ ਟਾਈਮ ਵੇਸਟ ਕਰਦਾ ਨਾ ਹੋਇਆ ਲੈਣਾ। ਸੰਗਤ ਵਿੱਚੋਂ ਵੀ ਸਵਾਲ ਆਇਆ ਸੀ ਕਿ ਵਾਟ ਡੂ ਵੀ ਮੀਨ when we say ਨਾਮ ਜਪਨਾ and how is that we have to do it। ਨਾਮ ਜਪਣ ਦਾ ਕੀ ਮਤਲਬ ਹੈ ਤੇ ਅਸੀਂ ਕਿਵੇਂ ਨਾਮ ਜਪ ਸਕਦੇ ਹਾਂ, ਇਹ ਸੰਗਤ ਦਾ ਸਵਾਲ ਸੀ ਜੀ। ਪਹਿਲਾ ਸਵਾਲ ਅੱਜ ਦਾ ਆਪ ਜੀ ਦੇ ਕੋਲ ਜੀ। ਸਮੂਹ ਸੰਗਤ ਨੂੰ ਸਭ ਤੋਂ ਪਹਿਲਾਂ ਫੇਰ ਇੱਕ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਗੁਰੂ ਗ੍ਰੰਥ ਸਾਹਿਬ ਜੀ ਨੇ ਸਾਰੀ ਗੱਲ ਹੀ ਨਾਮ ਦੀ ਕੀਤੀ ਹੈ। ਭੱਟ ਸਾਹਿਬਾਨ ਨੇ ਆਪਣੇ ਸਵਈਆਂ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਮਹਿਮਾ ਦਾ ਵਰਣਨ ਇੰਜ ਕੀਤਾ ਹੈ, ਨਾਮ ਸ਼ਿਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ। ਪਰਮਾਤਮਾ ਦਾ ਨਾਮ ਸਭ ਤੋਂ ਸ਼ਿਰੋਮਣ ਹੈ, ਇਸ ਸੰਸਾਰ ਦੇ ਵਿੱਚ ਸਭ ਤੋਂ ਉੱਚਾ ਹੈ। ਨਾਮ ਜਪਣਾ ਕੀ ਹੈ, ਨਾਮ ਕੀ ਹੈ, ਕਿਵੇਂ ਜਪਣਾ ਹੈ, ਇਹਨਾਂ ਸਾਰੇ ਸਵਾਲਾਂ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਬੜੀਆਂ ਉਦਾਹਰਣਾਂ ਦੇ ਕੇ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਹੈ। ਸਭ ਤੋਂ ਪਹਿਲਾ ਪ੍ਰਸ਼ਨ ਵੀ ਨਾਮ ਹੈ ਕੀ। ਅਗਰ ਅਸੀਂ ਵਿਦਵਾਨਾਂ ਦੇ ਕੋਸ਼ ਪੜਾਂਗੇ ਤੇ ਵਿਦਵਾਨਾਂ ਨੇ ਆਪਣੇ ਕੋਸ਼ਾਂ ਦੇ ਵਿੱਚ ਜਦੋਂ ਨਾਮ ਦੀ ਪਰਿਭਾਸ਼ਾ ਕੀਤੀ ਹੈ, ਉਹਨਾਂ ਨੇ ਇਹਦਾ ਅਰਥ ਲਿਖਿਆ ਹੈ, ਉਹ ਜਿਸ ਤੋਂ ਕਿਸੇ ਵਸਤੂ ਦਾ ਬੋਧ ਹੋਵੇ।
ਜਿਸ ਤੋਂ ਕਿਸੇ ਚੀਜ਼ ਦੇ ਬਾਰੇ ਪਤਾ ਲੱਗੇ ਉਹਨੂੰ ਨਾਮ ਕਿਹਾ ਗਿਆ। ਲੇਕਿਨ ਜਦੋਂ ਅਧਿਆਤਮਕ ਵਿਦਵਾਨਾਂ ਦਾ ਅਸੀਂ ਵਿਚਾਰ ਪੜਾਂਗੇ, ਉਹਨਾਂ ਦਾ ਪੱਖ ਸੁਣਾਂਗੇ ਜਿਹੜੇ ਅਧਿਆਤਮ ਨਾਲ ਜੁੜੇ ਹੋਏ ਹਨ ਔਰ ਜਿਹੜੇ ਪਰਮਾਤਮਾ ਦੇ ਨਾਲ ਜੁੜੇ ਹੋਏ ਹਨ, ਜਿਹੜੇ ਆਤਮਾ ਔਰ ਪਰਮਾਤਮਾ ਦੀ ਗੱਲ ਕਰਦੇ ਹਨ, ਉਹਨਾਂ ਵਿਦਵਾਨਾਂ ਨੇ ਜਿਸ ਸਮੇਂ ਨਾਮ ਦੀ ਗੱਲ ਕੀਤੀ ਤੇ ਉਹਨਾਂ ਨੇ ਨਾਮ ਦਾ ਅਰਥ ਕੀਤਾ ਕਿ ਅੰਦਰ ਦਾ ਉਹ ਭਾਵ, ਉਹ ਇੱਕ ਜਜ਼ਬਾ, ਕੋਈ ਐਸੀ ਆਖਦੇ ਇਹ ਗੱਲ ਜਿਹਦੇ ਨਾਲ ਸਾਨੂੰ ਪਰਮਾਤਮਾ ਦੇ ਬਾਰੇ ਪਤਾ ਲੱਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਿਆ ਸਾਨੂੰ ਇੱਕ ਗੱਲ ਸਪਸ਼ਟ ਹੋ ਜਾਵੇਗੀ ਕਿ ਨਾਮ ਪਰਮਾਤਮਾ ਦੇ ਗੁਣਾਂ ਨੂੰ ਕਿਹਾ ਗਿਆ ਹੈ। ਪਰਮਾਤਮਾ ਦੇ ਜੋ ਗੁਣ ਹਨ, ਉਹਦੀਆਂ ਜੋ ਵਡਿਆਈਆਂ ਹਨ, ਜਿਨ੍ਹਾਂ ਵਡਿਆਈਆਂ ਕਰਕੇ, ਜਿਨ੍ਹਾਂ ਗੁਣਾਂ ਕਰਕੇ ਅਸੀਂ ਪਰਮਾਤਮਾ ਨੂੰ ਜਾਣ ਸਕਦੇ ਹਾਂ, ਉਹਨਾਂ ਗੁਣਾਂ ਨੂੰ, ਉਹਨਾਂ ਵਡਿਆਈਆਂ ਨੂੰ ਨਾਮ ਕਿਹਾ ਗਿਆ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਗੋਪਾਲ ਸ਼ਬਦ ਆਇਆ, ਅੱਲਾਹ ਸ਼ਬਦ ਆਇਆ, ਕਰੀਮ ਸ਼ਬਦ ਆਇਆ, ਗੋਬਿੰਦ ਸ਼ਬਦ ਆਇਆ। ਐਸੇ ਬਹੁਤ ਸਾਰੇ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਏ ਹਨ ਜਿਨ੍ਹਾਂ ਨੂੰ ਅਸੀਂ ਆਖਦੇ ਹਾਂ ਇਹ ਰੱਬ ਦੇ ਨਾਮ ਹਨ। ਬਲਕਿ ਗੁਰੂ ਸਾਹਿਬ ਜੀ ਨੇ ਤੇ ਬਾਣੀ ਦੇ ਵਿੱਚ ਗੱਲ ਹੀ ਮੁਕਾ ਦਿੱਤੀ। ਸਤਿਗੁਰੂ ਜੀ ਨੇ ਇਹ ਫੁਰਮਾਨ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਕੀਰਤਮ ਨਾਮ ਕਥੇ ਤੇਰੇ ਜਿਹਬਾ। ਇਹ ਜਿਤਨੇ ਵੀ ਜ਼ਬਾਨ ਦੇ ਨਾਲ ਪਰਮਾਤਮਾ ਅਸੀਂ ਨਾਮ ਤੇਰੇ ਆਖ ਰਹੇ ਹਾਂ, ਇਹ ਸਾਰੇ ਨਾਮ ਤੇਰੇ ਕੀਰਤਮ ਨਾਮ ਹਨ। ਕੀਰਤਮ ਦਾ ਭਾਵ ਹੈ ਉਹ ਜਿਹੜੇ ਤੇਰੇ ਕਰਮ ਨੂੰ, ਤੇਰੀ ਕਿਰਤ ਨੂੰ, ਜਾਂ ਤੇਰੀ ਜਿਹੜੀ ਸੋਝੀ ਸਾਨੂੰ ਪਈ ਹੈ ਤੇਰੇ ਕਰਮਾਂ ਕਰਕੇ, ਉਹਨਾਂ ਤੋਂ ਸਾਨੂੰ ਸਮਝ ਆਈ ਹੈ। ਜਿਵੇਂ ਗੋਪਾਲ ਸ਼ਬਦ ਬੜਾ ਪ੍ਰਚਲਿਤ ਨਾਮ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਕਿਤਨੀ ਵਾਰ ਆਇਆ ਹੈ, हे ਗੋਬਿੰਦ, हे ਗੋਪਾਲ, हे ਦਇਆਲ ਲਾਲ, ਜਾਂ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਜਾਂ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਬੰਦਨਾ ਹਰ ਬੰਦਨਾ ਗੁਣ ਗਾਵੋ, ਗੋਪਾਲ ਰਾਏ ਇਹ ਸ਼ਬਦ ਵੀ ਆਇਆ। ਤੇ ਇਹਨਾਂ ਸਾਰੇ ਨਾਮਾਂ ਦੇ ਵਿੱਚੋਂ ਇੱਕ ਗੋਪਾਲ ਸ਼ਬਦ ਲੈ ਲਈਏ, ਇਹ ਹੁਣ ਦੋ ਸ਼ਬਦਾਂ ਦੇ ਨਾਲ ਬਣਿਆ ਹੈ, ਗੋ ਅਤੇ ਪਾਲ। ਗੋ ਦਾ ਅਰਥ ਹੈ ਧਰਤੀ, ਪਾਲ ਦਾ ਅਰਥ ਹੈ ਪਾਲਣ ਵਾਲਾ। ਉਹ ਜੋ ਧਰਤੀ ਦਾ ਪਾਲਣਹਾਰ ਹੈ, ਜਿਹੜਾ ਧਰਤੀ ਦੇ तमाम ਜੀਵਾਂ ਨੂੰ, ਸਾਰੇ ਜੀਵਾਂ ਨੂੰ ਪਾਲ ਰਿਹਾ ਹੈ, ਉਹਨੂੰ ਗੋਪਾਲ ਕਿਹਾ ਗਿਆ। ਇਸੇ ਪ੍ਰਕਾਰ ਇੱਕ ਇਸਲਾਮ ਧਰਮ ਚੋਂ ਨਾਮ ਲੈ ਲਈਏ, ਕਰੀਮ ਸ਼ਬਦ ਆਇਆ ਹੈ, ਰਹੀਮ ਸ਼ਬਦ ਆਇਆ ਹੈ। ਰਹੀਮ ਜਿਹੜਾ ਰਹਿਮਤ ਦੇ ਨਾਲ ਭਰਿਆ ਹੈ, ਰਹਿਮਤ ਦਾ ਮੁਜੱਸਮਾ, ਰਹਿਮਤ ਦਾ ਸਾਗਰ। ਕਰੀਮ ਜਿਹੜਾ ਬਖਸ਼ਿਸ਼ਾਂ ਕਰਨ ਵਾਲਾ ਹੈ, ਅਰਬੀ ਬੋਲੀ ਦਾ ਇਹ ਨਾਮ ਹੈ। ਤੇ ਨਾਮ ਉਹਨੂੰ ਆਖਾਂਗੇ ਜਿਹਦੇ ਨਾਲ ਸਾਨੂੰ ਪਰਮਾਤਮਾ ਦਾ ਬੋਧ ਹੋ ਜਾਵੇ, ਜਿਹਦੇ ਨਾਲ ਪਰਮਾਤਮਾ ਦਾ ਸਾਨੂੰ ਥੋੜਾ ਜਿਹਾ ਸਮਝ ਸੋਝੀ ਪੈਣ ਲੱਗ ਪਵੇ। ਹੁਣ ਭਾਵ ਸੀ ਬਈ ਨਾਮ ਜਪਣਾ ਕਿਵੇਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੱਲ ਜਪ ਤੋਂ ਸ਼ੁਰੂ ਕੀਤੀ। ਅਗਰ ਅਸੀਂ ਧਿਆਨ ਨਾਲ ਵੇਖਾਂਗੇ, ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਹੀ ਅਸੀਂ ਜਪਜੀ ਸਾਹਿਬ ਆਖਦੇ ਹਾਂ, ਵੈਸੇ ਬਾਣੀ ਦਾ ਨਾਮ ਜਪ ਹੈ ਜੀ, ਅਸੀਂ ਸਤਿਕਾਰ ਦੇ ਨਾਲ ਲਾਉਂਦੇ ਹਾਂ। ਪਹਿਲੀ ਬਾਣੀ ਹੈ ਜਪ, ਤੇ ਪਹਿਲੀ ਬਾਣੀ ਦੇ ਵਿੱਚ ਹੀ ਸਤਿਗੁਰੂ ਜੀ ਨੇ ਸਾਨੂੰ ਜਪਣਾ ਸਿਖਾਇਆ ਹੈ। ਲੇਕਿਨ ਜਪ ਬਾਣੀ ਨੂੰ ਜਦੋਂ ਅਸੀਂ ਵਿਚਾਰਾਂਗੇ, ਪੜਾਂਗੇ, ਤੇ ਜਪ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਉਸ ਪਰਮਾਤਮਾ ਦੀਆਂ ਵਡਿਆਈਆਂ ਦੀ ਵੀ ਗੱਲ ਕੀਤੀ। ਜਿਵੇਂ ਸਾਚਾ ਸਾਹਿਬ, ਸਾਚ ਨਾਏ, ਵਡਿਆਈ ਵਿਚਾਰ। ਸਤਿਗੁਰੂ ਦੇ ਬੋਲ ਹਨ, ਪਰਮਾਤਮਾ ਸਾਚਾ ਹੈ, ਸਦਾ ਥਿਰ ਰਹਿਣ ਵਾਲਾ। ਉਹਦਾ ਨਾਮਣਾ ਵੀ, ਉਹਦਾ ਇਨਸਾਫ ਵੀ ਬਿਲਕੁਲ ਕਾਇਮ ਹੈ, ਕਦੀ ਵੀ ਉਹ ਬੇਇਨਸਾਫੀ ਨਹੀਂ ਕਰਦਾ। ਤੇ ਉਸ ਪਰਮਾਤਮਾ ਦੇ ਨਾਲ ਅਗਰ ਜੁੜਨਾ ਹੈ, ਉਹਦਾ ਨਾਮ ਜਪਣਾ ਹੈ, ਤੇ ਇਹਦੀ ਸ਼ੁਰੂਆਤ ਕਿੱਥੋਂ ਕਰੀਏ? ਪਾਤਸ਼ਾਹ ਆਖਦੇ ਸਵਾਲ ਹੀ ਕੀਤੇ ਗਏ ਹਨ ਤੇ ਉਹਨਾਂ ਸਵਾਲਾਂ ਦੇ ਆਪ ਉੱਤਰ ਦਿੱਤੇ ਗਏ। ਸਾਚਾ ਸਾਹਿਬ ਸਾਚ ਨਾਏ, ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ, ਨਦਰੀ ਮੋਖ ਦਵਾਰ। ਸਤਿਗੁਰੂ ਜੀ ਨੇ ਬਚਨ ਆਕੇ ਕਹਿਣ ਲੱਗੇ, ਪਰਮਾਤਮਾ ਹੈ ਨਾ ਜਿਹੜਾ, ਉਹਦੇ ਵਡਿਆਈਆਂ ਦੀ ਵਿਚਾਰ ਕਰੋ। ਉਹ ਜਿਹੜਾ ਭਾਖਿਆ ਪਾਓ ਅਪਾਰ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਪਾਓ ਅਪਾਰ, ਉਸ ਬੇਅੰਤ ਪਰਮਾਤਮਾ ਦੀ ਜਿਹਦੀ ਬੋਲੀ ਪਿਆਰ ਹੈ। ਪਾਤਸ਼ਾਹ ਕਹਿੰਦੇ, ਮੂੰਹੋਂ ਕੇ ਬੋਲਣ ਬੋਲੀਏ ਜਿਸ ਸੁਣ ਧਰੇ ਪਿਆਰ। ਐਸੇ ਕਿਹੜੇ ਬੋਲ ਬੋਲੀਏ, ਕਿਸ ਢੰਗ ਦੇ ਨਾਲ ਅਸੀਂ ਪਰਮਾਤਮਾ ਨਾਲ ਗੱਲ ਕਰੀਏ ਜਿਹਨੂੰ ਸੁਣ ਕੇ ਪਰਮਾਤਮਾ ਆਪ ਸਾਨੂੰ ਪਿਆਰ ਕਰਨ ਲੱਗ ਪਵੇ। ਸਤਿਗੁਰੂ ਆਖਦੇ, ਕਹਿੰਦੇ ਇੱਕ ਕੰਮ ਜੀਵਨ ਵਿੱਚ ਜੇ ਕੋਈ ਕਰ ਲਵੇ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ, ਨਦਰੀ
मोख द्वार नानक एवें जानिए सब आपे सचियार। ਉਹ ਅਵਸਥਾ ਜਿਸ ਵੇਲੇ ਮਨ ਟਿਕਿਆ ਹੋਇਆ ਹੋਵੇ, ਪੂਰਨ ਟਿਕਾਵ ਦੀ ਅਵਸਥਾ ਮਨ ਦੀ, ਉਸ ਵੇਲੇ ਉਸ ਸਦਾ ਥਿਰ ਪਰਮਾਤਮਾ ਦੇ ਨਾਮ ਨੂੰ ਜੇ ਜਪਿਆ ਜਾਏ, ਉਹਦੀਆਂ ਵਡਿਆਈਆਂ ਦੀ, ਉਹਦੇ ਗੁਣਾਂ ਦੀ ਵਿਚਾਰ ਕੀਤੀ ਜਾਏ, ਤੇ ਫਿਰ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਦਾ ਪ੍ਰੇਮ ਰੂਪੀ ਕੱਪੜਾ ਜੀਵ ਨੂੰ ਹਾਸਲ ਹੁੰਦਾ ਹੈ। ਉਹ ਕੱਪੜਾ ਜਿਹਦੇ ਨਾਲ ਲੋਕ ਤੇ ਪਰਲੋਕ ਦੇ ਵਿੱਚ ਜੀਵ ਦੀ ਇੱਜ਼ਤ ਬਣੀ ਰਹਿੰਦੀ ਹੈ, ਇਹਦੀ ਬੇਪੱਤੀ ਨਹੀਂ ਹੁੰਦੀ। ਤੇ ਜਿਤਨਾ ਸਮਾਂ ਇਹ ਜੀਵ ਇਸ ਸਰੀਰ ਵਿੱਚ ਜੀਵੇਗਾ ਵੀ, ਉਤਨੇ ਸਮੇਂ ਲਈ ਇਹਨੂੰ ਹਰ ਜਗ੍ਹਾ ਸਾਰੀ ਸ੍ਰਿਸ਼ਟੀ ਦੇ ਵਿੱਚ ਪਰਮਾਤਮਾ ਦਿਸੇਗਾ। ਤੋ ਨਾਮ ਪਰਮਾਤਮਾ ਦੇ ਗੁਣਾਂ ਦਾ ਵਰਣਨ ਜਪਣ ਤੋਂ ਗੱਲ ਸ਼ੁਰੂ ਕਰਨੀ ਹੈ। ਜਪਣਾ ਕਿਵੇਂ ਹੈ? ਸਭ ਤੋਂ ਪਹਿਲੇ ਜ਼ਬਾਨ ਦੇ ਨਾਲ। ਆਪ ਜੀ ਪਰਮਾਤਮਾ ਦੇ ਗੁਣਾਂ ਨੂੰ ਜ਼ਬਾਨ ਨਾਲ ਗਾਓ। ਗਾਣ ਦਾ ਬੜਾ ਸੌਖਾ ਤਰੀਕਾ ਹੈ। ਸਾਡੇ ਪੰਥ ਨੇ ਵੈਸੇ ਸਾਨੂੰ ਗੁਰਮੰਤਰ ਦਿੱਤਾ ਹੈ, ਵਾਹਿਗੁਰੂ ਵਾਹਿਗੁਰੂ। ਜਦੋਂ ਅਸੀਂ ਜ਼ਬਾਨ ਨਾਲ ਜਪਾਂਗੇ ਤੇ ਇਸ ਜਪ ਦੇ ਵਿੱਚ ਜਿਉਂ-ਜਿਉਂ ਸਾਡੀ ਸੁਰਤ ਟਿਕਣੀ ਸ਼ੁਰੂ ਹੋਵੇਗੀ, ਜਿਉਂ-ਜਿਉਂ ਸਾਡੀ ਸੁਰਤ ਦਾ ਟਿਕਾਵ ਇਸ ਜਪ ਦੇ ਵਿੱਚ ਬਣੇਗਾ, ਤਿਉਂ-ਤਿਉਂ ਪਾਤਸ਼ਾਹ ਆਖਦੇ, ਕਹਿੰਦੇ ਜੋ ਜਪ ਰਿਹਾ ਹੈ ਉਹਦੇ ਵਿੱਚ ਸੁਰਤ ਟਿਕੇਗੀ, ਉਹਦੇ ਵਿੱਚ ਧਿਆਨ ਟਿਕਣ ਲੱਗ ਪਵੇਗਾ। ਫਿਰ ਇੱਕ ਸਮਾਂ ਆ ਜਾਵੇਗਾ, ਜਿਵੇਂ ਬੱਚਾ ਪੜ੍ਹ ਰਿਹਾ ਸੀ ਕ ਖ ਗ ABCD, ਲੇਕਿਨ ਇੱਕ ਸਮਾਂ ਇਹ ABCD ਉਹਦੇ ਚਰਿੱਤਰ ਵਿੱਚ, ਭਾਵ ਉਹਦੀ ਸੁਰਤ ਦੇ ਵਿੱਚ ਆ ਜਾਂਦੀ ਹੈ, ਉਹਦੀ ਪਕੜ ਵਿੱਚ ਆ ਜਾਂਦੀ ਹੈ। ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਜਪਣਾ ਹੈ ਇਸ ਢੰਗ ਦੇ ਨਾਲ ਕਿ ਜ਼ਬਾਨ ਜਪੇ ਔਰ ਕੰਨ ਸੁਣਨ। ਬਾਣੀ ਵਿੱਚ ਇਹੀ ਤਰੀਕਾ ਦੱਸਿਆ ਗਿਆ ਕਿ ਜ਼ਬਾਨ ਜਪੇ ਔਰ ਉਸ ਜ਼ਬਾਨ ਵਿੱਚੋਂ ਨਿਕਲਣ ਵਾਲੀ ਜਿਹੜੀ ਧੁਨੀ ਹੈ, ਜੋ ਨਾਦ ਹੈ, ਉਸ ਨਾਦ ਨੂੰ ਕੰਨ ਸੁਣਨ। ਤੇ ਜਦੋਂ ਕੰਨਾਂ ਦੇ ਵਿੱਚ ਉਹ ਨਾਦ ਕੰਨਾਂ ਰਾਹੀਂ ਅੰਦਰ ਜਾਏ ਤੇ ਉਹ ਨਾਦ ਮਨ ਤੱਕ ਆਪਣਾ ਪ੍ਰਭਾਵ ਪਾਵੇ ਤੇ ਮਨ ਨੂੰ ਉਹਦੇ ਅਸਲ ਘਰ ਹਿਰਦੇ ਦੇ ਵਿੱਚ ਟਿਕਾ ਦੇਵੇ। ਇਸ ਢੰਗ ਦੇ ਨਾਲ ਅਸਾਂ ਨੇ ਪਰਮਾਤਮਾ ਦਾ ਨਾਮ ਜਪਣਾ ਹੈ। ਜਪਣ ਤੋਂ ਭਾਵ ਜ਼ਬਾਨ ਦੀ ਐਕਸਰਸਾਈਜ਼ ਤੋਂ ਹੀ ਪਰਮਾਤਮਾ ਦੇ ਨਾਮ ਦੇ ਜਪਣ ਦੀ ਸ਼ੁਰੂਆਤ ਹੋਏਗੀ। ਅੱਗੇ ਬਾਣੀ ਦੇ ਵਿੱਚ ਕਈ ਅਵਸਥਾਵਾਂ ਹਨ, ਜਿਵੇਂ ਗੁਰਮੁਖ ਰੋਮ ਰੋਮ ਹਰਿ ਧਿਆਵੇ, ਜਾਂ ਉਸ ਤੋਂ ਪਹਿਲੇ ਦੀ ਪੌੜੀ ਹੈ ਜਦੋਂ ਧਿਆਨ ਟਿਕਣ ਲੱਗ ਪੈਂਦਾ ਹੈ, ਸੁਰਤ ਟਿਕਣ ਲੱਗ ਪੈਂਦੀ ਹੈ। ਉਹ ਇੱਕ ਵੱਖਰਾ ਔਰ ਲੰਬਾ ਵਿਸ਼ਾ ਹੈ। ਨਾਮ ਪਰਮਾਤਮਾ ਦੇ ਗੁਣ, ਉਹਦੀਆਂ ਵਡਿਆਈਆਂ ਦੀ ਵਿਚਾਰ, ਤੇ ਇਹਨੂੰ ਜਪਣ ਦਾ ਤਰੀਕਾ ਹੈ ਸਭ ਤੋਂ ਪਹਿਲਾਂ ਰਸਨਾ ਨਾਲ, ਇਸ ਢੰਗ ਨਾਲ ਆਪ ਜੀ ਨਾਮ ਜਪੋ ਕਿ ਰਸਨਾ ਜਪੇ ਤੇ ਤੁਹਾਨੂੰ ਉਹ ਆਵਾਜ਼ ਆਪਣੇ ਕੰਨਾਂ ਤੱਕ ਆ ਜਾਵੇ। ਬਹੁਤ ਹੀ ਸੋਹਣਾ ਵੀਰ ਜੀ ਆਪ ਜੀ ਨੇ ਜਵਾਬ ਦਿੱਤਾ ਹੈ। ਕਿਉਂਕਿ ਬਹੁਤ ਕਨਫਿਊਜ਼ਨ ਲੋਕਾਂ ਨੂੰ ਰਹਿੰਦੀ ਹੈ ਕਿ ਨਾਮ ਕਿਵੇਂ ਜਪਣਾ ਹੈ, ਨਾਮ ਕੀ ਹੈ, ਬਹੁਤ ਸਵਾਲ ਰਹਿੰਦੇ ਨੇ। ਵੀ ਜੀ ਦੂਜਾ ਸਵਾਲ ਜੋ ਸੰਗਤ ਦੀ ਤਰਫੋਂ ਆਇਆ ਹੈ, ਕਰਮ ਕੀ ਨੇ ਤੇ ਸਾਡੇ ਜੀਵਨ ਨੂੰ ਕਰਮ ਕਿਵੇਂ ਇਫੈਕਟ ਕਰਦੇ ਨੇ? ਵਾਟ ਇਜ਼ ਕਰਮ ਐਂਡ ਹਾਊ ਦੇ ਇਫੈਕਟ ਅਸ? ਸੋ ਇਹ ਇੱਕ ਸਵਾਲ ਵੀਰ ਜੀ ਹੋਰ ਆਪ ਜੀ ਦੇ ਕੋਲ ਆ ਗਿਆ ਜੀ। ਠੀਕ ਹੈ ਜੀ। ਕਰਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੇ ਅਸੀਂ ਬਾਣੀ ਪੜਾਂਗੇ ਤੇ ਕਰਮ ਸ਼ਬਦ ਬਹੁ ਅਰਥੀ ਸ਼ਬਦ ਹੈ। ਕਈ ਅਰਥਾਂ ਦੇ ਵਿੱਚ ਕਰਮ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਵਰਤਿਆ ਗਿਆ ਹੈ, ਪਰ ਮੋٹے ਤੌਰ ਤੇ ਇਸ ਕਰਮ ਦਾ ਜੋ ਅਸੀਂ ਅਰਥ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਲੱਗਿਆਂ, ਉਹ ਦੋ ਰੂਪਾਂ ਵਿੱਚ ਕਰਦੇ ਹਾਂ। ਇੱਕ ਸੰਸਕ੍ਰਿਤ ਵਾਲਾ ਕਰਮ ਸ਼ਬਦ ਤੇ ਦੂਸਰਾ ਅਰਬੀ ਬੋਲੀ ਵਾਲਾ, ਜਿਹਨੂੰ ਅਰਬੀ ਫਾਰਸੀ ਅਸੀਂ ਆਖਦੇ ਹਾਂ, ਉਹ ਵਾਲਾ ਕਰਮ ਸ਼ਬਦ। ਜਦੋਂ ਅਸੀਂ ਕਰਮ ਸ਼ਬਦ ਸੰਸਕ੍ਰਿਤ ਵਾਲਾ ਲਵਾਂਗੇ ਤੇ ਆਪ ਇਹਦਾ ਉਚਾਰਨ ਕਰਮ ਹੋਏਗਾ, ਜਿਵੇਂ ਹਿੰਦੀ ਵਿੱਚ ਕਰਮ ਲਿਖਿਆ ਜਾਂਦਾ ਹੈ, ਰ ਉੱਤੇ ਪਿਆ ਹੁੰਦਾ ਹੈ ਕਰਮ। ਕਰਮ ਦੇ ਅਖਰੀ ਅਰਥ ਹਨ ਉਹ ਜੋ ਕੀਤਾ ਜਾਏ। ਕਰਨ ਵਾਲਾ ਕੌਣ ਹੈ? ਕਰਨ ਵਾਲਾ ਮੈਂ ਹਾਂ। ਜੋ ਮੈਂ ਕਰ ਰਿਹਾ ਹਾਂ, ਜੋ ਮੈਂ ਕੀਤਾ ਜਾਂ ਅੱਗੋਂ ਕਰਨ ਬਾਰੇ ਸੋਚ ਰਿਹਾ ਹਾਂ, ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ, ਬਲਕਿ ਭਾਰਤ ਦੇ ਰਿਸ਼ੀਆਂ ਮੁਨੀਆਂ ਨੇ, ਇੱਥੇ ਦੇ ਜਿਹੜੇ ਵਿਦਵਾਨ ਪੁਰਸ਼ ਸਨ, ਉਹਨਾਂ ਨੇ ਕਰਮ ਕਿਹਾ। ਕੱਲਾ ਅਗਰ ਕਰਮ ਸ਼ਬਦ ਨੂੰ ਸਮਝਣਾ ਹੋਵੇ ਤੇ ਮੇਰਾ ਮੰਨਣਾ ਇਹ ਹੈ ਕਿ ਘੱਟੋ ਘੱਟ ਐਸੇ 5-7 ਸੈਸ਼ਨਸ ਚਾਹੀਦੇ ਹਨ ਸਾਨੂੰ, ਜਿਹਦੇ ਵਿੱਚ ਕੇਵਲ ਕਰਮ ਨੂੰ ਅਸੀਂ ਸਮਝ ਸਕਾਂਗੇ। ਪਰ ਮੈਂ ਕਿਉਂਕਿ ਸਵਾਲ ਰੂਪ ਵਿੱਚ ਆਇਆ ਹੈ, ਇਸ ਕਰਕੇ ਬੜਾ ਇਹਦਾ ਬੁਨਿਆਦੀ ਜਿਹਾ ਜਵਾਬ ਆਪ ਜੀ ਦੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ। ਕਰਮ
ਔਰ ਇਹਦਾ ਪ੍ਰਭਾਵ ਗੁਰੂ ਗ੍ਰੰਥ ਸਾਹਿਬ 'ਚ ਇੰਜ ਦੱਸਿਆ ਗਿਆ ਕਿ ਜੋ ਵੀ ਕਿਰਿਆ ਇਨਸਾਨ ਕਰਦਾ ਹੈ, ਹਰ ਕੀਤੀ ਹੋਈ ਕਿਰਿਆ ਦਾ ਉਹਦੇ ਉੱਤੇ ਇਫੈਕਟ ਜ਼ਰੂਰ ਪੈਂਦਾ ਹੈ, ਉਹਦਾ ਪ੍ਰਭਾਵ ਜ਼ਰੂਰ ਪੈਂਦਾ ਹੈ। ਜਪਜੀ ਸਾਹਿਬ ਵਿੱਚੋਂ ਹੀ ਚਲੋ ਮੈਂ ਉਦਾਹਰਣ ਲੈ ਲਵਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ 'ਚ ਇੱਕ ਜਗ੍ਹਾ ਇਹ ਗੱਲ ਆਖੀ, ਕਰ ਕਰ ਕਰਨਾ ਲਿਖ ਲੈ ਜਾਹੋ। ਕਰ ਕਰ ਕਰਨਾ ਲਿਖ ਲੈ ਜਾਹੋ, ਭਾਵ ਜੋ ਕੁਝ ਵੀ ਮਨੁੱਖ ਸੰਸਾਰ ਵਿੱਚ ਇਸ ਜੀਵਨ ਵਿੱਚ ਕਰੇਗਾ, ਦੋ ਵਾਰ ਕਰ ਕਰ ਆਇਆ ਹੈ। ਇਹਦਾ ਵਿਦਵਾਨਾਂ ਨੇ ਕਾਰਨ ਦੱਸਿਆ, ਕਹਿੰਦੇ ਇੱਕ ਵਾਰ ਕਰ ਕਿਉਂ ਨਹੀਂ ਆਇਆ, ਦੋ ਵਾਰ ਆਇਆ। ਇਹਦਾ ਕਾਰਨ ਦੱਸਿਆ ਕਿ ਮਨ ਕਰਕੇ ਔਰ ਇੰਦਰੀਆਂ ਕਰਕੇ ਦੋ ਵਾਰ ਕਰ ਸ਼ਬਦ ਆਇਆ ਹੈ। ਕਈ ਵਾਰ ਅਸੀਂ ਆਖਦੇ ਨਾ, ਮੈਂ ਕੰਮ ਕਰਨ ਬਾਰੇ ਸੋਚ ਰਿਹਾ ਸੀ ਪਰ ਮੈਂ ਕੀਤਾ ਕੋਈ ਨਹੀਂ। ਤੇ ਇੱਕ ਕਰ ਉਹਦੇ ਲਈ ਹੈ ਕਿ ਜਿਸ ਵੇਲੇ ਇਨਸਾਨ ਸੋਚਦਾ ਹੈ, ਤੇ ਇੱਕ ਕਰ ਉਸ ਦੇ ਲਈ ਹੈ ਜਿਸ ਵੇਲੇ ਇਨਸਾਨ ਉਸ ਨੂੰ ਆਪਣੀ ਕਰਨੀ ਬਣਾ ਦਿੰਦਾ ਹੈ। ਪਰ ਸਤਿਗੁਰੂ ਆਖਦੇ, ਕਹਿੰਦੇ ਬੰਦੇ ਨੇ ਜੋ ਸੋਚਿਆ ਲੇਕਿਨ ਕੀਤਾ ਨਹੀਂ, ਲਿਖਿਆ ਉਹ ਵੀ ਗਿਆ। ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ। ਹੁਣ ਭਾਰਤ ਦੀ ਅਗਰ ਪੁਰਾਣੀ ਫਿਲਾਸਫੀ ਪੜਾਂਗੇ, ਬਹੁਤ ਪੁਰਾਣੀ ਇੱਥੇ ਦੀ, ਮੈਂ ਇਹ ਸਮਝਦਾ ਹਾਂ ਜਦੋਂ ਤੋਂ ਇੱਥੇ ਧਰਮ ਦੀ ਸੋਝੀ ਲੋਕਾਂ ਨੂੰ ਪਈ ਤੇ ਉਹਨਾਂ ਨੇ ਮਨੁੱਖੀ ਕਰਮ ਨੂੰ 3 ਸ਼੍ਰੇਣੀਆਂ ਦੇ ਵਿੱਚ ਵੰਡਿਆ। ਅਕਸਰ ਅਸੀਂ ਕਥਾ ਦੇ ਵਿੱਚ ਇਹ ਵਿਚਾਰ ਸੰਗਤ ਨਾਲ ਕਰਦੇ ਹਾਂ ਕਿ 3 ਸ਼੍ਰੇਣੀਆਂ ਦੇ ਵਿੱਚ ਕਰਮਾਂ ਦੀ ਖੇਡ ਨੂੰ, ਕਰਮਾਂ ਨੂੰ ਵੰਡਿਆ ਗਿਆ ਹੈ। 3 ਪ੍ਰਕਾਰ ਦੇ ਕਰਮ ਵੰਡ ਦਿੱਤੇ ਗਏ। ਸਭ ਤੋਂ ਪਹਿਲਾਂ ਕੀਤਾ ਗਿਆ ਕਰਮ ਦਾ ਜੋ ਪੱਖ, ਜਿਹਦਾ ਵਰਣਨ ਉਹ ਸੀ ਕ੍ਰਿਯਮਾਣ ਕਰਮ। ਦੂਸਰੇ ਕਰਮ ਆਖੇ ਗਏ ਪ੍ਰਾਰਬਧ ਕਰਮ, ਤੇ ਤੀਸਰੇ ਕਰਮ ਆਖੇ ਗਏ ਸੰਚਿਤ ਕਰਮ। ਇਹ 3 ਪ੍ਰਕਾਰ ਦੇ ਕਰਮ ਜੋ ਭਾਰਤ ਦੀ ਧਾਰਮਿਕ ਵਿਚਾਰਧਾਰਾ ਨੇ ਸੰਸਾਰ ਨੂੰ ਦ੍ਰਿੜ ਕਰਾਏ, ਬਈ ਇਹ 3 ਪ੍ਰਕਾਰ ਦੇ ਕਰਮ ਹੁੰਦੇ ਹਨ। ਮੈਂ ਤਿੰਨਾਂ ਦਾ ਥੋੜਾ ਥੋੜਾ ਆਪ ਜੀ ਦੇ ਨਾਲ ਜ਼ਿਕਰ ਕਰਾਂ। ਸਭ ਤੋਂ ਪਹਿਲਾ ਕਰਮ ਹੈ ਕ੍ਰਿਯਮਾਣ ਕਰਮ। ਕ੍ਰਿਯਮਾਣ ਦਾ ਭਾਵ ਹੈ ਉਹ ਕਰਮ ਜੋ ਮੈਂ ਪ੍ਰੈਜ਼ੈਂਟ ਵਿੱਚ ਕਰ ਰਿਹਾ ਹਾਂ। ਜਿਵੇਂ ਇਸ ਸਮੇਂ ਅਸੀਂ ਗੁਰਬਾਣੀ ਦੀ ਗੱਲ ਕਰ ਰਹੇ ਹਾਂ, ਆਪ ਜੀ ਪ੍ਰਸ਼ਨ ਪੁੱਛ ਰਹੇ ਹੋ, ਦਾਸ ਉੱਤਰ ਦੇਣ ਦਾ ਯਤਨ ਕਰ ਰਿਹਾ ਹੈ, ਸੰਗਤ ਘਰਾਂ ਵਿੱਚ ਬੈਠ ਕੇ ਇਸ ਸੈਸ਼ਨ ਨੂੰ ਵੇਖ ਰਹੀ ਹੈ, ਤੇ ਇਹ ਕਰਮ ਸਾਡਾ ਸਾਰਿਆਂ ਦਾ ਕ੍ਰਿਯਮਾਣ ਕਰਮ ਹੈ, ਭਾਵ ਜੋ ਕਿਰਿਆਸ਼ੀਲ ਹੈ, ਜੋ ਪ੍ਰੈਜ਼ੈਂਟਲੀ ਚੱਲ ਰਿਹਾ ਹੈ। ਫਿਰ ਇਸ ਤੋਂ ਬਾਅਦ ਦੂਸਰੇ ਪ੍ਰਕਾਰ ਦੇ ਕਰਮ ਹਨ ਜਿਨ੍ਹਾਂ ਨੂੰ ਕਿਹਾ ਗਿਆ ਹੈ ਪ੍ਰਾਰਬਧ ਕਰਮ। ਪ੍ਰਾਰਬਧ ਕਰਮ ਤੋਂ ਭਾਵ ਇਹ ਜੇ ਉਹ ਸਾਰੇ ਕਰਮ ਜਿਨ੍ਹਾਂ ਕਰਮਾਂ ਦੇ ਕਰਕੇ ਸਾਨੂੰ ਇਹ ਮੌਜੂਦਾ ਜੀਵਨ ਮਿਲਿਆ ਹੈ। ਹੁਣ ਦੇਖੋ, ਮਨੁੱਖੀ ਜੀਵਨ ਇਸ ਸੰਸਾਰ ਦੇ ਵਿੱਚ ਸਾਡੇ ਤੋਂ ਇਲਾਵਾ ਅਰਬਾਂ ਲੋਕਾਂ ਨੂੰ ਮਿਲਿਆ ਹੈ। ਸਾਡੇ 6 ਅਰਬ ਦੇ ਕਰੀਬ ਇਸ ਸੰਸਾਰ ਦੇ ਵਿੱਚ ਮਨੁੱਖਾਂ ਦੀ ਗਿਣਤੀ ਹੈ, ਵੱਧ ਰਹੀ ਹੈ ਨਿੱਤਾ ਪ੍ਰਤੀ। ਤੇ ਇਹਨਾਂ 6.5 ਅਰਬ ਸਰੀਰਾਂ ਨੂੰ, ਜਾਂ 6.5 ਅਰਬ ਸਰੀਰਾਂ ਦੇ ਵਿੱਚ ਜੋ ਆਤਮਾਵਾਂ ਆਈਆਂ ਹਨ, ਜੋ ਸੋਲਸ ਆਈਆਂ ਹਨ, ਜੀਵਨ ਭਾਵੇਂ ਉਹਨਾਂ ਨੂੰ ਦੇਹੀ ਮਨੁੱਖ ਦੀ ਮਿਲੀ, ਉਸੇ ਪ੍ਰਕਾਰ 2 ਹੱਥ 2 ਪੈਰ, ਉਹ ਅਜਿਹਾ ਚਿਹਰਾ, ਉਹ ਉਸੇ ਪ੍ਰਕਾਰ ਦੀ ਬੋਲੀ, ਉਹੀ ਹਾਵ ਭਾਵ, ਲੇਕਿਨ ਸਾਰੇ ਜੀਵਾਂ ਦਾ ਜੋ ਸਟੈਂਡਰਡ ਆਫ ਲਿਵਿੰਗ ਹੈ, ਵੇ ਆਫ ਲਿਵਿੰਗ ਹੈ, ਉਹ ਇੱਕੋ ਜਿਹਾ ਨਹੀਂ ਹੈ। ਅਸੀਂ ਇੱਥੋਂ ਤੱਕ ਵੇਖਦੇ ਹਾਂ ਕਿ ਕਈ ਜੀਵ ਐਸੇ ਵੀ ਵਿਚਾਰੇ ਸੰਸਾਰ ਵਿੱਚ, ਮਨੁੱਖ ਅਸੀਂ ਦੇਖਾਂਗੇ ਸਾਡੇ ਆਲੇ ਦੁਆਲੇ, ਕਿ ਉਹਨਾਂ ਨੂੰ ਸਰੀਰ ਤੇ ਭਾਵੇਂ ਮਨੁੱਖ ਦਾ ਮਿਲਿਆ, ਲੇਕਿਨ ਮਨੁੱਖੀ ਸਰੀਰ ਵਿੱਚ ਕੋਈ ਘਾਟ ਸੀ, ਕਿਸੇ ਪ੍ਰਕਾਰ ਦੀ ਘਾਟ ਆ ਗਈ। ਹੁਣ ਬਹੁਤੇ ਲੋਕ ਇਸ ਘਾਟ ਨੂੰ ਵੇਖ ਕੇ ਤੇ ਇਹ ਆਖ ਦੇਣਗੇ ਬਈ ਰੱਬ ਨੇ ਵਿਤਕਰਾ ਕਰ ਦਿੱਤਾ, ਰੱਬ ਨੇ ਇਹਨੂੰ ਸਜ਼ਾ ਦਿੱਤੀ, ਰੱਬ ਨੇ ਵਿਤਕਰਾ ਕੀਤਾ, ਇਹਦੇ ਨਾਲ ਰੱਬ ਨੇ ਚੰਗਾ ਨਹੀਂ ਕੀਤਾ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਇਹਦਾ ਜ਼ਿਕਰ ਇੰਜ ਕੀਤਾ, ਜਿਹਦੇ ਕੋਲ ਜਿਤਨਾ ਧਨ ਸੀ ਉਤਨੀ ਚੀਜ਼ ਉਹ ਬਾਜ਼ਾਰ ਤੋਂ ਖਰੀਦ ਕੇ ਲੈ ਆਇਆ। ਹੁਣ ਆਪ ਆਪਣੀ ਫੈਮਿਲੀ ਦੇ ਨਾਲ ਮਾਲ ਵਿੱਚ ਜਾਓ, ਸ਼ਾਪਿੰਗ ਕਰਨ ਵਾਸਤੇ ਜਾਓ, ਤੇ ਆਪ ਜੀ ਦੀ ਪਰਚੇਸਿੰਗ ਪਾਵਰ ਦੀ ਇੱਕ ਲਿਮਿਟ ਹੋਏਗੀ। ਜਾਂ ਮੈਂ ਇੰਜ ਆਖ ਦੇਵਾਂ ਕਿ ਜਿਤਨੇ ਕੁ ਤੁਹਾਡੇ ਕੋਲ ਪੈਸੇ ਹਨ, ਜਿਤਨਾ ਕੁ ਤੁਹਾਡਾ ਵਿੱਤ ਹੈ, ਤੁਸੀਂ ਉਤਨੀ ਕੁ ਚੀਜ਼ ਖਰੀਦ ਪਾਵੋਗੇ। ਕਈ ਵਾਰ ਵਿੱਤ ਹੁੰਦਾ ਹੈ ਲੇਕਿਨ ਇਨਸਾਨ ਆਪਣੀਆਂ ਨੀਡਸ ਨੂੰ ਡਿਵਾਈਡ ਕਰ ਲੈਂਦਾ ਹੈ। ਅਸੀਂ ਇਕਨੋਮਿਕਸ ਪੜ੍ਹੀ, ਦਾਸ ਇਕਨੋਮਿਕਸ ਦਾ ਸਟੂਡੈਂਟ ਰਿਹਾ ਹੈ, ਕਾਮਰਸ ਦਾ, ਤੇ ਉਹਦੇ ਵਿੱਚ ਦੱਸਿਆ ਜਾਂਦਾ ਸੀ ਟਾਈਪਸ ਆਫ ਕਸਟਮਰਸ ਵੀ ਇੱਕ ਪ੍ਰਕਾਰ ਦੇ ਨਹੀਂ ਹੁੰਦੇ। ਅੱਛਾ, ਫਿਰ ਨੀਡਸ ਵਿੱਚ ਵੀ ਪ੍ਰਾਇੋਰਿਟੀਜ਼ ਹੁੰਦੀਆਂ ਹਨ ਕਿ ਕਿਹੜੀ ਨੀਡ ਹੈ ਜਿਹਨੂੰ ਮੈਂ ਪੂਰੀ ਕਰ ਦੇਵਾਂ। ਇਸੇ ਪ੍ਰਕਾਰ
ਮਨੁੱਖ ਫਿਰ ਇਹ ਵੇਖਦਾ ਹੈ ਕਿ ਇਹ ਜੇ ਮੇਰੀ ਨੀਡ ਹੈ ਤੇ ਕੀ ਇਸ ਨੀਡ ਨੂੰ ਪੂਰਾ ਕਰਨ ਵਾਸਤੇ ਮੇਰੇ ਕੋਲ ਧਨ ਹੈ, ਮੇਰੇ ਕੋਲ ਵਿਅय ਕਰਨ ਵਾਸਤੇ ਪੈਸੇ ਹਨ, ਮਨੀ ਹੈ ਮੇਰੇ ਕੋਲ ਕਿ ਮੈਂ ਸਪੈਂਡ ਕਰਾਂ। ਇਹੀ ਫਰਕ ਦੱਸਿਆ ਗਿਆ ਕਿ ਬੰਦੇ ਦੇ ਕੋਲ ਡਿਜ਼ਾਇਰ ਤੇ ਹੈ, ਲੇਕਿਨ ਉਹ ਡਿਜ਼ਾਇਰ ਡਿਮਾਂਡ ਵਿੱਚ ਨਹੀਂ ਬਦਲਦੀ। ਉਦੋਂ ਤੱਕ ਜਦ ਤੱਕ ਇਨਸਾਨ ਧਨ ਦੇ ਕੇ ਉਸ ਡਿਜ਼ਾਇਰ ਨੂੰ ਪੂਰਾ ਨਹੀਂ ਕਰ ਲੈਂਦਾ ਜਾਂ ਉਹਦੇ ਕੋਲ ਪਰਚੇਸਿੰਗ ਪਾਵਰ ਨਹੀਂ ਆ ਜਾਂਦੀ। ਬਿਲਕੁਲ ਇਸੇ ਪ੍ਰਕਾਰ ਚਾਹੁੰਦਾ ਤੇ ਹਰ ਇਨਸਾਨ ਇਹ ਹੈ ਕਿ ਮੇਰਾ ਜੀਵਨ ਬੜਾ ਸੋਹਣਾ ਹੋਵੇ, ਮੇਰੇ ਪਰਿਵਾਰ ਵਿੱਚ ਸੁਖ ਸ਼ਾਂਤੀ ਰਵੇ, ਮੇਰੇ ਘਰ ਦੇ ਵਿੱਚ ਵਾਤਾਵਰਣ ਬਿਲਕੁਲ ਠੀਕ ਰਵੇ, ਸਾਰਿਆਂ ਦੇ ਨਾਲ ਮੇਰਾ ਤਾਲਮੇਲ ਬਣਿਆ ਰਵੇ, ਮੇਰਾ ਕਾਰੋਬਾਰ ਠੀਕ ਰਵੇ, ਸਮਾਜ ਵਿੱਚ ਮੈਨੂੰ ਇੱਜ਼ਤ ਮਿਲੇ। ਲੇਕਿਨ ਹਰ ਮਨੁੱਖ ਦੀ ਇਹ ਖਾਹਿਸ਼ ਪੂਰੀ ਨਹੀਂ ਹੁੰਦੀ, ਹਰ ਮਨੁੱਖ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ। ਕਾਰਨ ਕੀ ਹੈ ਕਿ ਉਹਦੇ ਕੋਲ ਜੋ ਕਰਮ ਸਨ, ਉਹਨਾਂ ਕਰਮਾਂ ਦੇ ਵਿੱਚ ਇਤਨੀ ਤਾਕਤ ਨਹੀਂ ਸੀ ਕਿ ਉਹ ਐਸਾ ਜੀਵਨ ਖਰੀਦ ਸਕਦੇ ਜਿਸ ਜੀਵਨ ਦੇ ਵਿੱਚ ਸਾਰੀਆਂ ਸਹੂਲਤਾਂ ਉਹਨਾਂ ਨੂੰ ਮੁਹੱਈਆ ਹੋ ਜਾਂਦੀਆਂ, ਸਾਰੀਆਂ ਸਹੂਲਤਾਂ ਉਹਨਾਂ ਨੂੰ ਮਿਲ ਜਾਂਦੀਆਂ। ਇਹ ਪ੍ਰਾਰਬਧ ਕਰਮਾਂ ਦੀ ਖੇਡ ਹੈ। ਉਹ ਕਰਮ ਜਿਨ੍ਹਾਂ ਨੂੰ ਦੇ ਕੇ ਤੇ ਸਾਨੂੰ ਇਹ ਮੌਜੂਦਾ ਸਰੀਰ ਮਿਲਿਆ ਹੈ, ਮੌਜੂਦਾ ਦੇਹੀ ਮਿਲੀ ਹੈ। ਇਸ ਜੀਵਨ ਦੇ ਵਿੱਚ ਸਾਨੂੰ ਕੀ ਸੁੱਖ ਦੁੱਖ ਮਿਲ ਰਹੇ ਹਨ, ਜਿਹਨੂੰ ਅਸੀਂ ਪ੍ਰਾਰਬਧ ਆਖਦੇ, ਇਹ ਸਭ ਕੁਝ ਸਾਡੇ ਪ੍ਰਾਰਬਧ ਕਰਮ ਤੈਅ ਕਰਦੇ ਹਨ। ਤੇ ਤੀਸਰੇ ਕਰਮ ਹਨ ਜਿਨ੍ਹਾਂ ਨੂੰ ਅਸੀਂ ਸੰਚਿਤ ਕਰਮ ਆਖਦੇ ਹਾਂ। ਸੰਚਿਤ ਕਰਮ ਉਹ ਕਰਮ ਜਿਹੜੇ ਹਲੇ ਜਮਾ ਹੋਏ ਪਏ ਹਨ, ਲੇਕਿਨ ਹਾਲੇ ਇਹਨਾਂ ਦਾ ਭੋਗ ਅਸਾਂ ਨੇ ਨਹੀਂ ਭੋਗਿਆ। ਪਤਾ ਹੀ ਨਹੀਂ ਕਿ ਉਹਨਾਂ ਸੰਚਿਤ ਕਰਮਾਂ ਦੇ ਵਿੱਚੋਂ ਕਿਸ ਵੇਲੇ ਕੀ ਨਿਕਲ ਆਵੇ, ਜਿਸ ਵੇਲੇ ਉਹ ਗਠੜੀ ਖੁੱਲੇ। ਕਰਮਾਂ ਦਾ ਪ੍ਰਭਾਵ ਇਸ ਤਰੀਕੇ ਨਾਲ ਸਾਡੇ ਜੀਵਨ ਉੱਤੇ ਪੈਂਦਾ ਹੈ। ਹੁਣ ਮੈਂ ਇੱਥੇ ਇੱਕ ਗੱਲ ਨਾਲ ਨਾਲ ਸਾਂਝੀ ਜ਼ਰੂਰ ਕਰ ਦਿਆਂਗਾ, ਕਲੀਅਰ ਕਰਨੀ ਚਾਹਾਂਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਇੱਕ ਪਾਸੇ ਜੇ ਕਰਮਾਂ ਦਾ ਪ੍ਰਭਾਵ ਦੱਸਿਆ ਤੇ ਦੂਸਰੇ ਪਾਸੇ ਫਿਰ ਕਰਮ ਦੀ ਗੱਲ ਕੀਤੀ। ਮੈਂ ਹੁਣੇ ਕਰਮਾਂ ਦੀ ਜਿਸ ਵੇਲੇ ਵਿਚਾਰ ਆਰੰਭ ਕੀਤੀ ਤੇ ਮੈਂ ਬੇਨਤੀ ਕੀਤੀ ਸੀ ਕਿ ਦੋ ਬੋਲੀਆਂ ਦੇ ਵਿੱਚ ਕਰਮ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ। ਇੱਕ ਸੰਸਕ੍ਰਿਤ ਦਾ ਹੈ। ਇਹ ਜਿਤਨੀ ਵਿਆਖਿਆ ਹੁਣੇ ਆਪ ਜੀ ਨੇ ਸਰਵਣ ਕੀਤੀ ਹੁਣ ਤੱਕ, ਇਹ ਸਾਰੀ ਸੰਸਕ੍ਰਿਤ ਵਾਲਾ ਕਰਮ ਸ਼ਬਦ ਸੀ, ਉਹਦੀ ਸੀ। ਪਰ ਜਦੋਂ ਇਹ ਸ਼ਬਦ ਅਰਬੀ ਬੋਲੀ ਦਾ, ਫਾਰਸੀ ਬੋਲੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਆਏਗਾ ਤੇ ਇਹਨੂੰ ਕਰਮ ਪੜਾਂਗੇ ਤੇ ਕਰਮ ਦਾ ਅਰਥ ਹੋ ਜਾਏਗਾ ਬਖਸ਼ਿਸ਼, ਰਹਿਮਤ, ਕਿਰਪਾ। ਜਿਵੇਂ ਅਸੀਂ ਸੁਖਮਨੀ ਸਾਹਿਬ ਵਿੱਚ ਇੱਕ ਪੰਕਤੀ ਪੜ੍ਹਦੇ ਹਾਂ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਲੋਭ ਧਰੋਹ ਇਹੋ ਜੁਗਤ ਬਿਹਾਨੇ ਕਈ ਜਨਮ। ਹੁਣ ਅਰਦਾਸ ਕੀ ਕੀਤੀ ਗਈ, ਨਾਨਕ ਰਾਖ ਲੇਹੋ ਆਪਨ ਕਰ ਕਰਮ। ਇਹ ਅਰਦਾਸ ਕੀਤੀ ਗਈ, ਹੈ ਪ੍ਰਮਾਤਮਾ ਪਤਾ ਨਹੀਂ ਕਿਤਨੇ ਜੀਵਨ ਇਹਨਾਂ ਔਗੁਣਾਂ ਦੇ ਵਿੱਚ ਉਲਝਿਆ ਹੋਇਆਂ ਮੇਰੇ ਬੀਤ ਚੁੱਕੇ ਹਨ, ਔਰ ਇਹਨਾਂ ਔਗੁਣਾਂ ਦੇ ਵਿੱਚ ਜ਼ਿੰਦਗੀ ਗੁਜ਼ਾਰਨ ਤੋਂ ਬਾਅਦ ਅਗਲਾ ਜੀਵਨ ਹੋਰ ਨੀਵਾਂ ਮਿਲ ਜਾਂਦਾ ਹੈ, ਅਗਲਾ ਜਨਮ ਹੋਰ ਨੀਵਾਂ ਮਿਲ ਜਾਂਦਾ ਹੈ। ਪਰ ਕਿਰਪਾ ਕਰ ਇਸ ਵਾਰ ਨਾਨਕ ਰਾਖ ਲੇਹੋ ਆਪਨ ਕਰ ਕਰਮ। ਤੇਰਾ ਕਰਮ, ਤੇਰਾ ਫਜ਼ਲ, ਤੇਰੀ ਬਖਸ਼ਿਸ਼ ਮੈਨੂੰ ਬਚਾ ਲਵੇਗੀ। ਮੈਂ ਜਦੋਂ ਜਪਜੀ ਸਾਹਿਬ ਦੀ ਬਾਣੀ ਪੜ੍ਹਦਾ ਹਾਂ, ਆਪ ਵਿੱਚੋਂ ਜਿਨ੍ਹਾਂ ਦੇ ਉੱਤੇ ਕਿਰਪਾ ਬਖਸ਼ਿਸ਼ ਹੈ ਗੁਰੂ ਨਾਨਕ ਦੀ, ਉਹਨਾਂ ਨੇ ਜ਼ਰੂਰ ਨੋਟ ਕੀਤਾ ਹੋਵੇਗਾ ਕਿ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਜਦੋਂ ਆਰੰਭ ਹੁੰਦੀ ਹੈ, ਆਰੰਭਤਾ ਦੇ ਵਿੱਚ ਤੇ ਮੰਗਲ ਹੈ, ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ। ਫਿਰ ਪਹਿਲਾ ਸ਼ਲੋਕ ਹੈ ਜਪਜੀ ਸਾਹਿਬ ਜੀ ਦਾ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਤੇ ਉਸ ਤੋਂ ਬਾਅਦ ਸਤਿਗੁਰੂ ਜੀ ਨੇ ਪਹਿਲੀ ਪੰਕਤੀ, ਪਹਿਲੀ ਪੌੜੀ ਦੀ ਪਹਿਲੀ ਪੰਕਤੀ ਹੀ ਕਰਮਾਂ ਤੋਂ ਸ਼ੁਰੂ ਕੀਤੀ ਹੈ। ਸੰਸਕ੍ਰਿਤ ਵਾਲਾ ਜੋ ਕਰਮ ਸ਼ਬਦ ਹੈ, ਸੋਚੈ ਸੋਚ ਨਾ ਹੋਵਈ ਜੇ ਸੋਚੀ, ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ। ਇਹ ਸੰਸਕ੍ਰਿਤ ਦਾ ਕਰਮ ਸ਼ਬਦ ਹੈ। ਭਾਵ ਉਹ ਕ੍ਰਿਤ, ਉਹ ਕਰਨੀ ਜੋ ਮਨੁੱਖ ਕਰ ਰਿਹਾ ਹੈ, ਭਾਵੇਂ ਉਹ ਧਰਮ ਦੇ ਨਾਮ ਤੇ ਕਰ ਰਿਹਾ ਹੋਵੇ। ਜਿਵੇਂ ਸਰੀਰ ਨੂੰ ਪਵਿੱਤਰ ਰੱਖਣ ਦੇ ਕਈ ਸਾਧਨ ਮਨੁੱਖ ਲੰਮੇ ਸਮੇਂ ਤੋਂ ਕਰਦਾ ਸੀ, ਤੀਰਥਾਂ ਦਾ ਇਸ਼ਨਾਨ ਕਰ ਲੈਣਾ, ਤੀਰਥਾਂ ਤੇ ਚਲੇ ਜਾਣਾ ਮਿੱਥੇ ਹੋਏ ਦਿਨਾਂ ਤੇ ਇਹ ਸਮਝ ਲੈਣਾ ਤੀਰਥਾਂ ਤੇ ਜਾ ਕੇ ਤੀਰਥਾਂ ਦੇ ਇਸ਼ਨਾਨ ਦੇ ਨਾਲ ਤੇ ਮੈਂ ਸੁੱਚਾ ਹੋ ਜਾਵਾਂਗਾ, ਮੇਰਾ ਮਨ ਪਵਿੱਤਰ ਹੋ ਜਾਏਗਾ। ਗੁਰੂ ਨਾਨਕ ਸਾਹਿਬ ਨੇ ਕਾਟਾ ਪਾ ਦਿੱਤਾ। ਸਤਿਗੁਰੂ ਕਹਿੰਦੇ ਮਹਿਜ਼ ਤੀਰਥਾਂ ਦੇ ਇਸ਼ਨਾਨ ਕਰਨ ਨਾਲ, ਤੀਰਥਾਂ ਤੇ ਜਾਣ ਦੇ ਨਾਲ ਮਨੁੱਖੀ ਜੀਵਨ ਦੇ ਵਿੱਚ ਕਿਸੇ ਵੇਲੇ ਵੀ, ਕਿਸੇ ਤਰੀਕੇ ਦੇ ਨਾਲ ਵੀ ਮਹਿਜ਼ ਤੀਰਥਾਂ ਦੇ ਪਾਣੀ ਦੇ ਇਸ਼ਨਾਨ ਦੇ ਨਾਲ ਪਵਿੱਤਰਤਾ ਨਹੀਂ ਆ ਸਕਦੀ। ਲੇਕਿਨ ਜਦੋਂ ਆਪ ਜੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ 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 ਅੰਤਲੀ ਪੰਕਤੀ ਤੇ ਆਵੋਗੇ ਨਾ, ਉੱਥੇ ਵੀ ਗੱਲ ਕਰਮ ਦੀ ਕੀਤੀ। ਜੇ ਅਸੀਂ ਧਿਆਨ ਨਾਲ ਬਾਣੀ ਪੜ੍ਹੀਏ, ਜਿਨ ਕਾ ਨਦਰ, ਅਗਲਾ ਸ਼ਬਦ ਹੈ ਕਰਮ। ਇੱਥੇ ਵੀ ਕਰਮ ਸ਼ਬਦ ਹੈ, ਲੇਕਿਨ ਇਹ ਕਰਮ ਸ਼ਬਦ ਅਰਬੀ ਦਾ ਹੈ, ਫਾਰਸੀ ਦਾ ਹੈ। ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ,
ਹੋ ਸਕਦਾ ਹੈ ਆਪਣੇ ਕਰਮਾਂ ਦੇ ਵਿੱਚ ਇਹ ਕਰਮ ਕਾਂਡ ਲੈ ਆਇਆ ਹੋਵੇ, ਇਹ ਰਿਚੁਅਲਸ ਲੈ ਆਇਆ ਹੋਵੇ, ਇਹ ਧਰਮ ਦੇ ਨਾਮ ਤੇ ਕੁਝ ਐਸੀ ਪ੍ਰੈਕਟਿਸਿਸ ਲੈ ਆਇਆ ਹੋਵੇ ਜਿਨ੍ਹਾਂ ਨੂੰ ਕਰਕੇ ਨਿਭਾ ਕੇ ਸੋਚ ਰਿਹਾ ਹੋਵੇ ਕਿ ਮੈਂ ਮੁਕਤ ਹੋ ਜਾਵਾਂਗਾ ਸੰਸਾਰ ਵਿੱਚ, ਬਸ ਇਹ ਕੁਝ ਕਰਨ ਦੇ ਨਾਲ ਮੈਂ ਰੱਬ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਵਾਂਗਾ। ਪਾਤਸ਼ਾਹ ਕਹਿੰਦੇ ਪਰ ਜਿਉਂ-ਜਿਉਂ ਇਹ ਸੁਣੇਗਾ, ਜਿਉਂ-ਜਿਉਂ ਮੰਨੇਗਾ, ਜਿਉਂ-ਜਿਉਂ ਪੰਚ ਬਣੇਗਾ, ਜਿਉਂ-ਜਿਉਂ ਇਹ ਖੰਡਾਂ ਦੀ ਯਾਤਰਾ ਤੈਅ ਕਰੇਗਾ ਤੇ ਪਰਮਾਤਮਾ ਨਾਲ ਜਿਉਂ-ਜਿਉਂ ਇੱਕਮਿਕ ਹੋਣ ਦਾ ਜਜ਼ਬਾ ਇਹਦੇ ਅੰਦਰ ਆਵੇਗਾ, ਤਿਉਂ-ਤਿਉਂ ਇਹ ਪਰਮਾਤਮਾ ਨਾਲ ਇੱਕਮਿਕ ਹੋ ਕੇ ਉਹਦੀ ਕਿਰਪਾ ਦਾ ਪਾਤਰ ਬਣੇਗਾ। ਲੇਕਿਨ ਇਹ ਸਭ ਕੁਝ ਤਾਂ ਹੋਏਗਾ ਜਦੋਂ ਪਰਮਾਤਮਾ ਦਾ ਕਰਮ, ਉਹਦੀ ਬਖਸ਼ਿਸ਼ ਇਹਦੇ ਉੱਤੇ ਹੋਵੇਗੀ। ਹੁਣ ਸਵਾਲ ਦਾ ਦੂਸਰਾ ਭਾਵ ਸੀ ਕਿ ਇਹਨਾਂ ਦਾ ਪ੍ਰਭਾਵ ਕਿਵੇਂ ਸਾਡੇ ਜੀਵਨ ਤੇ ਪੈਂਦਾ ਹੈ। ਮੈਂ ਬੇਨਤੀ ਕੀਤੀ ਸੀ ਕਿ ਕਰਮ 3 ਪ੍ਰਕਾਰ ਦੇ, क्रियमाण, प्रारब्ध और संचित, और ਤਿੰਨੇ ਪ੍ਰਕਾਰ ਦੇ ਕਰਮਾਂ ਦਾ ਜ਼ਿਕਰ ਅਸੀਂ ਵਿਸਥਾਰ ਦੇ ਨਾਲ ਗ੍ਰੰਥਾਂ ਵਿੱਚ ਪੜ੍ਹ ਸਕਦੇ ਹਾਂ। ਪੁਸਤਕਾਂ ਬਹੁਤ ਹਨ ਇਹਨਾਂ ਦੇ ਉੱਤੇ ਲਿਖੀਆਂ ਹੋਈਆਂ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੈਂ 3 ਸ਼ਬਦ ਆਪ ਜੀ ਦੇ ਨਾਲ ਸਾਂਝੇ ਕਰਾਂ, ਮਨ, ਬਚਨ ਤੇ ਕਰਮ। ਇਹ 3 ਸ਼ਬਦ ਆਪ ਜਿਹੜੇ ਸਹਿਜ ਪਾਠ ਕਰਦੇ ਹੋ, ਆਪ ਜੀ ਨੇ ਵੇਖਿਆ ਹੋਏਗਾ ਇਕੱਠੇ ਹੀ ਗੁਰੂ ਗ੍ਰੰਥ ਸਾਹਿਬ 'ਚ ਕਿਤਨੀ ਵਾਰ ਆਉਂਦੇ ਹਨ। ਮਨ, ਬਚ, ਕਰਮ, ਮਨਸਾ ਬਾਚਾ ਕਰਮਨਾ। ਇਸ ਢੰਗ ਨਾਲ ਵੀ, ਇਸ ਰੂਪ ਵਿੱਚ ਵੀ ਇਹ ਸ਼ਬਦ ਵਰਤੇ ਗਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਤੁਸੀਂ ਵੇਖਣਾ ਕਿ ਮੇਰੇ ਮਨ ਵਿੱਚ ਫੁਰਨਾ ਆ ਰਿਹਾ ਸੀ ਕਿ ਮੈਂ ਫਲਾਣੇ ਦਾ ਮਾੜਾ ਕਰਨਾ ਹੈ, ਇਹਨੂੰ ਕਹਿੰਦੇ ਮਨਸਾ, ਕਿਉਂਕਿ ਮਨ ਵਿੱਚ ਫੁਰਨਾ ਆ ਗਿਆ। ਫਿਰ ਬਾਚਾ, ਬਚਨ, ਮੈਂ ਆਪਣੇ ਪਰਿਵਾਰ ਦੇ ਕਿਸੇ ਜੀ ਦੇ ਨਾਲ ਡਿਸਕਸ ਕੀਤਾ ਵੀ ਮੇਰੇ ਮਨ 'ਚ ਖਿਆਲ ਆਇਆ ਕਿ ਮੈਂ ਫਲਾਣੇ ਦਾ ਮਾੜਾ ਕਰਨਾ ਹੈ, ਮੈਂ ਉਹਨੂੰ ਇਹ ਸਬਕ ਸਿਖਾਵਾਂਗਾ, ਮੈਂ ਉਹਦੇ ਨਾਲ ਇਹ ਕਰਾਂਗਾ, ਇਹਨੂੰ ਕਹਿੰਦੇ ਬਾਚਾ। ਉਹਨੇ ਆਪਣੇ ਮਨ ਦੀ ਗੱਲ ਆਪਣੀ ਜ਼ੁਬਾਨ ਤੇ ਲਾਏ, ਉਹਦੇ ਵਚਨ ਮੂੰਹ ਚੋਂ ਨਿਕਲ ਆਏ। ਔਰ ਤੀਸਰਾ ਹੈ ਕਰਮਣਾ। ਹੁਣ ਰੱਬ ਦੇ ਨਿਆਏ ਔਰ ਸੰਸਾਰ ਦੇ ਨਿਆਏ ਦੇ ਵਿੱਚ, ਜਾਂ ਇੰਜ ਆਖਦੇ ਹਾਂ ਰੱਬ ਦੀ ਅਦਾਲਤ ਔਰ ਸੰਸਾਰ ਦੀਆਂ ਅਦਾਲਤਾਂ ਵਿੱਚ ਫਰਕ ਕੀ ਹੈ ਕਿ ਸੰਸਾਰ ਦੀ ਅਦਾਲਤ ਮਨਸਾ ਔਰ ਬਾਚਾ ਨੂੰ ਨਹੀਂ, ਕਰਮਣਾ ਨੂੰ ਵੇਖਦੀ ਹੈ। ਕੀ ਹੋਇਆ, ਮੈਂ ਮਨ 'ਚ ਸੋਚ ਰਿਹਾ ਹਾਂ ਘਰ ਵਿੱਚ ਬੈਠਾ ਹੋਇਆ ਮੈਂ ਫਲਾਣੇ ਦਾ ਮਾੜਾ ਕਰ ਦਿਆਂ, ਮੈਨੂੰ ਕਦੀ ਸਜ਼ਾ ਨਹੀਂ ਮਿਲੇਗੀ, ਮੇਰੇ ਤੇ ਕੋਈ ਕੇਸ ਨਹੀਂ ਹੋਏਗਾ, ਕਿਉਂਕਿ ਉਹ ਸਭ ਕੁਝ ਮੇਰੇ ਮਨ ਵਿੱਚ ਚੱਲ ਰਿਹਾ ਹੈ। ਕੀ ਹੋਇਆ, ਮੈਂ ਆਪਣੇ ਪਰਿਵਾਰ ਦੇ ਕਿਸੇ ਜੀ ਦੇ ਨਾਲ ਡਿਸਕਸ ਕੀਤਾ ਕਿ ਮੈਂ ਫਲਾਣੇ ਦਾ ਹੁਣ ਮਾੜਾ ਕਰਾਂਗਾ, ਮੈਂ ਉਹਨੂੰ ਸਬਕ ਸਿਖਾਵਾਂਗਾ, ਬਚਨਾਂ ਵਿੱਚ ਮੈਂ ਉਸ ਗੱਲ ਨੂੰ ਲੈ ਆਇਆ, ਲੇਕਿਨ ਜਦ ਤੱਕ ਮੈਂ ਉਹਨੂੰ ਕਰਮਣਾ ਨਹੀਂ ਬਣਾਵਾਂਗਾ, ਜਦ ਤੱਕ ਮੈਂ ਉਹ ਕਰਮ ਕਰਾਂਗਾ ਨਹੀਂ, ਉਦੋਂ ਤੱਕ ਮੇਰੇ ਉੱਤੇ ਕੋਈ ਕੇਸ ਨਹੀਂ ਚੱਲੇਗਾ, ਉਦੋਂ ਤੱਕ ਮੈਂ ਸੰਸਾਰ ਦੇ ਕਾਨੂੰਨ ਦੇ ਮੁਤਾਬਕ ਸਜ਼ਾ ਦਾ ਹੱਕਦਾਰ ਨਹੀਂ ਹਾਂ। ਮੈਨੂੰ ਕੋਈ ਮੁਲਜ਼ਮ ਨਹੀਂ ਕਹਿ ਸਕਦਾ, ਮੈਨੂੰ ਕੋਈ ਮੁਜਰਿਮ ਸਾਬਿਤ ਨਹੀਂ ਕਰ ਸਕਦਾ। ਇਹ ਫਰਕ ਜੇ ਸੰਸਾਰ ਔਰ ਨਿਰੰਕਾਰ ਦੇ ਵਿੱਚ। ਸੰਸਾਰ ਦਾ ਜਿਹੜਾ ਲਾਅ ਹੈ, ਜੋ ਕਾਨੂੰਨ ਹਨ, ਉਹ ਕਰਮਣਾ ਨੂੰ ਵੇਖਦੇ ਹਨ, ਜੋ ਇਹਨੇ ਕੀਤਾ, ਜੋ ਕ੍ਰਿਤ ਹੈ ਇਹਦਾ। ਪਰੰਤੂ ਪਰਮਾਤਮਾ ਕੇਵਲ ਕ੍ਰਿਤ ਨੂੰ ਨਹੀਂ ਵੇਖਦਾ ਵੀ ਇਹਨੇ ਕਿਸੇ ਦਾ ਮਾੜਾ ਕੀਤਾ, ਪਰਮਾਤਮਾ ਇਹ ਵੇਖਦਾ ਵੀ ਇਹਨੇ ਕਿਸੇ ਦਾ ਮਾੜਾ ਚਿਤਵਿਆ, ਇਹਨੇ ਕਿਸੇ ਦਾ ਮਾੜਾ ਬੋਲਿਆ। ਪਰਮਾਤਮਾ ਤੇ ਚਿਤਵਨੀ ਤੇ ਤਲ ਤੇ ਵੀ ਤੇ ਬੋਲਣ ਦੇ ਤਲ ਤੇ ਵੀ ਪਰਮਾਤਮਾ ਜੀਵਾਂ ਨੂੰ ਉਹਨਾਂ ਕਰਮਾਂ ਦਾ, ਉਹਨਾਂ ਦਾ ਫਲ ਦਿੰਦਾ ਹੈ। ਤਾਂ ਹੀ ਤੇ ਕਈ ਵਾਰ ਬੰਦੇ ਸੰਸਾਰ ਵਿੱਚ ਆਖਦੇ ਨਾ ਵੀ ਅਸੀਂ ਕਿਸੇ ਦਾ ਮਾੜਾ ਨਹੀਂ ਕੀਤਾ, ਲੇਕਿਨ ਸਾਨੂੰ ਬੜੇ ਦੁੱਖ ਮਿਲ ਰਹੇ ਹਨ। ਉਹਨਾਂ ਦੀ ਸੋਚ ਅਧੂਰੀ ਹੈ। ਮੈਂ ਕਈ ਵਾਰ, ਮੇਰੇ ਕੋਲ ਕਲਾਸ ਤੋਂ ਬਾਅਦ ਕਈ ਵਾਰ ਸੰਗਤ ਬੈਠ ਜਾਂਦੀ ਹੈ ਤੇ ਕਈ ਵਾਰ ਉਹ ਪੁੱਛਦੇ, ਕਹਿੰਦੇ ਭਾਈ ਸਾਹਿਬ ਜੀ ਇਹ ਵਾਲਾ ਜੀਵਨ ਅਸੀਂ ਵੇਖ ਰਹੇ ਹਾਂ, ਕਦੀ ਕਿਸੇ ਦਾ ਮਾੜਾ ਨਹੀਂ ਕੀਤਾ, ਕਦੀ ਕਿਸੇ ਨਾਲ ਬੁਰਾ ਨਹੀਂ ਕੀਤਾ, ਲੇਕਿਨ ਸਾਡਾ ਵੀ ਚੰਗਾ ਨਹੀਂ ਹੋ ਰਿਹਾ। ਤੇ ਮੈਂ ਕਈ ਵਾਰ ਹਾਸੇ ਵਿੱਚ ਹੀ ਉਹਨਾਂ ਨੂੰ ਪੁੱਛ ਲੈਂਦਾ ਹਾਂ ਵੀ ਕੀਤਾ ਨਹੀਂ, ਪਰ ਬੋਲਿਆ ਜ਼ਰੂਰ ਹੋਏਗਾ, ਬੋਲਿਆ ਨਹੀਂ ਤੇ ਸੋਚਿਆ ਜ਼ਰੂਰ ਹੋਏਗਾ। ਰੱਬ ਦੇ ਔਰ ਸੰਸਾਰ ਦੇ ਨਿਆਏ ਦੇ ਵਿੱਚ ਇਹੀ ਫਰਕ ਜੇ ਕਿ ਸੰਸਾਰ ਕਰਮਣਾ ਨੂੰ, ਕ੍ਰਿਤ ਨੂੰ ਵੇਖਦਾ ਹੈ ਔਰ ਕ੍ਰਿਤ ਨੂੰ ਹੀ ਸਲਾਉਂਦਾ ਹੈ, ਜਾਂ ਕ੍ਰਿਤ ਕਰਕੇ ਹੀ ਇਹਨੂੰ ਪਨਿਸ਼ਮੈਂਟ ਮਿਲਦੀ ਹੈ। ਉਸਤਤ ਨਿੰਦਾ ਕ੍ਰਿਤ ਕਰਕੇ ਹੈ, ਪਰ ਪਰਮਾਤਮਾ ਮਨਸਾ ਔਰ ਬਾਚਾ ਨੂੰ ਵੀ ਵੇਖਦਾ ਹੈ। ਮੈਂ ਸਾਰੀ ਰਾਤ ਲੇਟਿਆ ਸਾਰੀ ਰਾਤ ਬੈਠਿਆ ਸੋਚੀ ਗਿਆ ਕਿ ਫਲਾਣੇ ਦਾ ਮੈਂ ਮਾੜਾ ਕਰ ਦਿਆਂਗਾ, ਬੁਰਾ ਕਰ ਦਿਆਂਗਾ, ਉਹ ਸਾਰੇ ਮੇਰੇ ਕਰਮ ਨਾਲ ਬਣੀ ਜਾ ਰਹੇ ਹਨ। ਇਹ ਗੱਲ ਇਸ ਤਰੀਕੇ ਨਾਲ ਸਮਝਣਾ। ਇਸ ਕਰਕੇ ਮੈਂ ਬੇਨਤੀ ਕਰਾਂ, ਕਰਮਾਂ ਦਾ ਪ੍ਰਭਾਵ ਮਨਸਾ, ਬਾਚਾ ਤੇ ਕਰਮਨਾ ਤਿੰਨਾਂ ਰੂਪਾਂ ਵਿੱਚ ਸਾਡੇ ਉੱਤੇ ਪੈਂਦਾ ਹੈ। ਤਿੰਨੋਂ ਤਰੀਕਿਆਂ ਦੇ ਨਾਲ ਕਰਮ ਸਾਨੂੰ ਇਫੈਕਟ ਕਰ ਰਹੇ ਹਨ। ਇੱਕ ਵੱਖਰੀ ਗੱਲ ਹੈ, ਠੀਕ ਹੈ, ਗੁਰੂ ਦੇ ਸ਼ਬਦ ਦੀ ਜਦੋਂ ਸੋਝੀ ਹੋ ਜਾਵੇ, ਗੁਰੂ ਦਾ ਗਿਆਨ ਜਦੋਂ ਜੀਵਨ ਵਿੱਚ ਹਾਸਲ ਹੋ ਜਾਵੇ,
ਗੁਰੂ ਦੀ ਬਖਸ਼ਿਸ਼ ਜਦੋਂ ਜੀਵਨ ਵਿੱਚ ਮਿਲ ਜਾਵੇ ਤੇ ਮਨਸਾ ਬਾਚਾ ਔਰ ਕਰਮਨਾ ਤਿੰਨਾਂ ਤਲਾਂ ਵਿੱਚ ਜਦੋਂ ਸਿਮਰਨ ਆ ਜਾਂਦਾ ਹੈ ਪਰਮਾਤਮਾ ਦਾ, ਹੈ ਹੁਣੇ ਆਪ ਜੀ ਨੇ ਜਪ ਦੀ ਗੱਲ ਪੁੱਛੀ ਨਾ, ਤੇ ਬਾਚਾ ਵਿੱਚ ਬੋਲਣ ਵਿੱਚ ਪਰਮਾਤਮਾ ਦਾ ਨਾਮ ਵਾਹਿਗੁਰੂ ਵਾਹਿਗੁਰੂ ਆ ਜਾਏ ਕੇਵਲ, ਤੇ ਉਹ ਵਾਹਿਗੁਰੂ ਨੇ ਅੱਗੇ ਕਰਮਾਂ ਵਿੱਚ ਵੀ ਜਾਣਾ ਹੈ, ਉਹ ਇੱਕ ਪੁੱਲ ਹੈ ਬਾਚਾ, ਤੇ ਉਸ ਵਾਹਿਗੁਰੂ ਨੇ ਸਾਡੀ ਮਨਸਾ ਦੇ ਵਿੱਚ ਵੀ ਆ ਜਾਣਾ ਹੈ। ਵਾਹਿਗੁਰੂ ਜਿਸ ਦਿਨ ਕਰਮਾਂ ਵਿੱਚ ਆ ਗਿਆ ਔਰ ਜਿਸ ਦਿਨ ਮਨਸਾ ਵਿੱਚ ਆ ਗਿਆ, ਬਾਚਾ ਵਿੱਚ ਤੇ ਅਸੀਂ ਆਪ ਲੈ ਕੇ ਆਏ, ਬਾਣੀ ਵਿੱਚ ਅਸੀਂ ਬੋਲੀ ਵਿੱਚ ਆਪ ਲੈ ਕੇ ਆਏ, ਤੇ ਰੱਬ ਦੇ ਇਸ ਨਾਮ ਨੇ ਦੋਨੇ ਤਰੀਕੇ ਦੋਨੇ ਪੱਖ ਸਾਡੇ ਸਵਾਰ ਦੇਣੇ ਹਨ। ਮੈਂ ਇਹਨੂੰ ਹੀ ਕਈ ਵਾਰ ਸਮਝਦਾ ਹਾਂ, ਹਲਤ ਤੇ ਪਲਤ ਪਰਮਾਤਮਾ ਇਸੇ ਤਰੀਕੇ ਦੇ ਨਾਲ ਬੰਦੇ ਦਾ ਸਵਾਰਦਾ ਹੈ। ਕਰਮ, ਆਪ ਜੀ ਦਾ ਸਵਾਲ ਸੀ ਕਰਮ ਕੀ ਹਨ ਤੇ ਉਹਨਾਂ ਦਾ ਪ੍ਰਭਾਵ ਕਿਵੇਂ ਪੈਂਦਾ ਹੈ, ਕਿਵੇਂ ਪ੍ਰਭਾਵਿਤ ਕਰਦੇ ਹਨ, ਤੇ ਕਰਮ ਜੋ ਕੁਝ ਅਸੀਂ ਕਰ ਰਹੇ ਹਾਂ, ਐਕਸਪਲੇਨੇਸ਼ਨ ਦਿੱਤੀ ਹੈ, ਮਨਸਾ ਬਾਚਾ ਕਰਮ ਨਾ ਕਰਕੇ ਉਹਨੂੰ ਹੁਣ ਕੇਵਲ ਕਰਮ ਨਾਲ ਕ੍ਰਿਤ ਨਾਲ ਜੋੜ ਕੇ ਨਾ ਵੇਖਣਾ ਵੀ ਜੋ ਮੈਂ ਕੀਤਾ ਹੀ ਬਸ, ਸੋਚਿਆ ਵੀ ਜੇ ਮੈਂ ਆਪਣੀ ਬੋਲੀ ਵਿੱਚ ਵੀ ਲੈ ਕੇ ਆ ਗਿਆ ਤੇ ਇਹ ਵੀ ਮੇਰੇ ਕਰਮ ਕਰ ਕਰ ਕਰਨਾ, ਲਿਖ ਲੈ ਜਾਓ ਪਰਮਾਤਮਾ ਨੇ ਲਿਖ ਦਿੱਤੇ, ਉਹਨਾਂ ਤੱਕ ਦਾ ਪ੍ਰਭਾਵ ਸਾਡੇ ਉੱਤੇ ਪਵੇਗਾ। ਤੇ ਬਾਬਾ ਫਰੀਦ ਜੀ ਦੀ ਗੱਲ ਕਹਿ ਕੇ ਤੇ ਮੈਂ ਇਸ ਪ੍ਰਸ਼ਨ ਦਾ ਉੱਤਰ ਸਮਾਪਤ ਕਰਾਂ। ਬਾਬਾ ਜੀ ਆਖਦੇ, ਕਹਿੰਦੇ ਫਰੀਦਾ ਲੋੜੇ ਦਾਖ ਬਿਜੁਰੀਆਂ, ਕਿੱਕਰ ਬੀਜੈ ਜੱਟ ਹੰਡੈ ਉਨ ਕਤਾਏ ਦਾ ਪੈਦਾ ਲੋੜੇ ਪੱਟ। ਆਖਦੇ ਕਹਿੰਦੇ ਇਹਦਾ ਮਨ ਤੇ ਕਰਦਾ ਹੈ ਦਾਖਾਂ ਖਾਣ ਨੂੰ, ਤੁਸੀਂ ਖਜੂਰਾਂ ਸਮਝ ਲਵੋ ਵੀ ਮੈਨੂੰ ਮਿੱਠੀਆਂ ਮਿੱਠੀਆਂ ਖਜੂਰਾਂ ਮਿਲ ਜਾਣ, ਲੇਕਿਨ ਬੀਜ ਰਿਹਾ ਹੈ ਕਿੱਕਰ। ਕਿੱਕਰ ਆਪ ਸਾਰੇ ਜਾਣਦੇ ਹੋ ਨੀਮ ਦੀ ਤਰ੍ਹਾਂ ਹੀ ਕੌੜਾ ਹੁੰਦਾ ਹੈ। ਕਿੱਕਰ ਬੀਜ ਕੇ ਤੇ ਉਸ ਕਿੱਕਰ ਤੋਂ ਚਾਹੁੰਦਾ ਹੈ ਮੈਨੂੰ ਖਜੂਰਾਂ ਮਿਲ ਜਾਣ, ਇਹ ਗੈਰ ਕੁਦਰਤੀ ਹੈ। ਭੈੜੇ ਕੰਮ ਕਰਕੇ ਤੇ ਕੋਈ ਮਨੁੱਖ ਇਹ ਸੋਚੇ ਕਿ ਮੈਨੂੰ ਉਹਦਾ ਸੁੱਖ ਮਿਲ ਜਾਏ, ਸੁੱਖ ਮਿਲੇਗਾ ਥੋੜੀ ਦੇਰ ਦੇ ਲਈ, ਹੋ ਸਕਦਾ ਜੀਵਨ ਵਿੱਚ ਮਿਲ ਜਾਵੇ, ਬੰਦਾ ਸੋਚੇ ਇਸ ਕਰਮ ਕਰਕੇ ਮੈਨੂੰ ਸੁੱਖ ਮਿਲ ਗਿਆ, ਲੇਕਿਨ ਹਰ ਇੱਕ ਕਰਮ ਦਾ ਪ੍ਰਭਾਵ ਸਾਡੇ ਉੱਤੇ ਪਵੇਗਾ, ਹਰ ਇੱਕ ਕਰਮ ਦੀ ਜਵਾਬਦੇਹੀ ਸਾਨੂੰ ਰੱਬ ਅੱਗੇ ਦੇਣੀ ਪਵੇਗੀ। ਬਾਣੀ ਕਹਿੰਦੀ ਹੈ ਨਾ, ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਿਬੇਰਾ ਤੇਰੇ ਜੀ ਪਹਿਲੀ ਜੈ। ਪ੍ਰਭਾਵ ਹਰ ਕਰਮ ਦਾ ਸਾਡੇ ਉੱਤੇ ਪੈਂਦਾ ਹੈ, ਮਨਸਾ ਬਾਚਾ ਕਰਮਨਾ, ਤੇ ਜਿਹੜੇ ਸੰਚਿਤ ਕਰਮ ਹਨ ਜਦੋਂ ਉਹ ਗਠੜੀ ਖੁੱਲਦੀ ਹੈ ਉਹਨਾਂ ਵਿੱਚੋਂ ਹੀ ਫਿਰ ਪਤਾ ਲੱਗਦਾ ਹੈ ਵੀ ਅਗਲਾ ਜੀਵਨ ਸਾਨੂੰ ਕਿਵੇਂ ਮਿਲੇਗਾ। ਸਾਡਾ ਜੀਵਨ ਹਰ ਵਾਰ ਇਹ ਨਹੀਂ ਕਿ ਇਹ ਸਿੱਖੀ ਦਾ ਰੂਪ ਸਾਨੂੰ ਮਿਲੇਗਾ, ਸਿੱਖਾਂ ਦੇ ਘਰ ਹੀ, ਮੈਂ ਤੇ ਕਈ ਵਾਰ ਸੋਚਦਾ ਸਿੱਖਾਂ ਦੇ ਘਰ ਸਾਡਾ ਜਨਮ ਹੋਇਆ ਨਾ ਤੇ ਸਾਨੂੰ ਬੜੇ ਉੱਚੇ ਭਾਗ ਆਪਣੇ ਸਮਝਣੇ ਚਾਹੀਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਵਰਗਾ ਸ਼ਬਦ ਗੁਰੂ ਸਾਨੂੰ ਪ੍ਰਾਪਤ ਹੋਇਆ ਹੈ, ਤੇ ਗੁਰਸਿੱਖਾਂ ਦੀ ਸੰਗਤ ਸਾਨੂੰ ਪ੍ਰਾਪਤ ਹੋਈ ਹੈ, ਗੁਰਬਾਣੀ ਸਾਨੂੰ ਪ੍ਰਾਪਤ ਹੋਈ ਹੈ। ਜੇ ਇਸ ਵਾਰੀ ਵੀ ਅਸੀਂ ਆਪਣਾ ਜਨਮ ਅਗਰ ਨਹੀਂ ਸਵਾਰਿਆ ਤੇ ਫਿਰ ਅੱਗੇ ਬੜੀ ਉਮੀਦ ਘੱਟ, ਜੇ ਕਰਮਾਂ ਦੇ ਪ੍ਰਭਾਵ ਤੋਂ ਬਚਿਆ ਵੀ ਗੁਰਬਾਣੀ ਰਾਹੀਂ ਹੀ ਜਾਏਗਾ ਤੇ ਕਰਮਾਂ ਨੂੰ ਬਦਲਿਆ ਵੀ ਗੁਰਬਾਣੀ ਦੇ ਰਾਹੀਂ ਜਾਏਗਾ, ਸਮਝਿਆ ਵੀ ਗੁਰਬਾਣੀ ਰਾਹੀਂ ਜਾਏਗਾ। ਹਰ ਕਰਮ ਆਪਣਾ ਪ੍ਰਭਾਵ ਵੱਡਾ ਛੋਟਾ ਉਹ ਇੰਟੈਂਸਿਟੀ ਹੈ ਉਹਦੀ ਸਾਡੇ ਉੱਤੇ ਜ਼ਰੂਰ ਪਾਉਂਦਾ ਹੈ। ਮੈਂ ਫਿਰ ਬੇਨਤੀ ਕਰਾਂ, ਇਤਨੀ ਸ਼ਾਰਟ ਜੀ ਗੱਲ ਮੈਂ ਕੀਤੀ ਹੈ, ਆਪਣੇ ਆਪ ਵਿੱਚ ਇਹ ਬਹੁਤ ਵੱਡਾ ਇੱਕ ਵਿਸ਼ਾ ਹੈ। ਰੋਜ਼ ਕਈ ਵਾਰ ਸ਼ਲੋਕ ਸਿੱਖ ਪੜ੍ਹਦੇ ਨੇ, ਉਹਦੇ ਵਿੱਚ ਆਉਂਦਾ ਚੰਗਿਆਈਆਂ ਬੁਰੀਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕਿ ਨੇੜੇ ਕਿਆ ਦੂਰ। ਮਹਾਰਾਜ ਰੋਜ਼ ਅਸੀਂ ਰਿਵਾਈਂਡ ਕਰਦੇ ਹਾਂ ਇਸ ਗੱਲ ਨੂੰ, ਰੋਜ਼ ਗੱਲ ਕਰਨੇ ਆ ਇਸ ਗੱਲ ਨੂੰ, ਅਸੀਂ ਪੜ੍ਹਦੇ ਹਾਂ। ਜਿੱਥੇ ਕਿਰਪਾ ਦੀ ਗੁਰੂ ਸਾਹਿਬ ਗੱਲ ਕਰਦੇ ਨੇ, ਕਰਮ ਬੰਤੀ ਸਾਲਾਹਿਆ ਨਾਨਕ ਕਰ ਗੁਰ ਪੀਰ। ਮਤਲਬ ਕਿਆ ਗੁਰਬਾਣੀ ਵਿੱਚ ਸਾਨੂੰ ਸਮਝਾਇਆ, ਲੇਕਿਨ ਅਸੀਂ ਨਹੀਂ ਸਮਝਦੇ। ਅਸੀਂ ਜਦ ਕਰਮ ਕਰਦੇ ਹਾਂ, ਜਿਹੜੀ ਗੱਲ ਤੁਸੀਂ ਸਮਝਾਈ ਹੈ, ਸੋਚ ਵਿੱਚ ਤੇ ਅਸੀਂ ਬਹੁਤ ਮਾੜੇ ਹਾਂ, ਬੋਲ ਵਿੱਚ ਵੀ ਅਸੀਂ ਬਹੁਤ ਮਾੜੇ ਹਾਂ, ਕਰਮ ਤੋਂ ਵੀ ਮਹਾਰਾਜ ਜੀ ਸਾਨੂੰ ਬਚਾ ਲੈ, ਬਹੁਤ ਹੀ ਸਾਡੇ ਕਰਮ ਜਿਹੜੇ ਨੇ ਖਰਾਬ ਨੇ। ਵੀਰ ਜੀ ਅਗਲਾ ਸਵਾਲ, ਗੁਰੂ ਸਾਹਿਬ ਨੇ ਸਾਨੂੰ ਇੱਕ ਪੰਥ ਦੇ ਵਿੱਚ ਜੋੜਿਆ ਹੈ, ਤੇ ਸਵਾਲ ਇਹ ਆਇਆ ਹੈ ਜੀ ਕਿ ਅਸੀਂ ਇੱਕ ਪੰਥ ਹਾਂ, ਇਹਦਾ ਮਤਲਬ ਕੀ ਹੈ, ਤੇ ਪੰਥ ਦੇ ਤੌਰ ਤੇ ਹਰ ਸਿੱਖ ਦੀ ਜ਼ਿੰਮੇਵਾਰੀ ਤੇ ਉਸਦੀ ਡਿਊਟੀਜ਼ ਕੀ ਨੇ। ਵੀ ਆਰ ਅ ਪੰਥ, what does that mean and what are our roles and responsibilities towards the ਪੰਥ। ਜੀ ਇਹ ਵੀ ਉੱਤਰ ਚਲੋ ਅਸੀਂ ਜਪਜੀ ਸਾਹਿਬ ਚੋਂ ਹੀ ਪਹਿਲੇ ਲੈ ਲਈਏ, ਕਿਉਂਕਿ ਪੰਥ ਸ਼ਬਦ ਸਭ ਤੋਂ ਪਹਿਲੇ ਜਪਜੀ ਸਾਹਿਬ ਵਿੱਚ ਹੀ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਾਪਤ ਹੋਏਗਾ। ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਕਿਉਂਕਿ ਇਹ ਸਾਰੇ ਸ਼ਬਦ ਜੇ ਪਿੱਛੋਂ ਪਿਛੋਕੜ ਵੇਖਾਂਗੇ, ਬਹੁਤੇ ਸ਼ਬਦ ਸੰਸਕ੍ਰਿਤ ਚੋਂ ਆਏ ਹਨ। ਸੰਸਕ੍ਰਿਤ ਦਾ ਇੱਕ ਸ਼ਬਦ ਹੈ ਪਥ। ਪਥ ਸ਼ਬਦ
ਜਿਹਨੂੰ ਅਸੀਂ ਆਪ ਅਗਰ ਇੰਗਲਿਸ਼ ਵਿੱਚ ਵੀ ਵੇਖੋਗੇ ਤੇ ਪਾਥ ਕਹਿੰਦੇ ਹਾਂ। ਇੱਕ ਰਿਸਰਚ ਮੈਂ ਪੜ੍ਹੀ ਸੀ ਕਿਸੇ ਦੀ ਕਿ ਸੰਸਕ੍ਰਿਤ ਔਰ ਅੰਗਰੇਜ਼ੀ ਅਗਰ ਧਿਆਨ ਨਾਲ ਵੇਖੋਗੇ ਇਹਨਾਂ ਦੇ ਬਹੁਤ ਸਾਰੇ ਸ਼ਬਦ ਆਪਸ ਵਿੱਚ ਰਲਦੇ ਮਿਲਦੇ ਹਨ। ਉਹਨਾਂ ਨੇ ਠੀਕ ਹੈ ਆਪਣੇ ਤਰੀਕੇ ਨਾਲ ਰਿਸਰਚ ਕੀਤੀ ਸੀ ਜਿਵੇਂ, ਔਰ ਨਾਲ ਹੀ ਉਹਨਾਂ ਨੇ ਫਾਰਸੀ ਸ਼ਬਦ, ਅਰਬੀ ਸ਼ਬਦ ਵੀ ਲਏ ਤੇ ਇਹਨਾਂ ਸਾਰੀਆਂ ਬੋਲੀਆਂ ਨੂੰ, ਜਿਵੇਂ ਹੁਣ ਮਦਰ ਸ਼ਬਦ ਅਸੀਂ ਮਾਂ ਲਈ ਵਰਤਦੇ ਹਾਂ ਅੰਗਰੇਜ਼ੀ ਦੇ ਵਿੱਚ, ਇਸੇ ਪ੍ਰਕਾਰ ਪਦਰ ਸ਼ਬਦ ਵਰਤਿਆ ਜਾਂਦਾ, ਫਾਦਰ ਸ਼ਬਦ ਵਰਤਿਆ ਜਾਂਦਾ ਅੰਗਰੇਜ਼ੀ ਵਿੱਚ ਪਿਤਾ ਦੇ ਲਈ, ਤੇ ਫਾਰਸੀ ਔਰ ਅਰਬੀ ਵਿੱਚ ਦੇਖਾਂਗੇ ਨਾ ਮਦਰ ਮਾਦਰ ਔਰ ਫਾਦਰ ਵਾਸਤੇ ਪਦਰ ਸ਼ਬਦ ਵਰਤਿਆ ਗਿਆ। ਇਸੇ ਪ੍ਰਕਾਰ ਇਧਰ ਅਗਰ ਅਸੀਂ ਸੰਸਕ੍ਰਿਤ ਦੀ ਤਰਫ ਆ ਜਾਵਾਂਗੇ ਤੇ ਸੰਸਕ੍ਰਿਤ ਦੇ ਵਿੱਚ ਜੋ ਪੰਥ ਸ਼ਬਦ ਹੈ ਉਹ ਪਥ ਸ਼ਬਦ ਹੈ। ਪੰਥ ਸ਼ਬਦ ਪ੍ਰਾਕ੍ਰਿਤ ਬੋਲੀ ਦਾ ਸ਼ਬਦ ਹੈ, ਪ੍ਰਾਕ੍ਰਿਤ ਬੋਲੀ, ਜੋ ਕਿ ਸਮੇਂ ਦੇ ਹਿਸਾਬ ਨਾਲ ਇੱਕ ਨੈਚੁਰਲੀ ਲੋਕਾਂ ਦੇ ਵਿੱਚ ਬੋਲੀ ਆਪਣੇ ਆਪ ਪ੍ਰਚਲਿਤ ਹੋ ਗਈ, ਉਹਨੂੰ ਪ੍ਰਾਕ੍ਰਿਤ ਕਹਿੰਦੇ ਨੇ। ਹਿੰਦੀ, ਉਰਦੂ, ਪੰਜਾਬੀ ਇਹ ਸਭ ਪ੍ਰਾਕ੍ਰਿਤ ਬੋਲੀਆਂ ਹਨ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਪ੍ਰਾਕ੍ਰਿਤ ਬੋਲੀ ਆਈ ਹੈ ਉਹਦੇ ਦਰਸ਼ਨ ਸਾਨੂੰ ਜੈਤਸਰੀ ਕੀ ਵਾਰ 'ਚ, ਸ਼ਲੋਕ ਸਹਿਸਕ੍ਰਿਤੀ 'ਚ ਹੋਣਗੇ। ਤੇ ਬਹੁਤੇ ਲੋਕ ਉਹਨੂੰ ਸੰਸਕ੍ਰਿਤ ਸਮਝਣ ਦਾ ਭੁਲੇਖਾ ਕਰ ਦਿੰਦੇ ਵੀ ਇਹ ਸੰਸਕ੍ਰਿਤੀ ਦੇ ਸ਼ਲੋਕਨ ਨੇ, ਉਹ ਸਹਸਕ੍ਰਿਤੀ ਹਨ, ਉਹ ਅਲੱਗ ਇੱਕ ਚੀਜ਼ ਹੈ। ਪਥ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਪੰਥ ਰੂਪ ਵੇਖਦੇ ਹਾਂ, ਪੱਥਾ ਸ਼ਬਦ ਵੀ ਆਉਂਦਾ ਹੈ ਜੈਤਸਰੀ ਕੀ ਵਾਰ ਵਿੱਚ, ਚਾਲੇ ਪ੍ਰਭ ਪੱਥਾ। ਪੰਥ ਦਾ ਅਖਰੀ ਅਰਥ ਜੇ ਮਾਰਗ, ਰਸਤਾ। ਹੁਣ ਰਸਤਾ ਤੁਰਨ ਵਾਸਤੇ ਹੁੰਦਾ ਹੈ, ਰਸਤਾ ਬਣ ਚੁੱਕਿਆ ਹੈ। ਆਪ ਦੇਖਣਾ ਜਿਸ ਘਰ ਵਿੱਚ ਅਸੀਂ ਰਹਿ ਰਹੇ ਹਾਂ ਉਸ ਘਰ ਦੇ ਗੇਟ ਦੇ ਬਿਲਕੁਲ ਨਾਲ ਇੱਕ ਰਸਤਾ ਹੋਏਗਾ, ਲੇਕਿਨ ਉਹ ਰਸਤਾ ਸਾਨੂੰ ਕਿਧਰੇ ਬਹੁਤ ਦੂਰ ਤੱਕ ਨਹੀਂ ਲੈ ਜਾ ਪਾਏਗਾ। ਜੇ ਅਸੀਂ ਕਿਸੇ ਗਲੀ ਜਾਂ ਮਹੱਲੇ ਵਿੱਚ ਰਹਿੰਦੇ ਹਾਂ ਤੇ ਉਹ ਛੋਟਾ ਜਿਹਾ ਰਸਤਾ ਗਲੀ ਔਰ ਮਹੱਲੇ ਤੱਕ ਸੀਮਿਤ ਰਹੇਗਾ, ਲੇਕਿਨ ਉਹ ਰਸਤਾ ਸਾਨੂੰ ਇੱਕ ਹੋਰ ਵੱਡੇ ਰਸਤੇ ਨਾਲ ਜੋੜ ਦੇਵੇਗਾ ਜੋ ਕਈ ਹੋਰ ਉਹ ਜਿਹੀਆਂ ਕਲੋਨੀਆਂ ਨੂੰ ਜਾਂ ਮੁਹੱਲਿਆਂ ਨੂੰ ਕਨੈਕਟ ਕਰ ਰਿਹਾ ਹੋਵੇਗਾ। ਉਸ ਤੋਂ ਬਾਅਦ ਅਸੀਂ ਵੇਖਾਂਗੇ ਜਿਹੜਾ ਰਸਤਾ ਕਲੋਨੀ ਦਾ ਅਸੀਂ ਛੱਡਿਆ ਸੀ ਉਹ ਅੱਗੇ ਜਾ ਕੇ ਸ਼ਹਿਰ ਦੀ ਜਾਂ ਕਿਸੇ ਸ਼ਹਿਰ ਦੇ ਕਿਸੇ ਹਿੱਸੇ ਦੀ ਕਿਸੇ ਇੱਕ ਥੋੜੀ ਹੋਰ ਵੱਡੀ ਸੜਕ ਦੇ ਨਾਲ ਕਨੈਕਟ ਹੋ ਜਾਵੇਗਾ। ਉਹ ਜਿਹੜੀ ਸੜਕ ਹੈ ਸ਼ਹਿਰ ਦੀ ਕਿਸੇ ਮੇਨ ਸੜਕ ਦੇ ਨਾਲ ਕਨੈਕਟ ਹੋਵੇਗੀ। ਉਹ ਮੇਨ ਸੜਕ ਜਾ ਕੇ ਫਿਰ ਸਟੇਟ ਦੀ ਕਿਸੇ ਸੜਕ ਨਾਲ ਕਨੈਕਟ ਹੋਵੇਗੀ। ਇਸ ਤਰ੍ਹਾਂ ਜਾ ਕੇ ਉਹ ਸੜਕ ਕਿਸੇ ਹਾਈਵੇ ਨਾਲ ਕਨੈਕਟ ਹੋ ਜਾਵੇਗੀ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਪੰਥ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਵਰਤਿਆ ਤੇ ਉੱਥੇ ਨਾਲ ਹੀ ਇੱਕ ਗੱਲ ਸਤਿਗੁਰੂ ਜੀ ਨੇ ਅੱਗੇ ਸੰਕੇਤਿਕ ਦਿੱਤੀ, ਮੰਨੈ ਧਰਮ ਸੇਤੀ ਸੰਬੰਧ। ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਇੱਥੇ ਕਈ ਪੰਥ ਚੱਲ ਰਹੇ ਸਨ। ਅਗਰ ਅਸੀਂ ਧਿਆਨ ਨਾਲ ਜਪਜੀ ਸਾਹਿਬ ਪੜਾਂਗੇ ਤੇ ਉੱਥੇ ਇੱਕ ਬਚਨ ਆਉਂਦਾ ਹੈ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ। ਹੁਣ ਆਈ ਪੰਥੀ, ਉਹ ਪੰਥ, ਪੰਥ ਦਾ ਮਤਲਬ ਰਸਤਾ, ਫਿਰਕਾ ਕਹਿ ਲਓ, ਚਲੋ ਮਾਰਗ ਕਹਿ ਲਓ ਤੁਸੀਂ। ਉਹ ਰਸਤਾ ਜਿਹੜਾ ਜੋਗੀਆਂ ਦੇ ਪੰਥ ਦੇ ਵਿੱਚ, ਭਾਵ ਜੋਗ ਮਤ ਦੇ ਵਿੱਚ ਸਭ ਤੋਂ ਉੱਚਾ ਹੈ। ਜੋਗ ਮਤ ਵਿੱਚ ਕੁੱਲ 12 ਪੰਥ ਹਨ, 12 ਪੰਥ, ਕਾਂਕੜ, ਪਾਗਲ, ਆਈ ਇਤਿਆਦ, ਇਹ 12 ਜਿਹੜੇ ਪੰਥ ਹਨ ਜੋਗ ਮਤ ਦੇ ਵਿੱਚ ਸਾਨੂੰ ਪੜਨ ਵਾਸਤੇ ਮਿਲਦੇ ਹਨ, ਜਿਨ੍ਹਾਂ ਵਿੱਚ ਸਭ ਤੋਂ ਉੱਚਾ ਪੰਥ, ਰਸਤਾ ਜਾਂ ਜਮਾਤ ਕਹਿ ਲਈਏ, ਉਹ ਆਈ ਪੰਥੀ ਮੰਨਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਕੀ ਵੇਖਿਆ ਕਿ ਪੰਥ ਦੇ ਨਾਮ ਦੇ ਉੱਤੇ ਲੋਕ ਵੰਡੇ ਹੋਏ ਹਨ, ਵਿਤਕਰੇ ਪਾ ਕੇ ਬੈਠੇ ਹੋਏ ਹਨ, ਬਲਕਿ ਇੱਕ ਮਤ ਦੇ ਵਿੱਚ ਕਈ ਪੰਥ ਬਣ ਗਏ, ਜਿਸ ਕਰਕੇ ਲੋਕ ਇੱਕ ਮਤ ਦੇ ਵਿੱਚ ਰਹਿ ਕੇ ਵੀ ਤੇ ਖੇਰੂ ਹੋ ਗਏ, ਉਹਨਾਂ ਦੀ ਵਿਚਾਰਧਾਰਾ ਨਹੀਂ ਮਿਲਦੀ। ਇਹਦਾ ਇੱਕ ਸਰਲ ਉਦਾਹਰਨ ਤੁਸੀਂ ਵੇਖੋ, ਸਨਾਤਨ ਮਤ ਵਿੱਚ, ਜਿਹਨੂੰ ਅਸੀਂ ਹਿੰਦੂਇਜ਼ਮ ਕਹਿੰਦੇ ਹਾਂ। ਸਨਾਤਨ ਮਤ ਦੇ ਵਿੱਚ ਜੇ ਤੁਸੀਂ ਹੁਣ ਕਿਸੇ ਨੂੰ ਕਹੋ ਨਾ ਕਿ ਬਈ ਮਾਲਾ ਜਪੋ ਤੁਸੀਂ, ਤੇ ਸਨਾਤਨ ਮਤ ਦੇ ਵਿੱਚ ਮਾਲਾ ਇੱਕ ਪ੍ਰਕਾਰ ਦੀ ਨਹੀਂ ਹੈ। ਕੋਈ ਮੋਤੀਆਂ ਦੀ ਮਾਲਾ ਜਪਣੀ ਸ਼ੁਰੂ ਕਰ ਦੇਵੇਗਾ, ਕੋਈ ਕਾਠ ਦੀ ਮਾਲਾ ਜਪਣੀ ਸ਼ੁਰੂ ਕਰ ਦੇਵੇਗਾ, ਕੋਈ ਰੁਦਰਾਕਸ਼ ਦੀ ਮਾਲਾ ਜਪਣੀ ਸ਼ੁਰੂ ਕਰ ਦੇਵੇਗਾ, ਕੋਈ ਤੁਲਸੀ ਦੀ ਮਾਲਾ ਫੇਰਨੀ ਸ਼ੁਰੂ ਕਰ ਦੇਵੇਗਾ। ਕੱਲਾ ਮਾਲਾ ਸ਼ਬਦ ਤੁਸੀਂ ਲੈ ਲਿਆ ਤੇ ਉਹਦੇ ਵਿੱਚ ਮਾਲਾ ਕਿਤਨੇ ਪ੍ਰਕਾਰ ਦੀ ਆ ਗਈ। ਹੁਣ ਦੂਸਰੀ ਗੱਲ ਲੈ ਲਓ ਵੀ ਤਿਲਕ ਲਗਾਓ, ਤਿਲਕ ਵੀ ਇੱਕੋ ਜਿਹੇ ਨਹੀਂ, ਕੋਈ ਇੰਜ 3 ਲਕੀਰਾਂ ਆਪਣੇ ਮੱਥੇ ਤੇ ਲਾ ਰਿਹਾ ਹੈ, ਕੋਈ ਇੰਜ ਯੂ ਬਣਾ ਰਿਹਾ ਹੈ, ਕੋਈ ਇੰਜ ਟੀਕਾ ਲਾ ਰਿਹਾ ਹੈ, ਕੋਈ ਸਿੱਧਾ ਤਿਲਕ ਲਾ ਰਿਹਾ ਹੈ। ਕਹਿ ਸਾਰੇ ਤਿਲਕ ਰਹੇ ਹਨ, ਲੇਕਿਨ ਇਹਨਾਂ ਵਿੱਚ ਭੇਦ ਆ ਗਿਆ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਵੇਖਿਆ ਕਿ ਸੰਸਾਰ, ਖਾਸ ਤੌਰ ਤੇ ਭਾਰਤ ਵਰਸ਼, ਕਿਉਂਕਿ ਇੱਥੇ ਸਤਿਗੁਰੂ ਦਾ ਆਗਮਨ ਹੋਇਆ,
ਧਰਮ ਦੇ ਨਾਮ ਦੇ ਉੱਤੇ ਉਹਨੇ ਬਹੁਤ ਸਾਰੇ ਪੰਥ, ਬਹੁਤ ਸਾਰੇ ਪਗਡੰਡੀਆਂ, ਬਹੁਤ ਸਾਰੀਆਂ ਛੋਟੀਆਂ ਛੋਟੀਆਂ ਸੜਕਾਂ ਬਣਾ ਲਈਆਂ, ਜਿਹੜੀਆਂ ਉਹਨੂੰ ਕਿਧਰੇ ਪਹੁੰਚਾ ਨਹੀਂ ਸਕਦੀਆਂ ਕਿਸੇ ਮੰਜ਼ਿਲ ਦੇ ਉੱਤੇ। ਬਸ ਉਹਨਾਂ ਦੇ ਉੱਤੇ ਤੁਰ ਤੁਰ ਕੇ ਉਹ ਆਪਣਾ ਜੀਵਨ ਵਿਅਰਥ ਕਰ ਰਿਹਾ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਆਖਦੇ, ਕਹਿੰਦੇ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਨੇ ਸੰਸਾਰ ਦੇ ਵਿੱਚ ਇੱਕ ਪੰਥ ਦੀ ਸਥਾਪਨਾ ਕੀਤੀ। ਇੱਥੇ ਹੁਣ ਇਹ ਨਾ ਸਮਝਣਾ ਕਿ ਗੁਰੂ ਨਾਨਕ ਦਾ ਚਲਾਇਆ ਹੋਇਆ ਪੰਥ ਆਮ ਰਸਤਿਆਂ ਦੀ ਤਰ੍ਹਾਂ ਹੈ, ਆਮ ਜਿਵੇਂ ਸੰਸਾਰ ਵਿੱਚ ਪਹਿਲੇ ਜੀ ਪੰਥ ਚੱਲ ਰਹੇ ਸਨ ਉਸੇ ਤਰ੍ਹਾਂ ਇਹ ਪੰਥ ਹੈ। ਨਹੀਂ, ਇਹ ਪੰਥ ਐਸਾ ਰਸਤਾ ਹੈ, ਐਸਾ ਮਾਰਗ ਹੈ ਜਿਹੜਾ ਸਾਨੂੰ ਸਿੱਧਾ ਪਰਮਾਤਮਾ ਦੇ ਨਾਲ ਜੋੜ ਦਿੰਦਾ ਹੈ, ਸਿੱਧਾ ਰੱਬ ਦੇ ਘਰ ਤੱਕ ਜਾਉਂਦਾ ਹੈ। ਇੰਜ ਬੇਨਤੀ ਕਰਦੇ ਹਾਂ, ਇਸ ਇੱਕ ਐਗਜ਼ਾਮਪਲ ਸਮਝ ਲਓ। ਤੁਸੀਂ ਹਰਮੰਦਰ ਸਾਹਿਬ ਜਾਣਾ ਹੋਵੇ, ਦਰਬਾਰ ਸਾਹਿਬ, ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਸੀਂ ਆਖਦੇ ਹਾਂ, ਤੇ ਆਪਣੇ ਘਰੋਂ, ਅਸੀਂ ਦੇਹਰਾਦੂਨ ਰਹਿੰਦੇ ਹਾਂ, ਇੱਥੇ ਦੀ ਐਗਜ਼ਾਮਪਲ ਹੀ ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਜੇ ਦੇਹਰਾਦੂਨ ਤੋਂ ਅਸੀਂ ਹਰਮੰਦਰ ਸਾਹਿਬ ਜਾਣਾ ਹੈ, ਤੇ ਜਿਵੇਂ ਹੁਣੇ ਬੇਨਤੀ ਕੀਤੀ ਨਾ ਕਿ ਤੁਸੀਂ ਸਭ ਤੋਂ ਪਹਿਲੇ ਆਪਣੇ ਘਰ ਦੇ ਵਿੱਚੋਂ ਨਿਕਲੋਗੇ, ਘਰ ਦਾ ਵਿਹੜਾ ਛੱਡੋਗੇ, ਵਿਹੜੇ ਤੋਂ ਬਾਅਦ ਜਿਹੜੀ ਸੜਕ ਤੁਹਾਡੇ ਘਰ ਦੇ ਨਾਲ ਬਿਲਕੁਲ ਜਾ ਰਹੀ ਹੈ, ਉਸ ਸੜਕ ਨੂੰ ਛੱਡੋਗੇ, ਉਸ ਤੋਂ ਬਾਅਦ ਕਿਸੇ ਹੋਰ ਵੱਡੀ ਸੜਕ ਤੇ ਪਵੋਗੇ ਜਿਹੜੀ ਥੋੜੀ ਹੋਰ ਦੂਰ ਜਾਏਗੀ। ਉਹ ਸਾਰੀਆਂ ਸੜਕਾਂ ਇੱਕ ਵੇਲੇ ਲਿਜਾ ਕੇ ਤੁਹਾਨੂੰ NH1 ਦੇ ਨਾਲ ਜੋੜ ਦੇਣਗੀਆਂ, GT ਰੋਡ ਜਿਹਨੂੰ ਅਸੀਂ ਆਖਦੇ ਹਾਂ। ਉਹ ਸੜਕ ਜਿਹੜੀ ਸਿੱਧੀ ਦਰਬਾਰ ਸਾਹਿਬ, ਹਰਮੰਦਰ ਸਾਹਿਬ, ਅੰਮ੍ਰਿਤਸਰ ਤੁਹਾਨੂੰ ਲੈ ਜਾਵੇਗੀ। ਗੁਰੂ ਨਾਨਕ ਨੇ ਸਾਨੂੰ ਜਿਹੜਾ ਪੰਥ ਦਿੱਤਾ ਹੈ, ਕਿਉਂਕਿ ਬਹੁਤੇ ਲੋਕਾਂ ਦਾ ਭੁਲੇਖਾ ਹੈ ਜੀਵਨ ਦੇ ਵਿੱਚ ਕਿ ਪੰਥ ਸ਼ਬਦ ਜਦੋਂ ਆਏਗਾ ਤਾਂ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਨੀ ਹੈ, ਬਸ। ਐਸਾ ਜ਼ਿਕਰ ਨਹੀਂ ਹੈ। ਭਾਈ ਗੁਰਦਾਸ ਜੀ ਦੀ ਮੈਂ ਪੰਕਤੀ ਹੁਣੇ ਕੋਟ ਕੀਤੀ, ਸਭ ਤੋਂ ਪਹਿਲੇ ਭਾਈ ਗੁਰਦਾਸ ਜੀ ਆਖਦੇ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਪੰਥ ਦੀ ਸਥਾਪਨਾ ਤੇ ਗੁਰੂ ਨਾਨਕ ਨੇ ਆਪ ਕੀਤੀ ਹੈ, ਗੁਰੂ ਨਾਨਕ ਨੇ ਚਲਾਇਆ ਹੈ ਪੰਥ। ਤੇ ਇਹ ਪੰਥ ਕੈਸਾ ਹੈ? ਇਹ ਪੰਥ ਹੈ, ਇਸ ਪੰਥ ਦੇ ਉੱਤੇ ਬੱਚਾ ਤੁਰੇ, ਵੱਡਾ ਤੁਰੇ, ਇਸਤਰੀ ਤੁਰੇ, ਸੋ ਕਾਲਡ ਅਖੌਤੀ ਜਿਹਨੂੰ ਨੀਵੀਂ ਜਾਤ ਵਾਲਾ ਕਹਿੰਦੇ ਸਨ, ਉਹ ਤੁਰੇ, ਅਮੀਰ ਤੁਰੇ, ਗਰੀਬ ਤੁਰੇ। ਇਹ ਪੰਥ ਸਾਰਿਆਂ ਨੂੰ ਪਰਮਾਤਮਾ ਦੇ ਘਰ ਤੱਕ, ਪਰਮਾਤਮਾ ਦੇ ਦੇਸ਼ ਤੱਕ ਇਹ ਪੰਥ ਲਿਜਾਣ ਦੀ ਇਸ ਪੰਥ ਵਿੱਚ ਤਾਕਤ ਹੈ। ਇਸ ਪੰਥ ਤੇ ਤੁਰਨ ਵਾਲਾ ਪੰਥੀ ਪਰਮਾਤਮਾ ਦੇ ਘਰ ਤੱਕ ਪਹੁੰਚ ਜਾਵੇਗਾ। ਹੁਣ ਮੈਂ ਬੇਨਤੀ ਕਰਾਂ ਆਪ ਜੀ ਦਾ ਪ੍ਰਸ਼ਨ ਦਾ ਜਿਹੜਾ ਦੂਸਰਾ ਪੱਖ ਸੀ ਕਿ ਸਾਡੀਆਂ ਜ਼ਿੰਮੇਵਾਰੀਆਂ ਕੀ ਹਨ। ਪੰਥ ਆਪ ਨੂੰ ਸਮਝ ਆ ਗਿਆ ਕਿ ਰਸਤਾ ਹੈ, ਇਹਨੂੰ ਹੋਰ ਸੌਖਾ ਮੈਂ ਆਖਦੇ ਹਾਂ ਕਿ ਇੱਕ ਵੇ ਆਫ ਲਾਈਫ ਹੈ, ਇੱਕ ਜੀਵਨ ਜਿਉਣ ਦਾ ਢੰਗ ਹੈ। ਉਹ ਰਸਤਾ ਅਪਣਾਉਣਾ ਹੈ ਜਿਹੜਾ ਰਸਤਾ ਸਾਡੇ ਗੁਰੂ ਨੇ ਸਾਨੂੰ ਦੱਸਿਆ ਹੈ। ਹੁਣ ਸਾਡੀਆਂ ਜ਼ਿੰਮੇਵਾਰੀਆਂ ਕੀ ਹਨ? ਭਾਈ ਗੁਰਦਾਸ ਜੀ ਨੇ ਇੱਕ ਗੱਲ ਹੋਰ ਆਪਣੇ ਸਵਈਆਂ ਦੇ ਵਿੱਚ, ਹਾਂ, ਕਵਿਤ ਸਵਈਆਂ ਦੇ ਵਿੱਚ ਉਚਾਰਨ ਕੀਤੀ ਹੈ, ਪੁੱਛਤ ਪਥਿਕ ਤੇ ਮਾਰਗ ਨਾ ਧਰੈ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਜਾਈਐ। ਬੰਦਾ ਚਾਹੁੰਦਾ ਹੈ ਹਰਮੰਦਰ ਸਾਹਿਬ ਜਾਵਾਂ, ਲੋਕਾਂ ਕੋਲੋਂ ਪੁੱਛ ਰਿਹਾ ਹੈ ਆਪਣੇ ਘਰ ਵਿੱਚ ਫੋਨ ਕਰ ਕਰਕੇ, ਬਈ ਮੈਂ ਹਰਮੰਦਰ ਸਾਹਿਬ ਜਾਣਾ, ਕਿਵੇਂ ਜਾਵਾਂ, ਕਿਵੇਂ ਜਾਵਾਂ। ਲੋਕ ਦੱਸਦੇ ਵੀ ਇੰਜ ਗੱਡੀ ਤੇ ਚਲਾ ਜਾ, ਇੰਜ ਚਲਾ ਜਾ, ਲੇਕਿਨ ਜਾਣ ਵਾਸਤੇ ਤਿਆਰ ਨਹੀਂ, ਘਰ ਨੂੰ ਛੱਡਣ ਵਾਸਤੇ ਤਿਆਰ ਕੋਈ ਨਹੀਂ। ਬੰਦਾ ਜਿਤਨੇ ਮਰਜ਼ੀ ਰਸਤੇ ਪੁੱਛ ਲਵੇ, ਕਦੀ ਵੀ ਉਹ ਆਪਣੀ ਮੰਜ਼ਿਲ ਤੱਕ, ਜਿਵੇਂ ਹਰਮੰਦਰ ਸਾਹਿਬ ਆਖ ਦਈਏ, ਸੱਚਖੰਡ ਆਖ ਦਈਏ, ਚਲੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉੱਥੇ ਤੱਕ ਜਾਣਾ ਹੈ, ਰਸਤੇ ਪੁੱਛੀ ਜਾਵੇ, ਸੈਂਕੜੇ ਲੋਕਾਂ ਕੋਲੋਂ ਪੁੱਛ ਲਵੇ, ਮਾਰਗ ਦਾ ਗਿਆਨੀ ਬਣ ਜਾਵੇ, ਲੇਕਿਨ ਅਗਰ ਉਸ ਮਾਰਗ ਦੇ ਉੱਤੇ ਤੁਰ ਨਹੀਂ ਰਿਹਾ, ਚੱਲ ਨਹੀਂ ਰਿਹਾ ਉਸ ਮਾਰਗ ਦੇ ਉੱਤੇ, ਭਾਈ ਸਾਹਿਬ ਆਖਦੇ, ਕਹਿੰਦੇ, ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸਜਾਈਐ। ਤੇ ਕਿਵੇਂ ਗੱਲਾਂ ਨਾਲ ਤੇ ਕੋਈ ਪਹੁੰਚ ਨਹੀਂ ਸਕਦਾ। ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੀ ਪੰਥ ਦੇ ਪ੍ਰਤੀ, ਮੈਂ ਫਿਰ ਬੇਨਤੀ ਕਰਾਂ, ਮੈਂ ਗੁਰਬਾਣੀ 'ਚ ਉੱਤਰ ਦੇ ਰਿਹਾ ਹਾਂ, ਉਹ ਇੱਕ ਫਿਕਸ ਸੋਚ ਹੈ ਨਾ ਪੰਥ ਦਾ ਮਤਲਬ ਜੀ ਪੰਥ ਕੀ ਜੀਤ, ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜ ਕੇ ਵੇਖਣਾ ਨਹੀਂ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੈ। ਹਰ ਸਿੱਖ ਦੀ ਇਹ ਡਿਊਟੀ ਹੈ, ਹਰ ਸਿੱਖ ਦਾ ਇਹ ਫਰਜ਼ ਹੈ ਕਿ ਜੋ ਰਸਤਾ ਗੁਰੂ ਨਾਨਕ ਨੇ ਸਾਨੂੰ ਦੱਸਿਆ ਹੈ, ਉਸ ਰਸਤੇ ਦੇ ਉੱਤੇ ਅਸੀਂ ਮੋਹ ਦਾ ਤਿਆਗ ਕਰਕੇ ਤੁਰੀਏ। ਸਾਡੇ ਜੀਵਨ ਵਿੱਚ ਪਕੜ, ਸਾਡੇ ਜੀਵਨ ਵਿੱਚ ਮੋਹ ਤੋਂ ਰਹਿਤ ਹੋ ਕੇ ਜੇਕਰ ਅਸੀਂ ਉਸ ਰਸਤੇ ਦੇ ਉੱਤੇ ਤੁਰਨਾ ਸ਼ੁਰੂ ਕਰ ਦਿਆਂਗੇ, ਅਸੀਂ ਆਪਣੀ ਬਹੁਤ ਵੱਡੀ ਜ਼ਿੰਮੇਵਾਰੀ ਵਿੱਚ ਉਸ ਜ਼ਿੰਮੇਵਾਰੀ ਦਾ ਪਹਿਲਾ ਪੱਖ ਅਸੀਂ ਪੂਰਾ ਕਰ ਲਿਆ। ਹੁਣ ਤੁਸੀਂ ਇਹ ਗੱਲ ਵੇਖਣਾ ਕਿ ਜਿਸ ਵੇਲੇ ਕੋਈ ਰਸਤੇ ਦੇ ਉੱਤੇ ਤੁਰਦਾ ਹੈ ਨਾ, ਤੁਰਨ ਵਾਲੇ ਦੇ ਹਰ ਇੱਕ ਮੁਸਾਫਰ ਦੇ ਤਜਰਬੇ ਵੱਖ-ਵੱਖ ਹੋਣਗੇ। ਸਮੱਸਿਆ ਕਿੱਥੇ ਆ ਜਾਂਦੀ ਹੈ? ਜਿਸ ਵੇਲੇ ਕੋਈ ਧਰਮ ਦੇ ਮਾਰਗ ਦੇ ਉੱਤੇ ਤੁਰਨਾ ਸ਼ੁਰੂ ਕਰ ਦਿੰਦਾ, ਜਿਹਨੂੰ ਅਸੀਂ ਪੰਥ ਆਖ ਰਹੇ ਹਾਂ, ਮੰਨਿਆ ਧਰਮ ਸੇਤੀ ਸੰਬੰਧ। ਜਦੋਂ ਧਰਮ ਦੇ ਮਾਰਗ ਦੇ ਉੱਤੇ ਕੋਈ ਤੁਰਨਾ ਸ਼ੁਰੂ ਕਰ ਦਿੰਦਾ ਹੈ ਤੇ ਬਹੁਤੇ ਲੋਕ ਨਾ ਉਹਨੂੰ ਪੁੱਛਣਾ ਸ਼ੁਰੂ ਕਰ ਦਿੰਦੇ ਵੀ ਤੇਰਾ ਐਕਸਪੀਰੀਅੰਸ ਕੀ ਹੈ।
ਹੁਣ ਤੁਸੀਂ ਇਹਨੂੰ ਸਮਝ ਲੈਣਾ ਕਿ ਤੁਸੀਂ ਹਰਿਮੰਦਰ ਸਾਹਿਬ ਜਾ ਰਹੇ ਹੋ ਤੇ ਆਪਣੀ ਕਾਰ ਵਿੱਚ ਜਾ ਰਹੇ ਹੋ, ਡਰਾਈਵ ਤੁਸੀਂ ਖੁਦ ਕਰ ਰਹੇ ਹੋ, ਤੇ ਜ਼ਰੂਰੀ ਨਹੀਂ ਜੋ ਪਹਿਲੇ ਵਾਲੇ ਬੰਦੇ ਨੇ ਜਾਂ ਕਿਸੇ ਰਿਸ਼ਤੇਦਾਰ ਨੇ ਜਿਵੇਂ ਡਰਾਈਵ ਕੀਤੀ ਸੀ ਤੁਸੀਂ ਉਸੇ ਤਰ੍ਹਾਂ ਡਰਾਈਵ ਕਰੋਗੇ, ਉਸੇ ਗੱਡੀ ਵਿੱਚ ਜਾਓਗੇ, ਜਾਂ ਉਹ ਚੀਜ਼ਾਂ ਤੁਹਾਨੂੰ ਆਸ-ਪਾਸ ਨਜ਼ਰ ਆਣਗੀਆਂ। ਤੁਹਾਡਾ ਨਜ਼ਰੀਆ, ਆਲੇ ਦੁਆਲੇ ਵੇਖਣਾ, ਕਿਤਨੀ ਤੁਹਾਡੀ ਉੱਥੇ ਇਕਾਗਰਤਾ ਹੈ, ਸਭ ਕੁਝ ਵੱਖ ਹੋਏਗਾ। ਰਸਤਾ ਉਹੀ ਹੈ, ਲੇਕਿਨ ਰਸਤੇ ਦੇ ਉੱਤੇ ਤੁਰਨ ਵਾਲੇ ਦੇ ਐਕਸਪੀਰੀਐਂਸਿਸ, ਤਜਰਬੇ ਵੱਖ ਹੋਣਗੇ, ਗਿਆਨ ਵੱਖ ਹੋਏਗਾ ਹਰ ਇਨਸਾਨ ਦਾ। ਇਹ ਤੇ ਕਾਰਨ ਹੈ ਨਾ, ਅਸੀਂ ਸਾਰੇ ਭਾਵੇਂ ਹੈ ਸਿੱਖ, ਲੇਕਿਨ ਸਾਡਾ ਸਾਰਿਆਂ ਦਾ ਜੋ ਤਜਰਬਾ ਹੈ, ਗਿਆਨ ਹੈ, ਐਕਸਪੀਰੀਐਂਸਿਸ ਹਨ, ਉਹ ਸਾਰਿਆਂ ਦੇ ਬਿਲਕੁਲ ਵੱਖਰੇ ਵੱਖਰੇ ਹਨ। ਤੇ ਮੈਂ ਇੱਕ ਗੱਲ ਸਮਝੀ ਹੈ ਆਪਣੇ ਜੀਵਨ ਦੇ ਵਿੱਚ ਕਿ ਸਾਨੂੰ ਸਾਰਿਆਂ ਦੇ ਤਜਰਬੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਭਾਵੇਂ ਕਿਸੇ ਨੇ ਠੀਕ ਹੈ ਥੋੜਾ ਤਜਰਬਾ ਲਿਆ ਇਸ ਰਸਤੇ ਤੇ ਤੁਰ ਕੇ, ਤੇ ਕਿਸੇ ਨੂੰ ਬਹੁਤ ਤਜਰਬਾ ਹੋ ਗਿਆ, ਬਹੁਤ ਗਿਆਨ, ਬੜੀ ਸੋਝੀ ਉਹਨੂੰ ਆ ਗਈ। ਮੈਂ ਬੇਨਤੀ ਕਰਾਂ ਕਿ ਸਾਰਿਆਂ ਨੂੰ ਸਾਨੂੰ ਸਤਿਕਾਰ ਦੀ ਦ੍ਰਿਸ਼ਟੀ ਨਾਲ ਵੇਖਣਾ ਚਾਹੀਦਾ ਹੈ। ਪੰਥ ਦੇ ਰਸਤੇ ਉੱਤੇ ਤੁਰਨ ਦੀ ਇੱਕ ਇਹ ਵੀ ਜ਼ਿੰਮੇਵਾਰੀ ਹੈ। ਹੁਣ ਇਹਦਾ ਮੈਂ ਇੱਕ ਰੂਪ ਲੈ ਆਵਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੋੜ ਕੇ ਜ਼ਰੂਰ ਵੇਖਾਂਗਾ, ਕਿਉਂਕਿ ਗੱਲ ਅਧੂਰੀ ਰਹੇਗੀ ਜੇ ਉੱਥੇ ਨਾਲ ਅਸੀਂ ਇਹ ਚੀਜ਼ ਨਾ ਜੋੜੀ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ 230 ਸਾਲਾਂ ਤੋਂ ਬਾਅਦ 1469 ਈਸਵੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਆਏ, ਤੇ 1699 ਈਸਵੀ ਵਿੱਚ ਆਪ ਗਿਣ ਕੇ ਵੇਖਣਾ 230 ਸਾਲ ਦਾ ਸਮਾਂ ਹੈ। 230 ਸਾਲ ਦੇ ਸਮੇਂ ਤੋਂ ਬਾਅਦ ਗੁਰੂ ਨਾਨਕ ਨੇ ਜੋ ਨਾਨਕ ਨਿਰਮਲ ਪੰਥ ਚਲਾਇਆ ਸੀ, ਜਿਹੜੇ ਇਸ ਰਸਤੇ ਤੇ ਤੁਰਨ ਵਾਲੇ ਸਨ ਉਹਨਾਂ ਦੀ ਪ੍ਰੀਖਿਆ ਲਈ। ਪ੍ਰੀਖਿਆ ਕਿੱਥੇ ਲਈ ਗਈ? ਸਾਡਾ ਪਰਚਾ ਕਿੱਥੇ ਹੋਇਆ? ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਉਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੀਸ ਦੀ ਮੰਗ ਕੀਤੀ ਵੀ ਮੈਨੂੰ ਸੀਸ ਦੀ ਲੋੜ ਹੈ। ਇਤਿਹਾਸ ਕਹਿੰਦਾ ਇੱਕ ਇੱਕ ਕਰਕੇ 5 ਸੀਸ ਲਏ। ਜਿਨ੍ਹਾਂ ਨੇ ਸੀਸ ਦੇ ਦਿੱਤਾ ਉਹਨਾਂ ਨੂੰ ਪਿਆਰੇ ਦੀ ਸਤਿਗੁਰੂ ਜੀ ਨੇ ਪਦਵੀ ਸੌਂਪ ਦਿੱਤੀ ਬਈ ਤੁਸੀਂ ਮੈਨੂੰ ਬਹੁਤ ਪਿਆਰੇ ਹੋ। ਤੇ ਅੱਜ ਵੀ ਜਦੋਂ ਅਸੀਂ ਅਰਦਾਸ ਕਰਦੇ ਹਾਂ ਤੇ ਅਸੀਂ ਅਰਦਾਸ ਦੇ ਵਿੱਚ ਗੁਰੂ ਸਾਹਿਬਾਨ ਤੋਂ ਬਾਅਦ 5 ਪਿਆਰਿਆਂ ਦਾ ਨਾਮ ਸਭ ਤੋਂ ਪਹਿਲੇ ਲੈਂਦੇ ਹਾਂ। ਗੁਰੂ ਕੇ ਸਾਹਿਬਜ਼ਾਦਿਆਂ ਦਾ ਨਾਮ ਵੀ ਅਸੀਂ ਬਾਅਦ ਵਿੱਚ ਲੈਂਦੇ ਹਾਂ, 5 ਪਿਆਰਿਆਂ। ਉਸ ਤੋਂ ਬਾਅਦ ਆਖਦੇ ਹਾਂ 4 ਸਾਹਿਬਜ਼ਾਦਿਆਂ। ਉਹ ਰਸਤਾ ਇੱਕ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦ੍ਰਿੜ ਕਰਾ ਦਿੱਤਾ। ਉਸ ਰਸਤੇ ਦੇ ਨਿਯਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਥਾਪ ਦਿੱਤੇ। ਨਿਯਮ ਗੁਰੂ ਨਾਨਕ ਨੇ ਵੀ ਚਲਾਏ ਸਨ, ਲੇਕਿਨ ਇੱਕ ਬਹੁਤ ਹੋਰ ਜ਼ਿਆਦਾ ਡਿਸਿਪਲਿਨ ਵੇ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਆਖਦੇ ਹੈ ਕਿ ਇਸ ਸਾਰੇ ਜੀਵਨ ਦੀ ਜਾਂਚ ਨੂੰ ਬਦਲ ਕੇ ਰੱਖ ਦਿੱਤਾ ਕਿ ਸਿੱਖ ਵਰਦੀਧਾਰੀ ਹੋਏਗਾ, ਸਿੱਖ ਕਕਾਰਾਂ ਵਾਲੀ ਵਰਦੀ ਪਵੇਗਾ, ਇਹਦੇ ਉੱਠਣ ਦਾ ਟਾਈਮ ਕੀ ਹੋਏਗਾ, ਇਹਨੇ ਸੁਣਨਾ ਕੀ ਹੈ, ਇਹਨੇ ਵੇਖਣਾ ਕੀ ਹੈ, ਇਹਨੇ ਬੋਲਣਾ ਕੀ ਹੈ। ਜਾਂ ਇੰਝ ਆਖਦੇ ਹਾਂ ਜੋ ਪਹਿਲੇ ਥਿਉਰੀ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਪੜ੍ਹਾਇਆ ਗਿਆ ਸੀ, ਉਹ ਪ੍ਰੈਕਟੀਕਲ ਕਰਨ ਦੀ ਅੱਗੇ ਜਾਂਚ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿਖਾਈ ਐਗਜ਼ਾਮ ਲੈਣ ਤੋਂ ਬਾਅਦ ਕਿ ਬਈ ਅੱਜ ਤੋਂ ਬਾਅਦ ਤੁਸਾਂ ਨੇ ਇਹੀ ਜੋ ਪ੍ਰੈਕਟੀਕਲ ਹੈ ਉਹ ਕਰਨਾ ਹੈ। ਹੁਣ ਸੀ ਕਿ ਸਾਡਾ ਪੰਥ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਕੀ ਹੈ, ਫਰਜ਼ ਕੀ ਹੈ। ਸਾਡਾ ਪੰਥ ਦੇ ਪ੍ਰਤੀ ਸਾਡਾ ਫਰਜ਼ ਇਹ ਹੈ ਕਿ ਜੋ ਵੀ ਸਾਡੇ ਪੰਥ ਦਾ ਫੈਸਲਾ ਹੋਵੇ ਉਸ ਫੈਸਲੇ ਨੂੰ ਅਸੀਂ ਸਰਵਸੰਮਤੀ ਦੇ ਨਾਲ ਔਰ ਪੂਰੇ ਸਤਿਕਾਰ ਦੇ ਨਾਲ ਮੰਨੀਏ। ਇੱਥੇ ਅਜੋਕੇ ਸਮੇਂ ਵਿੱਚ ਇੱਕ ਬੜੀ ਭਾਰੀ ਔਰ ਬੜੀ ਵੱਡੀ ਸਮੱਸਿਆ ਔਰ ਇੱਕ ਬੜਾ ਵੱਡਾ ਦੁਖਾਂਤ ਇੱਥੇ ਸਾਨੂੰ ਆਪਣੇ ਸਿੱਖ ਪੰਥ ਵਿੱਚ ਵੇਖਣ ਵਾਸਤੇ ਮਿਲਦਾ ਹੈ। ਉਹ ਦੁਖਾਂਤ ਕੀ ਹੈ? ਹਰ ਬੰਦੇ ਨੇ ਪੰਥ ਦੇ ਨਾਮ ਦੇ ਉੱਤੇ ਨਾ ਆਪਣੀ ਆਪਣੀ ਸੰਸਥਾ, ਆਪਣੀ ਆਪਣੀ ਸੰਪਰਦਾ ਬਣਾ ਲਈ, ਰੀਤੀ ਰਿਵਾਜ, ਉਹ ਜੋ ਜਿਸ ਚੀਜ਼ ਤੋਂ ਗੁਰੂ ਨਾਨਕ ਨੇ ਸਾਨੂੰ ਕੱਢਿਆ ਸੀ। ਹੁਣ ਅੱਜ ਆਪ ਕੱਲਾ ਅਖੰਡ ਪਾਠ ਵੇਖੋ ਤੇ ਅਖੰਡ ਪਾਠ ਦੇ ਕਈ ਪ੍ਰਕਾਰ ਆ ਗਏ। ਆਪ ਦੇਖਣਾ ਕੀਰਤਨ ਕਰਨ ਦੀਆਂ ਕਈ ਸ਼ੈਲੀਆਂ ਆ ਗਈਆਂ। ਜੋ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਰਾਗਾਂ ਦੇ ਵਿੱਚ ਕੀਰਤਨ ਸਤਿਗੁਰੂ ਜੀ ਨੇ ਕਰਨ ਦੀ ਸਾਨੂੰ ਹਿਦਾਇਤ ਕੀਤੀ ਸੀ, ਔਰ ਸਤਿਗੁਰੂ ਜੀ ਨੇ ਆਪ ਰਾਗਾਂ ਦੇ ਵਿੱਚ ਬਾਣੀ ਪੜ੍ਹੀ, ਸਤਿਗੁਰੂ ਜੀ ਨੇ ਆਪ ਪ੍ਰੇਮ ਔਰ ਭਾਵਨਾ ਦੇ ਨਾਲ ਬਾਣੀ ਪੜ੍ਹੀ। ਸਾਨੂੰ ਉਸੇ ਮਾਰਗ ਨੂੰ ਅਪਣਾਉਣਾ ਪਵੇਗਾ ਤਾਂ ਅਸੀਂ ਪੰਥ ਦੇ ਪ੍ਰਤੀ ਆਪਣੀ ਜਿਹੜੀ ਸਹੀ ਜ਼ਿੰਮੇਵਾਰੀ ਹੈ ਉਹ ਨਿਭਾ ਰਹੇ ਹੋਵਾਂਗੇ। ਦੂਸਰਾ, ਸਾਡੇ ਰਹਿਤਨਾਮਿਆਂ ਦੇ ਵਿੱਚ ਸਿੱਖ ਦੀ ਪੰਥ ਦੇ ਪ੍ਰਤੀ ਕੀ ਜ਼ਿੰਮੇਵਾਰੀ ਹੈ, ਸਾਡੇ ਇਤਿਹਾਸ ਵਿੱਚ ਪੰਥ ਦੇ ਪ੍ਰਤੀ ਕੀ ਜ਼ਿੰਮੇਵਾਰੀ ਹੈ, ਉਹ ਦਰਸਾਈ ਗਈ। ਮੈਂ ਇੱਕ ਉਦਾਹਰਨ ਕੇਵਲ ਤੁਹਾਡੇ ਨਾਲ ਲਵਾਂ ਕਿ ਸਿੱਖਾਂ ਦਾ ਆਪਣੇ ਪੰਥ ਦੇ ਪ੍ਰਤੀ, ਆਪਣੇ ਗੁਰੂ ਦੇ ਪ੍ਰਤੀ, ਆਪਣੇ ਹੋਰ ਭਰਾਵਾਂ ਦੇ ਪ੍ਰਤੀ ਕੈਸਾ ਜਜ਼ਬਾ ਹੋਇਆ ਕਰਦਾ ਸੀ। ਭਾਈ ਸੁਬੇਗ ਸਿੰਘ ਤੇ ਭਾਈ ਸ਼ਾਬਾਸ਼ ਸਿੰਘ ਜੀ ਦਾ ਨਾਮ ਆਪ ਸਾਰਿਆਂ ਨੇ ਇਤਿਹਾਸ ਵਿੱਚ ਪੜ੍ਹਿਆ ਵੀ ਹੋਏਗਾ ਤੇ ਆਪ ਜੀ ਨੇ ਉਹਨਾਂ ਦੀ ਸਾਖੀ, ਉਹਨਾਂ ਦਾ ਸਾਕਾ ਵੀ ਸੁਣਿਆ ਹੋਵੇਗਾ।
ਅਸੀਂ ਕਹਿੰਦੇ ਜਿਨ੍ਹਾਂ ਨੂੰ ਚਰਖੀਆਂ ਤੇ ਚਾੜਿਆ ਗਿਆ, ਉਹ ਸਨ ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ, ਪਿਓ ਪੁੱਤਰ ਸਨ ਦੋਵੇਂ। ਮੈਂ ਉਹਨਾਂ ਦੀ ਸਾਖੀ ਚੋਂ ਪੰਥ ਦੇ ਪ੍ਰਤੀ ਸਿੱਖ ਦਾ ਜਜ਼ਬਾ ਕੀ ਹੈ ਉਹ ਤੁਹਾਡੇ ਨਾਲ ਸਾਂਝਾ ਕਰਕੇ ਤੇ ਇਸ ਪ੍ਰਸ਼ਨ ਦਾ ਉੱਤਰ ਸਮਾਪਤ ਕਰਾਂ। ਆਪ ਜ਼ਰੂਰ ਸਮਝਣਾ ਇਸ ਗੱਲ ਨੂੰ, ਦੋਨਾਂ ਪਿਓ ਪੁੱਤਰਾਂ ਨੂੰ ਅਲੱਗ-ਅਲੱਗ ਕੋਠੜੀਆਂ ਦੇ ਵਿੱਚ, ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਪੁੱਤਰ ਨੂੰ ਡਰਾਇਆ ਗਿਆ ਕਿ ਬਈ ਤੈਨੂੰ ਮਾਰ ਦੇਵਾਂਗੇ, ਤੇਰੇ ਪਿਤਾ ਨੂੰ ਮਾਰ ਦੇਵਾਂਗੇ, ਤੇ ਪਿਤਾ ਨੂੰ ਮੋਹ ਦੀਆਂ ਗੱਲਾਂ ਸੁਣਾਈਆਂ ਗਈਆਂ, ਬਈ ਤੇਰੇ ਘਰ ਦਾ ਇੱਕੋ ਇੱਕ ਚਿਰਾਗ ਹੈ, ਇੱਕੋ ਇੱਕ ਵਾਲੀ ਵਾਰਸ ਹੈ, ਇਹਨੂੰ ਬਚਾ ਲੈ, ਇਤਨਾ ਤੇਰੇ ਕੋਲ ਧਨ ਹੈ, ਗੁਰੂ ਦੀ ਤੇਰੇ ਤੇ ਚਲ ਬਖਸ਼ਿਸ਼ ਹੈ, ਤੂੰ ਸਾਡੀ ਈਨ ਮੰਨ ਲੈ, ਇੱਕ ਵਾਰ ਤੂੰ ਆਪਣੇ ਧਰਮ ਤੋਂ ਬਿਦਾਵਾ ਦੇ ਦੇ ਤੇ ਅਸੀਂ ਤੁਹਾਨੂੰ ਦੋਨਾਂ ਪਿਓ ਪੁੱਤਰਾਂ ਨੂੰ ਛੱਡ ਦਿਆਂਗੇ। ਦੋਨਾਂ ਨੇ ਆਪਣੇ ਅਕੀਦੇ ਤੋਂ ਮੂੰਹ ਨਹੀਂ ਫੇਰਿਆ, ਦੋਵੇਂ ਦ੍ਰਿੜ ਰਹੇ। ਤੇ ਪਿਤਾ ਨੂੰ ਡੁਲਾਉਣ ਵਾਸਤੇ ਉਹਨਾਂ ਜਰਵਾਣਿਆਂ ਨੇ ਇੱਕ ਦਿਨ ਆ ਕੇ ਪਿਤਾ ਨੂੰ ਕਹਿ ਦਿੱਤਾ ਕਿ ਅਸੀਂ ਤੇਰੇ ਪੁੱਤਰ ਨੂੰ ਹੁਣੇ ਮੌਤ ਦੇ ਘਾਟ ਉਤਾਰਨ ਲੱਗੇ ਹਾਂ, ਇਹ ਆਖਰੀ ਮੌਕਾ ਹੈ ਤੇਰੇ ਵਾਸਤੇ ਆਪਣੇ ਪੁੱਤਰ ਨੂੰ ਬਚਾਉਣ ਦਾ। ਹੁਣ ਦੇਖੋ, ਉਸ ਪਿਤਾ ਨੇ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਵਿੱਚ ਜ਼ਰਾ ਇੱਕ ਵਾਰ ਵੀ ਨਹੀਂ ਸੋਚਿਆ ਕਿ ਬਈ ਮੇਰਾ ਪੁੱਤਰ ਚਲਾ ਜਾਏਗਾ ਤੇ ਮੇਰੇ ਘਰ ਵਿੱਚ ਦੀਵਾ ਕੌਣ ਬਾਲੇਗਾ, ਮੇਰੀ ਅੱਗੇ ਨਸਲ ਕਿਵੇਂ ਚੱਲੇਗੀ। ਬਲਕਿ ਜਿਸ ਵੇਲੇ ਉਹਨੂੰ ਡਰਾਵਾ ਦਿੱਤਾ ਜਾ ਰਿਹਾ ਸੀ ਤੇ ਉਹਨੇ ਜੋ ਬੋਲ ਕਹੇ, ਸਾਡੇ ਇਤਿਹਾਸ ਵਿੱਚ ਅੱਜ ਵੀ ਉਹ ਬੋਲ ਲਿਖੇ ਹੋਏ ਸਾਨੂੰ ਮਿਲਦੇ ਹਨ। ਉਹਨੇ ਉਹਨਾਂ ਜਰਵਾਣਿਆਂ ਨੂੰ, ਹਕੂਮਤ ਦੇ ਉਹਨਾਂ ਕਰਿੰਦਿਆਂ ਨੂੰ ਇਹ ਜਵਾਬ ਦਿੱਤਾ, ਸਿੰਘਨ ਕਾਜ ਸੋ ਗੁਰੂ ਸਵਾਰੇ, ਸੀਸ ਦਿਓ ਨਿਜ ਸਣ ਪਰਵਾਰੇ। ਇਹ ਬੋਲੇ ਸਾਨੂੰ ਇਤਿਹਾਸ ਵਿੱਚ ਮਿਲਦੇ ਹਨ। ਬਈ ਸਾਡੇ ਸਿੱਖਾਂ ਦੇ ਕਾਜ ਸਾਡੇ ਗੁਰੂ ਨੇ ਹਰ ਵੇਲੇ ਸਵਾਰੇ, ਸੀਸ ਦਿਓ ਨਿਜ ਸਣ ਪਰਵਾਰੇ। ਗੁਰੂ ਨੇ ਆਪਣੇ ਆਪ ਨੂੰ ਵਾਰ ਦਿੱਤਾ, ਆਪਣੇ ਸਾਰੇ ਪਰਿਵਾਰ ਨੂੰ ਵਾਰ ਦਿੱਤਾ। ਕਿਉਂ? ਕਿਉਂਕਿ ਮੇਰਾ ਗੁਰੂ ਕਹਿੰਦਾ ਸੀ, ਪੰਥ ਵਸੇ ਮੈਂ ਉਜੜਾ। ਮੇਰੇ ਗੁਰੂ ਦੇ ਬੋਲ ਹਨ। ਸਾਡੇ ਸਾਰਿਆਂ ਦੇ ਲਈ ਗੁਰੂ ਨੇ ਪਰਿਵਾਰ ਸਮੇਤ ਆਪਣਾ ਸਰਬੰਸ ਵਾਰ ਦਿੱਤਾ। ਸਿੰਘਨ ਕਾਜ ਸੋ ਗੁਰੂ ਸਵਾਰੇ, ਸੀਸ ਦਿਓ ਨਿਜ ਸਣ ਪਰਵਾਰੇ, ਹਮ ਕਾਰਨ ਗੁਰ ਕੁਲੇ ਗਵਾਈ, ਹਮ ਕੁਲ ਰਾਖੇ ਕਵਨ ਵਡਾਈ। ਸਾਡੇ ਵਾਸਤੇ ਗੁਰੂ ਨੇ ਆਪਣੀ ਸਾਰੀ ਕੁਲ ਗਵਾ ਦਿੱਤੀ, ਆਪਣਾ ਸਰਬੰਸ ਵਾਰ ਦਿੱਤਾ। ਹਮ ਕੁਲ ਰਾਖੇ ਕਵਨ ਵਡਾਈ। ਤੂੰ ਸਾਨੂੰ ਕੀ ਲਾਲਚ ਦੇ ਰਿਹਾ ਹੈ ਕਿ ਆਪਣੇ ਬੱਚੇ ਨੂੰ ਬਚਾ ਲੈ, ਆਪਣੀ ਕੁਲ ਬਚਾ ਲੈ, ਦੀਵਾ ਬਾਲਣ ਵਾਲਾ ਰੱਖ ਲੈ। ਮੇਰਾ ਪੁੱਤਰ ਹੀ ਇਕੱਲਾ ਦੀਵਾ ਨਹੀਂ ਬਾਲੇਗਾ, ਇੱਕ ਇੱਕ ਨੌਜਵਾਨ ਮੇਰਾ ਪੁੱਤਰ ਹੈ। ਕੀ ਹੋਇਆ ਇਹ ਨਾ ਰਿਹਾ, ਕੀ ਹੋਇਆ ਇਹ ਨਾ ਰਿਹਾ। ਸਿੱਖ ਪੰਥ ਦਾ ਦੀਵਾ ਦੁਨੀਆ ਵਿੱਚ ਕੋਈ ਨਹੀਂ ਬੁਝਾ ਸਕਦਾ, ਖਾਲਸੇ ਪੰਥ ਦਾ ਦੀਵਾ ਕੋਈ ਨਹੀਂ ਬੁਝਾ ਸਕਦਾ। ਇੱਕ ਉਦਾਹਰਣ ਛੋਟੀ ਜੀ ਹੋਰ ਚਲੋ ਇਤਿਹਾਸ ਚੋਂ ਲਵਾਂ, ਕਿਉਂਕਿ ਇਤਿਹਾਸ ਭਰਿਆ ਪਿਆ ਹੈ ਇਹਨਾਂ ਉਦਾਹਰਣਾਂ ਨਾਲ। ਬਾਬਾ ਬੰਦਾ ਸਿੰਘ ਬਹਾਦਰ ਜੀ ਜਿਸ ਸਮੇਂ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਇਤਿਹਾਸ ਕਹਿੰਦਾ 740 ਸਿੰਘ ਸਨ ਨਾਲ। ਤੇ ਜਿਸ ਵੇਲੇ ਉਹਨਾਂ ਨੂੰ ਇੱਕ ਜਲੂਸ ਦੀ ਸ਼ਕਲ ਦੇ ਵਿੱਚ ਲਿਜਾਇਆ ਗਿਆ ਨਾ ਬਾਬਾ ਜੀ ਨੂੰ, ਤੇ ਜਿਹੜੀਆਂ ਫੌਜਾਂ ਸਨ ਉਹਨਾਂ ਨੇ ਨੇਜ਼ੇ ਤੇ ਇੱਕ ਬਿੱਲੀ ਟੰਗ ਲਈ। ਇਹ ਸੰਕੇਤ ਸੀ ਵੀ ਅਸੀਂ ਇੱਥੇ ਬਿੱਲੀ ਵੀ ਨਹੀਂ ਰਹਿਣ ਦਿੱਤੀ। ਦਿੱਲੀ ਲਿਜਾਂਦਾ ਗਿਆ ਤੇ ਰੋਜ਼ 100 ਸਿੰਘਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਸਿੰਘਾਂ ਦੇ ਵਿੱਚ ਇੱਕ ਨੌਜਵਾਨ ਬੱਚਾ ਸੀ, ਇੱਕ ਨੌਜਵਾਨ ਸੀ, ਬਿਲਕੁਲ ਹਲੇ ਜਵਾਨੀ ਦੀ ਦਹਿਲੀਜ਼ ਤੇ ਉਹਨੇ ਕਦਮ ਰੱਖਿਆ ਸੀ। ਇਹਦੀ ਮਾਂ ਆ ਗਈ। ਇਹਦੀ ਮਾਂ ਆ ਕੇ ਤੇ ਹਾਕਮਾਂ ਨੂੰ ਕਹਿਣ ਲੱਗੀ ਵੀ ਮੇਰਾ ਪੁੱਤਰ ਸਿੱਖ ਕੋਈ ਨਹੀਂ, ਗਲਤੀ ਦੇ ਨਾਲ ਇਹਨੂੰ ਸਿੱਖ ਸਮਝ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ, ਇਹ ਸਿੱਖ ਨਹੀਂ ਹੈ, ਗਲਤੀ ਨਾਲ ਆ ਗਿਆ। ਹਾਕਮਾਂ ਦੇ ਇਹ ਬੋਲ ਸੁਣ ਕੇ ਲਾਲਚ ਆ ਗਿਆ ਕਿ ਬਈ ਜੇ ਇੱਕ ਬੱਚਾ ਇਹਨਾਂ ਚੋਂ ਇੱਕ ਸਿੱਖ ਇਹ ਕਹਿ ਦੇਵੇ ਮੈਂ ਸਿੱਖ ਨਹੀਂ ਹਾਂ, ਤੇ ਅਸੀਂ ਦੁਨੀਆ ਨੂੰ ਦੱਸ ਪਾਵਾਂਗੇ ਬਈ ਸਿੱਖ ਨੇ ਅੱਜ ਆਪਣੇ ਗੁਰੂ ਨੂੰ ਪਿੱਠ ਕਰ ਦਿੱਤੀ ਤੇ ਉਹ ਸਾਡੀ ਈਨ ਮੰਨ ਲਈ। ਉਹਨੇ ਸਾਡੇ ਸਾਹਮਣੇ ਸਿੱਖ ਝੁਕ ਗਿਆ। ਉਹਦੀ ਮਾਂ ਨੂੰ ਲੈ ਕੇ ਗਏ ਜੀ, ਤੇ ਕੁਦਰਤੀ ਇਤਿਹਾਸ ਕਹਿੰਦਾ ਹੈ ਕਿ ਉਸ ਦਿਨ ਜਿਹੜੇ ਸਿੰਘਾਂ ਦੀ ਸ਼ਹੀਦੀ ਹੋਣੀ ਸੀ, ਉਹਨਾਂ ਸਿੰਘਾਂ ਦੇ ਵਿੱਚ ਇਹ ਬੱਚਾ ਵੀ ਸੀ। ਇਹਦੀ ਵਾਰੀ ਆਉਣ ਹੀ ਵਾਲੀ ਸੀ। ਮਾਂ ਰੋਂਦੀ ਹੋਈ ਬੱਚੇ ਕੋਲ ਗਈ, ਜਾ ਕੇ ਕਹਿਣ ਲੱਗੀ, ਪੁੱਤਰਾ ਤੂੰ ਵਿਛੜ ਗਿਆ ਮੇਰੇ ਕੋਲੋਂ, ਆਹ ਮੇਰੇ ਗਲੇ ਲੱਗ। ਪੁੱਤਰ ਗਿਆ ਮਾਂ ਦੇ ਕੋਲ, ਮਾਂ ਪੁੱਤਰ ਦੋਵੇਂ ਮਿਲੇ ਤੇ ਮਾਂ ਆਪਣੇ ਪੁੱਤਰ ਨੂੰ ਕਹਿਣ ਲੱਗੀ, ਬੇਟਾ ਇੱਕ ਵਾਰ ਤੂੰ ਬਸ ਇਹਨਾਂ ਸਾਰਿਆਂ ਨੂੰ ਕਹਿ ਦੇ ਮੈਂ ਸਿੱਖ ਨਹੀਂ, ਤੇਰੀ ਜਾਨ ਬਚ ਜਾਏਗੀ। ਪੰਥ ਦੇ ਪ੍ਰਤੀ ਫਰਜ਼ ਕੀ ਹੈ, ਜਜ਼ਬਾ ਕੀ ਹੈ ਸਿੱਖ ਦਾ। ਤੇ ਉਹ ਨੌਜਵਾਨ ਬੱਚਾ ਜਿਹੜਾ ਹਲੇ ਜਵਾਨੀ ਦੀ ਦਹਲੀਜ਼ ਤੇ ਜਿਹਨੇ ਹਲੇ ਕਦਮ ਰੱਖਿਆ ਹੀ ਸੀ, ਉੱਥੇ ਉੱਚੀ ਉੱਚੀ ਕਹਿਣ ਲੱਗਾ, ਮੈਂ ਇਸ ਔਰਤ ਨੂੰ ਨਹੀਂ ਜਾਣਦਾ, ਇਹ ਕਹਿੰਦੀ ਹੈ ਮੇਰੀ ਮਾਂ ਹੈ, ਜੇ ਮੇਰੀ ਮਾਂ ਹੈ ਤੇ ਮੇਰੀ ਮਾਂ ਝੂਠ ਵੀ ਬੋਲਦੀ ਹੈ।
ਇਹ ਜਜ਼ਬਾ, ਇਹ ਜ਼ਿੰਮੇਵਾਰੀ ਪੰਥ ਦੇ ਪ੍ਰਤੀ। ਭਾਵ ਜਿਹੜੇ ਪੂਰਨੇ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਲਈ ਪਾਏ, ਉਹਨਾਂ ਪੂਰਨਿਆਂ ਨੂੰ ਕੇਵਲ ਮੈਂ ਸੁਣਾਵਾਂ ਨਾ ਤੇ ਤੁਸੀਂ ਸੁਣੋ ਹੀ ਨਾ, ਬਲਕਿ ਜਦੋਂ ਅਮਲ ਕਰਨ ਦੀ ਗੱਲ ਆਵੇ, ਅਮਲੀ ਰੂਪ ਦੇ ਵਿੱਚ ਉਹਨਾਂ ਨੂੰ ਪ੍ਰੈਕਟੀਕਲੀ ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰਨਾ, ਉਹਨਾਂ ਸਿੱਖਿਆਵਾਂ ਅਨੁਸਾਰ ਜੀਵਨ ਬਤੀਤ ਕਰਨਾ, ਇਹੀ ਸਭ ਤੋਂ ਵੱਡੀ ਜੋ ਮੇਰੀ ਸਮਝ ਹੈ। ਉੱਤਰ ਕਈ ਹੋਣਗੇ ਦੇ ਮੇਰੀ ਸਮਝ ਅਨੁਸਾਰ ਪੰਥ ਦੇ ਪ੍ਰਤੀ ਸਿੱਖ ਦੀ ਜ਼ਿੰਮੇਵਾਰੀ ਵੀ ਹੈ, ਔਰ ਸਿੱਖ ਨੇ ਹਮੇਸ਼ਾ ਆਪਣੇ ਪੰਥ ਦੇ ਪ੍ਰਤੀ ਵਫਾਦਾਰ ਇਸ ਢੰਗ ਨਾਲ ਰਹਿਣਾ ਹੈ, ਕਦੀ ਵੀ ਆਪਣੇ ਪੰਥ ਦੇ ਅੱਗੇ ਕਿੰਤੂ ਪਰੰਤੂ ਨਹੀਂ ਕਰਦੀ। ਇੱਕ ਵੱਖਰਾ ਦੁਖਾਂਤ ਦੀ ਗੱਲ ਜੇ ਕਿ ਅਸੀਂ ਅੱਜ ਵੰਡੇ ਹੋਏ ਹਾਂ। ਮੈਂ ਜਿਵੇਂ ਹੁਣੇ ਬੇਨਤੀ ਕੀਤੀ, ਕਿਤਨੀਆਂ ਸੰਪਰਦਾਵਾਂ ਆ ਗਈਆਂ, ਪੱਗਾਂ ਦੇ ਰੰਗ ਬਦਲ ਗਏ, ਪੱਗਾਂ ਦੇ ਸਟਾਈਲ ਬਦਲ ਗਏ, ਚੋਲੇ ਬਦਲ ਗਏ, ਰੰਗ ਬਦਲ ਗਏ ਚੋਲਿਆਂ ਦੇ, ਬਾਣੇ ਬਦਲ ਗਏ ਸਾਡੇ। ਤੇ ਇਹ ਗੁਰੂ ਨੇ ਤੇ ਇੱਕ ਹੀ ਬਾਣਾ ਦਿੱਤਾ ਸੀ ਜਿਸ ਵੇਲੇ ਗੁਰੂ ਨੇ ਖਾਲਸਾ ਪੰਥ ਸਥਾਪਿਤ ਕੀਤਾ ਸੀ। ਅਸੀਂ ਉਸ ਚੀਜ਼ ਤੋਂ ਬਹੁਤ ਦੂਰ ਚਲੇ ਗਏ ਹਾਂ, ਅਸੀਂ ਉਸ ਚੀਜ਼ ਤੋਂ ਬਹੁਤ ਆਪਣੇ ਆਪ ਨੂੰ ਵੱਖਰਾ ਕਰ ਲਿਆ ਹੈ। ਤੇ ਮੇਰੀ ਸਮਝ ਅਨੁਸਾਰ ਜੇ ਗੁਰੂ ਦੇ ਦਰਸਾਏ ਹੋਏ ਉਹਨਾਂ ਹੁਕਮਾਂ ਨੂੰ ਹੀ ਅਸੀਂ ਵਾਪਸ ਆਪਣੇ ਜੀਵਨ ਵਿੱਚ ਮੰਨਣ ਲੱਗ ਪਈਏ ਤੇ ਅਸੀਂ ਪੰਥ ਦੇ ਪ੍ਰਤੀ ਵਫਾਦਾਰ ਵੀ ਹੋਵਾਂਗੇ, ਜ਼ਿੰਮੇਵਾਰ ਵੀ ਹੋਵਾਂਗੇ, ਔਰ ਪੰਥ ਦੇ ਇਸ ਮਾਰਗ ਦੇ ਉੱਤੇ ਅਸੀਂ ਤੁਰ ਕੇ ਤੇ ਰੱਬ ਦੇ ਨਾਲ ਇੱਕਮਿਕ ਹੋ ਜਾਵਾਂਗੇ। ਬਹੁਤ ਹੀ ਸੋਹਣੇ ਤਰੀਕੇ ਨਾਲ ਵੀਰ ਜੀ ਆਪਨੇ ਸਮਝਾਇਆ। ਗੁਰਬਾਣੀ ਵੀ ਕਹਿੰਦੀ ਹੈ, ਗੁਰ ਸਤਗੁਰ ਦਾਤੇ ਪੰਥ ਬਤਾਇਆ, ਹਰ ਮਿਲਿਆ ਆਏ ਪ੍ਰਭ ਮੇਰੀ। ਜਿਹੜਾ ਗੁਰੂ ਹੈ ਨਾ, ਗੁਰੂ ਸਤਗੁਰੂ ਜਿਹੜਾ ਸੱਚਾ ਗੁਰੂ ਹੈ, ਜਿਹੜਾ ਦਾਤਾ ਹੈ, ਦੇਣ ਵਾਲਾ, ਗੁਰ ਸਤਗੁਰ ਦਾਤੇ ਪੰਥ ਬਤਾਇਆ, ਇਹ ਰਸਤਾ ਬਤਾਇਆ ਹੈ, ਹਰ ਮਿਲਿਆ ਆਏ ਪ੍ਰਭ ਮੇਰਾ ਮੇਰੀ। ਜਿੱਥੇ ਰਸਤੇ ਵਿੱਚ ਮੈਨੂੰ ਉਹ ਪ੍ਰਭੂ ਮਿਲ ਪੈਂਦਾ। ਮਸਲਾ ਇਹ ਹੈ ਕਿ ਗੁਰੂ ਨੇ ਜਿਹੜਾ ਰਸਤਾ ਦਿੱਤਾ, ਅਸੀਂ ਸਾਰੇ ਜਿਹੜੇ ਫਿਰ ਭਟਕ ਰਹੇ ਹਾਂ, ਕਿਉਂਕਿ ਸਾਡਾ ਮਕਸਦ ਗੁਰੂ ਨੂੰ ਮਿਲਣਾ, ਸਾਡਾ ਮਕਸਦ ਪ੍ਰਭੂ ਨੂੰ ਮਿਲਣਾ ਨਹੀਂ ਰਹਿ ਗਿਆ। ਥੋੜਾ ਆਪਣੀ ਵਾਹਵਾਹੀ, ਆਪਣਾ ਦਾਇਰਾ, ਆਪਣੇ ਲੋਕ, ਆਪਣੇ ਫਾਲੋਅਰ ਬਣਾਉਣ ਵੱਲ ਜ਼ਿਆਦਾ ਹੋ ਗਿਆ। ਜਿਹੜੀ ਗੱਲ ਤੁਸੀਂ ਆਖਰੀ 'ਚ ਕਹੀ ਹੈ, ਦੁਖਾਂਤ ਹੈ, ਕਿਉਂਕਿ ਜੇ ਪ੍ਰਭੂ ਨੂੰ ਮਿਲਣਾ ਹੋਏਗਾ ਫਿਰ ਸਾਡੀ ਗੱਲ, ਸਾਡਾ ਰਸਤਾ, ਸਾਡਾ ਰਹਿਣੀ ਬਹਿਣੀ ਉਹ ਹੋਏਗੀ ਜੋ ਗੁਰੂ ਨੇ ਦੱਸੀ, ਜੋ ਪੰਥ ਦੀ ਰਹਿਣੀ ਬਹਿਣੀ। ਜਦ ਮੈਂ ਉਸ ਤੋਂ ਹਟ ਕੇ ਕੋਈ ਗੱਲ ਕਰਨਾ ਚਾਹੁੰਦਾ, ਉਸਦਾ ਮਕਸਦ ਉਹੀ ਹੁੰਦਾ ਹੈ ਕਿ ਮੇਰੇ ਨਾਲ ਲੋਕ ਜੁੜਨ, ਮੇਰੇ ਅੰਡਰ ਰਹਿਣ, ਮੇਰਾ ਦਾਇਰਾ ਵੱਡਾ ਹੋਵੇ। ਉਹ ਜਿਹੜੀ ਦੁਖਾਂਤ ਦੀ ਗੱਲ ਹੈ ਬਹੁਤ ਅੱਜ ਜੋ ਹੋ ਰਿਹਾ। ਮੈਂ ਸੌਰੀ 1 ਮਿੰਟ ਹੋਰ ਲੈ ਕੇ ਗੱਲ ਕਵਾਂਗਾ। ਜਿੱਥੇ ਅੱਜ ਅਸੀਂ ਗੱਲ ਕਰਨੇ ਆ ਸੰਪਰਦਾਵਾਂ ਦੀ, ਮੈਂ ਇੱਥੇ ਗੱਲ ਕਰਨਾ ਚਾਹੁੰਦਾ ਸੁਸਾਇਟੀਜ਼ ਦੀ ਵੀ। ਮੈਂ ਵਾਹਿਗੁਰੂ ਦੀ ਮਿਹਰ ਨਾਲ ਬਹੁਤ ਸੁਸਾਇਟੀਆਂ ਨਾਲ ਸੇਵਾ ਕਰਦਾ ਰਿਹਾ, ਜੁੜਿਆ ਵੀ ਰਿਹਾ। ਅੱਜ ਇਹ ਹਾਲਾਤ ਨੇ ਵੀਰ ਜੀ ਕਿ ਅਗਰ ਤੁਸੀਂ ਇੱਕ ਸੁਸਾਇਟੀ ਵਿੱਚ ਹੋ ਤੇ ਤੁਹਾਡੇ ਲਈ ਉਹ ਕੰਪਲਸ਼ਨ ਹੈ ਜੀ, ਉਸੇ ਸੁਸਾਇਟੀ ਦੀ ਟੀ-ਸ਼ਰਟ ਪਾ ਕੇ ਤੁਸੀਂ ਨਗਰ ਕੀਰਤਨ ਵਿੱਚ ਜਾਣਾ ਹੈ, ਗੁਰਪੁਰਬ ਤੇ ਵੀ ਜਾਣਾ ਹੈ ਤੇ ਉਹਨਾਂ ਦੇ ਕਾਰਜਾਂ ਵਿੱਚ ਵੀ ਜਾਣਾ ਹੈ। ਮੈਂ ਇਸ ਗੱਲ ਨੂੰ ਇੱਥੇ ਮੌਕਾ ਲੱਭ ਕੇ ਕਹਿ ਰਿਹਾ ਕਿ ਵੀਰੋ, ਤੁਸੀਂ ਜਦ ਸੁਸਾਇਟੀ ਦੇ ਕੰਮ ਤੇ ਨਿਕਲੋ, ਪਾਓ ਟੀ-ਸ਼ਰਟ ਖੁਸ਼ੀ ਨਾਲ ਪੰਥ ਦੀ, ਆਪਣੇ ਸੁਸਾਇਟੀ ਦੀ। ਬਟ ਜਦ ਤੁਸੀਂ ਗੁਰੂ ਦੇ ਕੀਰਤਨ ਦਰਬਾਰ ਵਿੱਚ ਜਾਣਾ ਹੈ, ਜਦ ਤੁਸੀਂ ਗੁਰਪੁਰਬ ਤੇ ਜਾਣਾ ਹੈ, ਜਦ ਤੁਸੀਂ ਗੁਰੂ ਦੇ ਨਗਰ ਕੀਰਤਨ 'ਚ ਜਾਣਾ ਹੈ, ਤੁਸੀਂ ਸੰਗਤੀ ਰੂਪ ਵਿੱਚ ਜਾਓ। ਉਸ ਵੇਲੇ ਗੁਰੂ ਦੇ ਦੱਸੇ ਬਾਣੇ ਨੂੰ ਧਾਰੋ, ਬਹੁਤ ਕਿਰਪਾ ਹੋਏਗੀ, ਬਹੁਤ ਬਖਸ਼ਿਸ਼ ਹੋਏਗੀ। ਕਿਉਂਕਿ ਕੋਈ ਵੀ ਸੁਸਾਇਟੀ, ਕੋਈ ਵੀ ਸੈਕਟ, ਕੋਈ ਵੀ ਜਿਹੜੀ ਟਕਸਾਲ, ਕੋਈ ਵੀ ਸੰਪਰਦਾ ਪੰਥ ਤੋਂ ਵੱਡੀ ਨਹੀਂ ਹੈ। ਪੰਥ ਸਭ ਤੋਂ ਵੱਡਾ ਹੈ। ਇਹ ਤੇ ਬਹੁਤ ਛੋਟੇ ਹਿੱਸੇ ਨੇ, ਕਦੀ ਕੋਈ ਉੱਤੇ ਤੇ ਕੋਈ ਥੱਲੇ। ਆਪਾਂ ਉਸ ਚੀਜ਼ ਵੱਲ ਨਾ ਜਾਈਏ। ਗੁਰੂ ਨੂੰ ਵੱਡਾ ਕਰਨਾ ਹੈ, ਗੁਰੂ ਦੇ ਰਸਤੇ ਦੱਸੇ ਮਾਰਗ ਨੂੰ ਵੱਡਾ ਕਰਨਾ ਹੈ, ਤੇ ਉਸ ਵੱਲ ਸੋਚੋ, ਉਸ ਵੱਲ ਚਲੋ। ਸੌਰੀ ਵੀਰ ਜੀ, ਮੈਂ 1 ਮਿੰਟ ਵਿੱਚ ਲੈ ਲਿਆ। ਇੱਕ ਸਵਾਲ ਹੋਰ ਵੀਰ ਜੀ, ਲਾਸਟ ਅੱਜ ਦਾ। ਧਰਮ ਦੀ ਡੈਫੀਨੇਸ਼ਨ ਕੀ ਹੈ? ਗੁਰੂ ਸਾਹਿਬ ਦੇ ਹਿਸਾਬ ਨਾਲ ਧਰਮ ਕੀ ਹੈ ਤੇ ਸਿੱਖ ਦਾ ਧਰਮ ਕੀ ਹੈ? ਸਾਨੂੰ ਕੀ ਹਿਦਾਇਤ ਹੈ ਗੁਰੂ ਸਾਹਿਬ ਵੱਲੋਂ ਕਿ ਵਾਟ ਇਜ਼ ਦੀ ਡੈਫੀਨੇਸ਼ਨ ਆਫ ਧਰਮ ਐਜ਼ ਪਰ ਗੁਰੂ ਸਾਹਿਬ, ਐਂਡ ਵਾਟ ਇਜ਼ ਅ ਸਿੱਖ ਧਰਮ? ਇੱਕ ਸਿੱਖ ਦਾ ਧਰਮ ਕੀ ਹੈ? ਇਹ ਵੀ ਜਪਜੀ ਸਾਹਿਬ ਚੋਂ ਹੀ ਅਸੀਂ ਵਿਚਾਰ ਲੈਂਦੇ ਹਾਂ, ਕਿਉਂਕਿ ਲੱਗ ਰਿਹਾ ਕਰਮ ਦੀ ਗੱਲ ਵੀ ਜਪਜੀ ਸਾਹਿਬ ਤੋਂ ਹੋਈ। ਇਸ ਤੋਂ ਪਹਿਲੇ ਜਿਹੜੀ ਅਸੀਂ ਗੱਲ ਕੀਤੀ ਸੀ ਪੰਥ ਦੀ, ਉਹ ਵੀ ਜਪਜੀ ਸਾਹਿਬ ਚੋਂ, ਧਰਮ ਦੀ ਗੱਲ ਵੀ ਜਪਜੀ ਸਾਹਿਬ ਚੋਂ। ਵੈਸੇ ਹੁਣੇ ਜਿਹੜਾ ਉੱਤਰ ਦਿੱਤਾ ਪੰਥ ਦਾ ਤੇ ਮੰਨਿਆ ਧਰਮ ਸੇਤੀ ਸੰਬੰਧ, ਉਹਦੇ ਵਿੱਚ ਤਕਰੀਬਨ ਕੁਝ ਗੱਲ ਆ ਗਈ। ਪਰ ਮੈਂ ਚਲੋ ਕੁਝ ਜਿਹਨੂੰ ਕਵਾਂ ਕਿ ਜੋ ਟੈਕਨੀਕਲੀ ਇੱਕ ਧਰਮ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਨਾ, ਹਾਲਾਂਕਿ ਚਲੋ ਅਸੀਂ ਜਜ਼ਬੇ ਨਾਲ ਹੀ ਉਸ ਚੀਜ਼ ਨਾਲ ਜੁੜਨਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਧਰਮ ਸ਼ਬਦ ਵੀ ਕਈ ਅਰਥਾਂ ਵਿੱਚ ਆਉਂਦਾ ਹੈ। ਧਰਮ ਤੇ ਇਹਦਾ origin ਵੈਸੇ ਜਿਹੜਾ ਹੋਇਆ ਹੈ ਧਰਮ ਸ਼ਬਦ ਹੈ, ਸੰਸਕ੍ਰਿਤ ਬੋਲੀ ਤੋਂ ਹੋਇਆ ਹੈ। ਧਰਮ ਜਿਹਨੂੰ ਕਹਿੰਦੇ, ਜਿਵੇਂ ਕਰਮ ਇਸੇ ਤਰ੍ਹਾਂ ਧਰਮ। ਤੇ ਸੰਸਕ੍ਰਿਤ ਵਿੱਚ ਧਾਤੂਆਂ ਹੁੰਦੀਆਂ, ਜਿਵੇਂ ਮੈਂ ਹੁਣੇ ਪੰਥ ਦੀ ਗੱਲ ਕਰ ਰਿਹਾ ਸਾਂ, ਤੇ ਪੰਥ ਦੀ ਜਿਹੜੀ ਧਾਤੂ ਹੈ ਉੱਥੇ ਉਹਦਾ ਤਾਤਪਰਯ ਇਹ ਨਿਕਲਦਾ ਹੈ ਕਿ ਜਾਣਾ, ਚੱਲਣਾ। ਇਹ ਗੱਲ ਉੱਥੇ ਸੌਰੀ ਰਹਿ ਗਈ ਸੀ। ਰਸਤੇ ਦੀ ਗੱਲ ਤੇ ਅਸੀਂ ਕੀਤੀ, ਤੇ ਮੈਂ ਭਾਵੇਂ ਰਸਤੇ ਤੇ ਤੁਰਨ ਦੀ ਗੱਲ ਕੀਤੀ, ਤੇ ਸੰਸਕ੍ਰਿਤ ਦਾ ਜਿਹੜਾ ਟੈਕਨੀਕਲੀ ਉਹਦੇ ਵਿੱਚ ਉਹ ਚੀਜ਼ ਆਏਗੀ ਬਈ ਗਮਨ ਕਰਨਾ, ਚੱਲਣਾ, ਅੱਗੇ ਵੱਲ ਨੂੰ ਵਧਣਾ। ਇਹ ਵੀ ਗੱਲ ਨਾਲ ਸਮਝਣੀ ਹੈ ਕਿ ਪੰਥ ਦੇ ਉੱਤੇ ਚੱਲਣਾ ਹੈ, ਅੱਗੇ ਵੱਲ ਫਾਰਵਰਡ ਜਾਣਾ ਹੈ, ਅਗਾਹ ਪੁਤਰਾਗ। ਇਸੇ ਪ੍ਰਕਾਰ ਧਰਮ ਸ਼ਬਦ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਧਰਮ ਸ਼ਬਦ ਜਪਜੀ ਸਾਹਿਬ 'ਚ ਹੀ ਆਏਗਾ, ਸਾਨੂੰ ਪ੍ਰਾਪਤ ਹੋਏਗਾ। ਤੇ ਧਰਮ ਦਾ ਅਰਥ ਹੋਵੇਗਾ ਧਾਰਨ ਕਰਨਾ। ਸੰਸਕ੍ਰਿਤ ਦੇ ਵਿੱਚ ਧਰਮ ਧਰੀ ਧਾਤੂ ਤੋਂ ਦੱਸਿਆ ਜਾਂਦਾ ਹੈ ਬਈ ਜਿਸਨੇ ਸਾਰਿਆਂ ਨੂੰ ਧਾਰਿਆ ਹੋਇਆ ਹੈ, ਜਿਹਦੇ ਆਸਰੇ ਸਭ ਕੁਝ ਹੈ, ਜਿਹਨੇ ਸਹਾਰਾ ਦਿੱਤਾ ਹੋਇਆ ਹੈ। ਇੱਕ ਛੋਟੀ ਜਿਹੀ ਉਦਾਹਰਣ ਜਪਜੀ ਸਾਹਿਬ ਚੋਂ ਹੀ ਲਈਏ। ਸਤਿਗੁਰੂ ਜੀ ਨੇ ਇੱਕ ਬੜੀ ਕਮਾਲ ਦੀ ਨਾ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਲੋਕਾਂ ਦੀ ਇੱਕ ਜਿਹੜੀ ਸੋਚ ਸੀ ਨਾ, ਉਸ ਸੋਚ ਨੂੰ ਸਵਾਲ ਦੇ ਰੂਪ ਵਿੱਚ ਹੀ ਸਤਿਗੁਰੂ ਜੀ ਨੇ ਉਹਦਾ ਜਵਾਬ ਦੇ ਦਿੱਤਾ। ਸਵਾਲ ਪਾਇਆ ਤੇ ਸਵਾਲ ਆਪਣੇ ਆਪ ਦੇ ਵਿੱਚ ਜਵਾਬ ਹੈ। ਸਤਿਗੁਰੂ ਆਖਦੇ, ਕਹਿੰਦੇ ਧਰਤੀ ਹੋਰ, ਪਰੈ ਹੋਰ ਹੋਰ, ਤਿਸਤੇ ਭਾਰ, ਤਲੇ ਕਵਣ ਜ਼ੋਰ। ਹੁਣ ਸਮਾਜ ਦੀ, ਇੱਥੇ ਦੇ ਭਾਰਤ ਦੇ ਸਮਾਜ ਦੀ ਇੱਕ ਮਨੌਤ ਸੀ। ਬਾਕੀ ਧਰਮਾਂ ਦੀ ਮੈਂ ਗੱਲ ਕਰਾਂ ਤੇ ਕੁਝ ਹੋਰ ਧਰਮ ਵੀ ਹਨ ਜਿਹੜੇ ਉਹ ਇਸ ਗੱਲ ਨੂੰ ਮੰਨਦੇ ਹਨ ਕਿ ਜਿਹੜੀ ਧਰਤੀ ਹੈ, ਕੋਈ ਕਹਿੰਦਾ ਹੈ ਧਰਤੀ ਨੂੰ ਸ਼ੇਸ਼ ਨਾਗ ਨੇ ਚੁੱਕਿਆ ਹੋਇਆ ਹੈ। ਇੱਕ ਜਗ੍ਹਾ ਗ੍ਰੰਥਾਂ ਵਿੱਚ ਇਹ ਉਲੇਖ ਮਿਲੇਗਾ, ਪੁਰਾਤਨ ਗ੍ਰੰਥਾਂ ਵਿੱਚ, ਬਈ ਧਰਤੀ ਨੂੰ ਇੱਕ ਬੈਲ ਨੇ, ਸਫੇਦ ਰੰਗ ਦੇ ਬੈਲ ਨੇ ਚੁੱਕਿਆ ਹੋਇਆ ਹੈ। ਇੱਕ ਸਿੰਗ ਦੇ ਉੱਤੇ ਉਹਨੇ ਚੁੱਕਿਆ ਹੋਇਆ ਹੈ। ਜਦੋਂ ਥੱਕ ਜਾਂਦਾ ਹੈ ਤੇ ਇੱਕ ਸਿੰਗ ਤੋਂ ਦੂਸਰੇ ਸਿੰਗ ਤੇ ਰੱਖ ਦਿੰਦਾ ਹੈ, ਫਿਰ ਧਰਤੀ ਹਿਲਦੀ ਹੈ, ਜਿਹਨੂੰ ਜ਼ਲਜ਼ਲਾ ਅਰਥਕੁਏਕ ਆਖ ਦਿੰਦੇ ਹੋ, ਵੀ ਇਹ ਧਰਤੀ ਤੇ ਆਉਂਦੇ ਹਨ। ਕਿਧਰੇ ਇਹ ਆਇਆ ਹੈ ਨਹੀਂ, ਧਰਤੀ ਨੂੰ ਕਛੂਏ ਨੇ ਚੁੱਕਿਆ ਹੋਇਆ ਹੈ ਆਪਣੀ ਛਲ ਦੇ ਉੱਤੇ। ਗੁਰੂ ਸਾਹਿਬ ਜੀ ਨੇ ਬੈਲ ਦੀ ਗੱਲ ਲਈ ਗੁਰੂ ਗ੍ਰੰਥ ਸਾਹਿਬ ਵਿੱਚ, ਕਹਿੰਦੇ ਤੁਸੀਂ ਕਹਿੰਦੇ ਹੋ ਵੀ ਧਰਤੀ ਨੂੰ ਠੀਕ ਹੈ ਸਫੇਦ ਰੰਗ ਦੇ ਬੈਲ ਨੇ ਚੁੱਕਿਆ ਹੈ, ਤੇ ਮੈਂ ਇੱਕ ਸਵਾਲ ਤੁਹਾਨੂੰ ਪਾਉਂਦਾ ਹਾਂ ਕਿ ਉਹ ਬੈਲ ਕਿਸ ਚੀਜ਼ ਉੱਤੇ ਖਲੋਤਾ ਹੋਇਆ ਹੈ। ਲੋਕ ਇੱਕਦਮ ਸੁਚੇਤ ਹੋ ਗਏ ਜਦੋਂ ਗੁਰੂ ਨਾਨਕ ਨੇ ਸਵਾਲ ਪਾਇਆ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਉੱਤਰ ਦੇਣ ਦਾ ਢੰਗ ਬੜਾ ਕਮਾਲ ਦਾ ਹੈ। ਗੁਰੂ ਨਾਨਕ ਸਾਹਿਬ ਨਾ ਜਿਸ ਵੇਲੇ ਉੱਤਰ ਦਿੰਦੇ ਹਨ ਕਿਸੇ ਦੇ ਕਨਫਿਊਜ਼ਨ ਨੂੰ ਕਲੀਅਰ ਕਰਨ ਵਾਸਤੇ, ਤੇ ਗੁਰੂ ਨਾਨਕ ਸਾਹਿਬ ਇਹ ਨਹੀਂ ਕਹਿੰਦੇ ਉਹਦੀ ਗਲਤੀ ਨੂੰ ਵੇਖ ਕੇ ਵੀ ਤੂੰ ਗਲਤ ਹੈ। ਗੁਰੂ ਨਾਨਕ ਔਰ ਗੁਰੂ ਨਾਨਕ ਦੇ ਸਿੱਖਾਂ ਦੇ ਵਿੱਚ ਅੱਜ ਜੋ ਇੱਕ ਫਰਕ ਹੈ ਨਾ ਬੜਾ ਵੱਡਾ, ਗੁਰੂ ਨਾਨਕ ਦਾ ਸਿੱਖ ਅੱਜ ਲੋਕਾਂ ਨੂੰ ਆਖਦਾ ਵੀ ਤੂੰ ਗਲਤ ਹੈ। ਤਾਂ ਹੀ ਇਹ ਸੰਪਰਦਾਵਾਂ ਬਣੀਆਂ, ਇਤਨੀਆਂ ਸੁਸਾਇਟੀਜ਼ ਬਣੀਆਂ ਇਤਨੀਆਂ। ਮੈਂ ਇਹ ਕ੍ਰਿਟਿਸਾਈਜ਼ ਨਹੀਂ ਕਰ ਰਿਹਾ, ਲੇਕਿਨ ਮੈਂ ਇਹ ਆਖਦਾ ਸਾਰੇ ਜਜ਼ਬੇ ਨਾਲ ਸੇਵਾ ਔਰ ਭਾਵਨਾ ਦੇ ਨਾਲ ਸੇਵਾ ਕਰਦੇ ਹਨ। ਲੇਕਿਨ ਜਦੋਂ ਸੇਵਾ ਦੇ ਵਿੱਚ ਮੈਂ ਆ ਜਾਵੇ ਨਾ, ਵੀ ਮੇਰੀ ਸੁਸਾਇਟੀ ਦਾ ਝੰਡਾ ਸਭ ਤੋਂ ਉੱਚਾ ਹੋਵੇ, ਮੇਰੀ ਸੁਸਾਇਟੀ ਦਾ ਨਾਮ ਸਭ ਤੋਂ ਵੱਧ ਹੋਵੇ, ਦੁਖਾਂਤ ਔਰ ਗੜਬੜ ਇੱਥੋਂ ਸ਼ੁਰੂ ਹੋ ਜਾਂਦੀ ਹੈ। ਸਤਿਗੁਰੂ ਨੇ ਸਾਨੂੰ ਇੱਕੋ ਸੁਸਾਇਟੀ ਦਿੱਤੀ ਸੀ, ਉਹ ਸੀ ਖਾਲਸਾ ਸੁਸਾਇਟੀ। ਅਸੀਂ ਸਾਰੇ ਖਾਲਸੇ ਹਾਂ। ਸਿੱਖ ਕਿਹਾ ਸੀ, ਇਹ ਮੇਰਾ ਸਿੱਖ ਹੈ, ਮੇਰਾ ਖਾਲਸਾ ਹੈ। ਇਸ ਤੋਂ ਅੱਗੇ ਸਾਨੂੰ ਕਿਸੇ ਲੈਵਲ ਦੀ, ਕਿਸੇ ਨਾਮ ਦੀ ਜ਼ਰੂਰਤ ਹੀ ਨਹੀਂ। ਗੁਰੂ ਨਾਨਕ ਦਾ ਤਰੀਕਾ ਕੀ ਹੈ? ਗੁਰੂ ਨਾਨਕ ਸਾਹਿਬ ਇਹ ਨਹੀਂ ਕਹਿੰਦੇ ਸੱਜਣ ਨੂੰ ਜਾ ਕੇ ਵੀ ਸੱਜਣਾ ਤੋਂ ਚੋਰੀਆਂ ਕਰਦਾ ਹੈ, ਤੂੰ ਲੋਕਾਂ ਨੂੰ ਮਾਰ ਦਿੰਦਾ ਹੈ। ਗੁਰੂ ਨਾਨਕ ਸਾਹਿਬ ਨਾ ਉੱਥੇ ਜਾ ਕੇ ਕੇਵਲ ਸ਼ਬਦ ਸੁਣਾਉਂਦੇ ਹਨ। ਉਜਲ ਕਹਿਹਾਂ ਚਿਲਕਣਾ, ਕੋਟਿਮ ਕਾਲੜੀ ਮਸ, ਤੋਤਿਆਂ ਜੂਠ ਨਾ ਉਤਰੈ, ਜੇ ਸੋ ਧੋਵਾਂ ਤਿਸ ਸੱਜਣ ਸਹੀ ਨਾਲ ਮੈਂ, ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਆਂ ਤਿੱਥੇ ਖੜੇ ਦਿਸਣ। ਸ਼ਬਦ ਸੁਣਦੇ ਸੁਣਦੇ ਸੱਜਣ ਨੂੰ ਲੱਗਦਾ ਹੈ ਵੀ ਇਸ ਸ਼ਬਦ ਵਿੱਚ ਤੇ ਮੇਰੀ ਗੱਲ ਹੋ ਰਹੀ ਹੈ। ਹਰਿਦੁਆਰ ਜਾਂਦੇ ਹਨ, ਹਰਿਦੁਆਰ ਜਾ ਕੇ ਸਤਿਗੁਰੂ ਕਿਸੇ ਨੂੰ ਨਹੀਂ ਕਹਿੰਦੇ ਬਈ ਤੁਸੀਂ ਪਿਤਰਾਂ ਨੂੰ ਪਾਣੀ ਨਾ ਦਿਓ, ਸੂਰਜ ਨੂੰ ਪਾਣੀ ਨਾ ਦਿਓ। ਸਤਿਗੁਰੂ ਵੀ ਪਾਣੀ ਦਿੰਦੇ ਹਨ, ਪਰ ਸਤਿਗੁਰੂ ਦਿਸ਼ਾ ਬਦਲ ਲੈਂਦੇ ਹਨ। ਕਿਉਂ? ਕਿਉਂਕਿ ਦਿਸ਼ਾ ਬਦਲੀ ਜਿਸ ਵੇਲੇ, ਤੇ ਲੋਕਾਂ ਦੇ ਮਨ ਵਿੱਚ ਆਇਆ ਬਈ ਇਹਨੂੰ ਵਿਚਾਰੇ ਨੂੰ ਪਤਾ ਨਹੀਂ। ਹੁਣ ਮੈਂ ਇਸ ਸਾਖੀ ਨੂੰ ਜਿਵੇਂ ਸੰਗਤ ਨਾਲ ਲੈਂਦਾ ਹਾਂ ਨਾ, ਮੈਂ ਤਾਂ ਇਹ ਥੋੜਾ ਜਿਹਾ ਜ਼ਿਕਰ ਕਰ ਰਿਹਾ ਤਾਂ ਕਿ ਗੱਲ ਧਰਮ ਦੀ ਸਮਝ ਆਵੇ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਜਦੋਂ ਪਾਣੀ ਦੇ ਰਹੇ ਹਨ ਤੇ ਲੋਕ ਆ ਗਏ, ਕਹਿਣ ਲੱਗੇ ਬੇਟਾ ਪਹਿਲੀ ਵਾਰ ਆਇਆ ਹੈ? ਸਤਿਗੁਰੂ ਕਹਿੰਦੇ ਬਿਲਕੁਲ, ਇਸ ਧਰਤੀ ਤੇ ਪਹਿਲੀ ਵਾਰ ਹਰਿਦੁਆਰ ਆਇਆ ਹਾਂ, ਬੜਾ ਚਾਅ ਹੈ ਮੇਰੇ ਮਨ ਵਿੱਚ। ਤੇ ਕਹਿੰਦੇ ਬੇਟਾ ਚਾਅ ਤੇ ਹੈ, ਪਰ ਪਾਣੀ ਨਾ ਤੂੰ ਸਹੀ ਦਿਸ਼ਾ ਵੱਲ ਨਹੀਂ ਦੇ ਰਿਹਾ। ਜੇ ਪਿਤਰਾਂ ਤੱਕ ਪਾਣੀ ਪਹੁੰਚਾਣਾ ਹੈ, ਜਿਸ ਤੇ ਸੂਰਜ ਵੱਲ, ਪੂਰਬ ਦਿਸ਼ਾ ਵੱਲ ਮੂੰਹ ਕਰਕੇ ਪਾਣੀ ਦੇ। ਹੁਣ ਸਤਿਗੁਰੂ ਕਹਿੰਦੇ ਕਿ ਮੈਂ ਆਪਣੇ ਪਿਤਰਾਂ ਨੂੰ ਪਾਣੀ ਦੇ ਹੀ ਨਹੀਂ ਰਿਹਾ।
ਉਹ ਸਾਰੇ ਹੈਰਾਨ ਬਈ ਇੱਥੇ ਤੇ ਅੱਜ ਤੱਕ ਜਿਤਨੇ ਲੋਕ ਆਏ ਸਭ ਇਸੇ ਕਰਮ ਵਾਸਤੇ ਆਏ, ਬੇਟਾ ਫਿਰ ਤੂੰ ਕਿੱਥੇ ਪਾਣੀ ਦਿੰਦਾ ਹੈ? ਸਤਿਗੁਰੂ ਕਹਿੰਦੇ ਮੇਰੇ ਖੇਤ ਨੇ, ਮੈਂ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ। ਹੱਸ ਪਏ ਲੋਕ, ਕਹਿੰਦੇ ਵਿਚਾਰਾ ਦੇਖੋ ਕਿੰਨਾ ਭੋਲਾ ਹੈ, ਇੱਥੇ ਦਿੱਤਾ ਹੋਇਆ ਪਾਣੀ ਖੇਤਾਂ ਤੱਕ ਕਿਵੇਂ ਪਹੁੰਚੇਗਾ ਬੇਟਾ? ਨਹੀਂ ਪਹੁੰਚ ਸਕਦਾ। ਹੁਣ ਸਤਿਗੁਰੂ ਨੇ ਹੁਣ ਗੱਲ ਕੀਤੀ ਆਪਣੀ, ਇਹ ਤਰੀਕਾ ਜੇ ਗੁਰੂ ਨਾਨਕ ਦਾ, ਕਹਿੰਦੇ ਜੇ ਤੁਹਾਡਾ ਪਾਣੀ ਸੂਰਜ ਤੱਕ ਪਹੁੰਚ ਸਕਦਾ ਹੈ, ਪਿਤਰਾਂ ਤੱਕ, ਤੇ ਮੇਰਾ ਖੇਤ ਤੱਕ ਕਿਉਂ ਨਹੀਂ ਪਹੁੰਚ ਸਕਦਾ? ਤੇ ਜੇ ਮੇਰਾ ਖੇਤ ਤੱਕ ਨਹੀਂ ਪਹੁੰਚ ਸਕਦਾ ਫਿਰ ਤੁਹਾਡਾ ਕਿਵੇਂ ਪਹੁੰਚੇਗਾ? ਉਹ ਲੋਕਾਂ ਦੇ ਮਨ ਵਿੱਚ ਪ੍ਰਸ਼ਨ ਉਤਪੰਨ ਹੋ ਗਿਆ। ਕਿਤਨੇ ਕਮਾਲ ਦੇ ਢੰਗ ਦੇ ਨਾਲ ਉਹਨਾਂ ਨੂੰ ਦੱਸ ਦਿੱਤਾ ਬਈ ਕਿਤਨਾ ਵੱਡਾ ਭਰਮ ਤੁਹਾਡੀ ਜ਼ਿੰਦਗੀ ਵਿੱਚ ਸੀ, ਜਿਹਨੂੰ ਧਰਮ ਸਮਝ ਕੇ ਤੁਸੀਂ ਪ੍ਰੈਕਟਿਸ ਕਰ ਰਹੇ ਸੋ, ਉਹ ਅਸਲ ਵਿੱਚ ਧਰਮ ਨਹੀਂ, ਗੁਰੂ ਨਾਨਕ ਦੀ ਦ੍ਰਿਸ਼ਟੀ ਵਿੱਚ ਉਹ ਭਰਮ ਹੈ। ਤੇ ਮੈਂ ਬੇਨਤੀ ਕਰਾਂ ਜਿਹੜੇ ਕਰਦੇ ਹਨ ਚਲੋ ਠੀਕ ਹੈ, ਉਹਨਾਂ ਨੂੰ ਮੁਬਾਰਕ, ਪਰ ਐਜ਼ ਗੁਰੂ ਨਾਨਕ ਦਾ ਸਿੱਖ ਹੋਣ ਨਾਤੇ ਜੇ ਮੇਰੇ ਸਤਿਗੁਰੂ ਨੇ ਇਸ ਚੀਜ਼ ਦਾ ਖੰਡਨ ਕੀਤਾ ਹੈ, ਸਤਿਗੁਰੂ ਨੇ ਮੈਨੂੰ ਉਸ ਰਸਤੇ ਤੇ ਨਹੀਂ ਤੋਰਿਆ, ਤੇ ਸੱਚ ਇਹ ਵੇ ਕਿ ਮੈਨੂੰ ਗੁਰੂ ਨਾਨਕ ਦੀ ਹੁਣੇ ਪੰਥ ਦੀ ਜ਼ਿੰਮੇਵਾਰੀ ਸੀ ਨਾ, ਪੰਥ ਪ੍ਰਤੀ ਮੇਰਾ ਫਰਜ਼ ਇਹ ਹੈ ਕਿ ਮੈਂ ਗੁਰੂ ਨਾਨਕ ਦੇ ਉਪਦੇਸ਼ ਨੂੰ ਵੀ ਧਿਆਨ ਦੇ ਨਾਲ ਮੰਨਾਂ। ਹੁਣ ਇਹ ਤਰੀਕਾ ਸਤਿਗੁਰੂ ਨੇ ਵਰਤਿਆ ਧਰਮ ਦੀ ਗੱਲ ਕਰਨ ਵਾਸਤੇ। ਪਾਤਸ਼ਾਹ ਕਹਿੰਦੇ ਭਈ ਧਰਤੀ ਨੂੰ ਇੱਕ ਬੈਲ ਨੇ ਚੁੱਕਿਆ ਹੋਇਆ ਹੈ, ਤੇ ਮੇਰੇ ਇੱਕ ਸਵਾਲ ਦਾ ਜਵਾਬ ਦਿਓ, ਉਸ ਬੈਲ ਦੇ ਥੱਲੇ ਕੀ ਹੈ? ਲੋਕਾਂ ਦੇ ਦਿਮਾਗ 'ਚ ਕਦੀ ਇਹ ਗੱਲ ਹੀ ਨਹੀਂ ਸੀ ਆਈ, ਉਹ ਤੇ ਜੋ ਕਹਿ ਦਿੱਤਾ ਉਸੇ ਨੂੰ ਮੰਨੀ ਜਾਂਦੇ ਸਨ, ਸਿਰ ਹਿਲਾ ਹਿਲਾ ਕੇ। ਉਹ ਕਹਿੰਦੇ ਗੁਰੂ ਨਾਨਕ ਸਾਹਿਬ ਜੇ ਉਹ ਬੈਲ ਹੈ ਤੇ ਬੈਲ ਦੇ ਥੱਲੇ ਫਿਰ ਧਰਤੀ ਤੇ ਕੁਝ ਹੋਏਗੀ ਨਾ, ਕੋਈ ਸਪੋਰਟ ਹੋਏਗਾ। ਸਤਿਗੁਰੂ ਕਹਿੰਦੇ ਚਲੋ ਉਹਦੇ ਥੱਲੇ ਧਰਤੀ ਹੈ, ਫਿਰ ਉਸ ਧਰਤੀ ਨੂੰ ਕਿਹਨੇ ਚੁੱਕਿਆ ਹੋਇਆ? ਗੱਲ ਸਮਝਣਾ, ਧਰਤੀ ਹੋਰ ਪਰ ਹੈ ਹੋਰ ਹੋਰ, ਇੱਕ ਧਰਤੀ ਇੱਕ ਬੈਲ, ਇੱਕ ਧਰਤੀ ਇੱਕ ਬੈਲ, ਠੀਕ ਹੈ, ਹੋਰ ਹੋਰ ਲਈ ਜਾਓ। ਤੁਸੀਂ ਕਹਿ ਦਿਓ ਬਈ ਧਰਤੀ ਬੈਲ ਧਰਤੀ ਬੈਲ ਧਰਤੀ ਬੈਲ, ਤੇ ਅਖੀਰ ਵਿੱਚ ਜਾਂ ਇੱਕ ਧਰਤੀ ਬਚੇਗੀ ਇੱਕ ਬੈਲ ਬਚੇਗਾ। ਮੈਨੂੰ ਇਹ ਦੱਸੋ ਉਹਨੂੰ ਕਿਹਨੇ ਸਹਾਰਾ ਦਿੱਤਾ ਹੋਇਆ ਹੈ? ਇਸ ਗੱਲ ਦਾ ਉੱਤਰ ਹੀ ਕਿਸੇ ਕੋਲ ਨਹੀਂ ਸੀ। ਹੁਣ ਸਤਿਗੁਰੂ ਨੇ ਸਮਝਾਇਆ, ਕਹਿੰਦੇ ਧਰਤੀ ਨੂੰ ਨਾ ਜਿਸ ਬੈਲ ਨੇ ਚੁੱਕਿਆ ਹੋਇਆ ਹੈ, ਸਫੇਦ ਰੰਗ ਦੇ ਬੈਲ ਨੇ, ਉਸ ਬੈਲ ਦਾ ਨਾਮ ਧਰਮ ਹੈ। ਧੌਲ ਧਰਮ ਦਇਆ ਕਾ ਪੂਤ। ਧਰਮ ਉਹ ਭਾਵਨਾ ਹੈ ਜਿਹੜੀ ਦਇਆ ਦੇ ਵਿੱਚੋਂ ਜਨਮ ਲੈਂਦੀ ਹੈ। ਇਹ ਗੱਲ ਸਮਝਣਾ, ਜਿਸ ਭਾਵਨਾ ਨੂੰ ਅਸੀਂ ਦਇਆ ਵਿੱਚੋਂ ਜਨਮ ਲੈਣ ਤੋਂ ਬਾਅਦ ਧਾਰਨਾ ਕਰਦੇ ਹਾਂ, ਮੇਰੇ ਅੰਦਰ ਦਇਆ ਹੈ, ਬਗੈਰ ਦਇਆ ਦੇ ਧਰਮ ਕਦੀ ਆ ਹੀ ਨਹੀਂ ਸਕਦਾ। ਜੇ ਕੋਈ ਬੰਦਾ ਆਪਣੇ ਆਪ ਨੂੰ ਧਾਰਮਿਕ ਅਖਵਾ ਰਿਹਾ ਹੈ ਲੇਕਿਨ ਉਹਦੀ ਜ਼ਿੰਦਗੀ ਵਿੱਚ ਦਇਆ ਕੋਈ ਨਹੀਂ, ਲੋਕਾਂ ਦੇ ਪ੍ਰਤੀ ਤਰਸ ਦੀ ਭਾਵਨਾ ਕੋਈ ਨਹੀਂ ਉਹਦੇ ਜੀਵਨ ਦੇ ਵਿੱਚ, ਤੇ ਉਹਨੂੰ ਗੁਰੂ ਨਾਨਕ ਨੇ ਪਖੰਡੀ ਕਿਹਾ ਹੈ। ਮੈਨੂੰ ਬੋਲ ਵਰਤਣ ਵਿੱਚ ਕੋਈ ਗੁਰੇਜ਼ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਕੇਵਲ ਵਿਖਾਵਾ ਕਰਨ ਵਾਲਾ, ਅਡੰਬਰ ਕਰਨ ਵਾਲਾ ਕਿਹਾ ਹੈ। ਉਹ ਭਾਵੇਂ ਠੀਕ ਹੈ, ਬਾਣੀ ਆਖਦੀ ਹੈ ਬਨਾਰਸ ਚਲਾ ਜਾਵੇ, ਕਰਵਤ ਦੇ ਥੱਲੇ ਜਾ ਕੇ ਆਪਣਾ ਸਰੀਰ ਚਰਾ ਕੇ ਮਰ ਜਾਵੇ, ਇੱਥੇ ਹੀ ਬਸ ਨਹੀਂ, ਭਾਵੇਂ ਸਾਰੀ ਜ਼ਿੰਦਗੀ ਬਾਣੀ ਪੜ੍ਹਦਾ ਰਵੇ। ਕਹਿੰਦੇ ਨਾ ਸਿਆਣੇ ਬਈ ਜੇ ਤੁਹਾਡੇ ਮਨ ਵਿੱਚ ਕਿਸੇ ਲਈ ਵੈਰ ਹੈ ਤੇ ਮੰਦਰ ਗੁਰਦੁਆਰੇ ਜਾਣਾ ਤੁਹਾਡੇ ਲਈ ਸਿਰਫ ਇੱਕ ਸੈਰ ਹੈ। ਅਗਰ ਗੁਰਦੁਆਰੇ ਜਾ ਕੇ ਵੀ, ਮਸਜਿਦ ਜਾ ਕੇ, ਮੰਦਰ ਜਾ ਕੇ ਵੀ, ਉੱਥੋਂ ਉਪਦੇਸ਼ ਲੈ ਕੇ ਵੀ ਜੇ ਅੰਦਰ ਬੈਰ ਖਤਮ ਨਹੀਂ ਹੋਇਆ, ਤੇ ਮੈਂ ਫਿਰ ਆਖੀ ਜਾਵਾਂ ਮੈਂ ਤੇ ਜੀ ਧਾਰਮਿਕ ਹਾਂ ਬਹੁਤ ਵੱਡਾ, ਮੇਰੇ ਤੋਂ ਵਧੀਆ ਧਾਰਮਿਕ ਕੋਈ ਨਹੀਂ। ਧਰਮ ਨੂੰ ਕੇਵਲ ਮੈਂ ਲਿਬਾਸ ਨਾਲ, ਕੇਵਲ ਬਾਣੇ ਨਾਲ, ਕੱਪੜਿਆਂ ਨਾਲ ਜੋੜ ਕੇ ਵੇਖ ਲਿਆ, ਤੇ ਇਹ ਧਰਮ ਨਹੀਂ। ਧਰਮ ਇੱਕ ਜਜ਼ਬਾ ਹੈ, ਇੱਕ ਭਾਵਨਾ ਹੈ ਜਿਹਨੂੰ ਅਸੀਂ ਧਾਰਨ ਕਰਨਾ ਹੈ ਗੁਰੂ ਦੇ ਆਸ਼ੇ ਅਨੁਸਾਰ। ਹੁਣ ਸਿੱਖ ਦਾ ਧਰਮ ਕੀ ਹੈ? ਇਹਦਾ ਉੱਤਰ ਗੁਰੂ ਗ੍ਰੰਥ ਸਾਹਿਬ ਚੋਂ ਮੈਂ ਸਰਲ, ਕਿਉਂਕਿ ਸਮਾਂ ਵੀ ਬਹੁਤ ਹੋ ਗਿਆ ਹੈ, ਮੈਂ ਬੜਾ ਸਰਲ ਜਿਹਾ ਉਦਾਹਰਣ ਤੁਹਾਡੇ ਨਾਲ ਸਾਂਝਾ ਕਰਾਂ। ਸੁਖਮਨੀ ਸਾਹਿਬ ਦੀ ਬਾਣੀ, ਕਿਉਂਕਿ ਯਤਨ ਨਹੀਂ ਹੁੰਦਾ ਹੈ ਜਿਹੜੀਆਂ ਬਾਣੀਆਂ ਅਸੀਂ ਰੋਜ਼ ਪੜ੍ਹਦੇ ਹਾਂ ਉਹਨਾਂ ਚੋਂ ਗੱਲ ਸਮਝ ਆ ਜਾਵੇ, ਯਾਦ ਵੀ ਰਵੇਗੀ। ਗੁਰੂ ਅਰਜਨ ਦੇਵ ਜੀ ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਸਾਰੇ ਧਰਮਾਂ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਧਰਮ ਕੀ ਹੈ? ਪਰਮਾਤਮਾ ਦਾ ਨਾਮ ਜਪ। ਜਿਵੇਂ ਆਪਨੇ ਨਾਮ ਦੀ ਗੱਲ ਹੀ ਅੱਜ ਸ਼ੁਰੂ ਕੀਤੀ ਸੀ, ਤੇ ਨਾਮ ਜਪਣਾ ਹੀ ਸਾਰੇ ਧਰਮਾਂ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਧਰਮ ਹੈ। ਭਾਵ ਰੱਬ ਦੇ ਗੁਣ ਗਾਣੇ, ਰੱਬ ਦੀ ਸਿਫਤ ਸਲਾਹ ਕਰਨੀ, ਔਰ ਇਹ ਗੁਣ ਕੇਵਲ ਜ਼ੁਬਾਨ ਦੇ ਤਲ ਤੱਕ ਨਹੀਂ ਗਾਣੇ ਬਈ ਅਸੀਂ ਘਰ ਵਿੱਚ ਗੁਣ ਗਾ ਰਹੇ ਹਾਂ ਰੱਬ ਦੇ, ਉਹਦੀ ਵਰਤੋਂ ਨਾ ਕਰੀਏ, ਰੱਬ ਨੂੰ ਦਿਆਲੂ ਕਹੀਏ ਪਰ ਮੇਰੇ ਅੰਦਰ ਦਇਆ ਕੋਈ ਨਹੀਂ। ਜੇ ਮੈਂ ਰੱਬ ਨੂੰ ਦਿਆਲੂ ਕਹਿ ਰਿਹਾ ਹਾਂ ਤਾਂ ਮੇਰੇ ਅੰਦਰ ਦਇਆ ਹੋਣੀ ਬੜੀ ਜ਼ਰੂਰੀ ਹੈ। ਜਿਵੇਂ ਰੱਬ ਸਾਰਿਆਂ ਦੀ ਸਾਰ ਲੈਂਦਾ ਹੈ, ਉਹ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੰਦਾ, ਇਹ ਅਸੀਂ ਆਖਦੇ ਹਾਂ ਨਾ ਵੀ ਰੱਬ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੰਦਾ। ਇਸੇ ਤਰ੍ਹਾਂ ਜਿੱਥੋਂ ਤੱਕ ਮੇਰਾ ਵਸ ਹੈ, ਮੇਰੇ ਦਾਇਰੇ ਦੇ ਵਿੱਚ ਜਿਤਨੇ ਲੋਕ ਹਨ, ਮੇਰਾ ਫਰਜ਼ ਹੈ ਕਿ ਮੈਂ ਉਹਨਾਂ ਦੀ ਸਾਰ ਲਵਾਂ। ਸੱਚ ਇਹ ਜੇ ਜਦੋਂ ਮੈਂ ਲੋਕਾਂ ਦੀ, ਉਹਦੀ ਖਲਕਤ ਦੀ ਸਾਰ ਲਵਾਂਗਾ ਨਾ, ਤੇ ਖਾਲਕ ਮੇਰੀ ਸਾਰ ਆਪਣੇ ਆਪ ਲਵੇਗਾ।
ਜੇ ਮੇਰੇ ਭੰਡਾਰੇ ਚੋਂ, ਵੈਸੇ ਮੇਰਾ ਭੰਡਾਰਾ ਹੈ ਨਹੀਂ ਲੇਕਿਨ ਸਮਝਾਉਣ ਲਈ ਮੈਂ ਬੇਨਤੀ ਕਰ ਰਿਹਾ ਹਾਂ, ਜੇ ਮੇਰੇ ਖਜ਼ਾਨੇ ਚੋਂ, ਮੇਰੇ ਭੰਡਾਰੇ ਚੋਂ ਕਿਸੇ ਲੋੜਵੰਦ ਦੇ ਵਾਸਤੇ ਕੁਝ ਨਿਕਲੇਗਾ ਤੇ ਯਕੀਨ ਜਾਣਨਾ ਰੱਬ ਉਸ ਭੰਡਾਰੇ ਨੂੰ ਕਦੀ ਮੁੱਕਣ ਨਹੀਂ ਦੇਵੇਗਾ, ਕਦੀ ਖਾਲੀ ਨਹੀਂ ਹੋਣ ਦੇਵੇਗਾ। ਇਹ ਰੱਬ ਦੀ ਬਖਸ਼ਿਸ਼ ਹੈ। ਉਹ ਜ਼ਰੀਏ ਬਣਾ ਦਿੰਦਾ ਹੈ ਲੋਕਾਂ ਦੀ ਮਦਦ ਕਰਨ ਦੇ, ਤੇ ਜਿਹੜੇ ਜ਼ਰੀਏ ਹਨ ਉਹਨਾਂ ਨੂੰ ਫਿਰ ਕਦੀ ਰੱਬ ਖਾਲੀ ਨਹੀਂ ਹੋਣ ਦਿੰਦਾ, ਉਹ ਸਦਾ ਭਰੇ ਰਹਿੰਦੇ ਹਨ। ਬਲਕਿ ਮੈਂ ਸੋਚਦਾ ਹਾਂ ਕਿਸੇ ਦੀ ਸੇਵਾ ਜੇ ਰੱਬ ਲੈ ਰਿਹਾ ਹੈ ਨਾ, ਤੇ ਜੇ ਉਹਦੀ ਮੈਂ 100 ਰੁਪਏ ਦੀ ਸੇਵਾ ਕੀਤੀ ਤੇ ਉਹਦੇ 100 ਦੇਣੇ ਸਨ, ਤਾਂ ਮੈਨੂੰ ਰੱਬ ਨੇ 1000 ਦਿੱਤੇ, ਜਿਨ੍ਹਾਂ ਚੋਂ ਮੈਂ 100 ਦੇਣ ਜੋਗਾ ਬਣਿਆ। ਉਹਨੂੰ 100 ਦੇਣ ਪਿੱਛੇ 900 ਤੇ ਮੈਨੂੰ ਵੱਧ ਮਿਲ ਗਏ। ਇਸ ਦ੍ਰਿਸ਼ਟੀ ਨਾਲ ਅਸੀਂ ਵੇਖੀਏ, ਰੱਬ ਦੇ ਗੁਣ ਗਾਈਏ। ਗੁਣਾਂ ਨੂੰ ਗਾਣਾ ਹੀ ਸਭ ਤੋਂ ਸ੍ਰੇਸ਼ਟ ਧਰਮ ਹੈ। ਇੱਕ ਜਗ੍ਹਾ ਆਸਾ ਰਾਗ ਵਿੱਚ ਨਹੀਂ ਸੌਰੀ ਗੌੜੀ ਰਾਗ ਵਿੱਚ ਗੁਰੂ ਅਰਜੁਨ ਦੇਵ ਜੀ ਇਹ ਬਚਨ ਆਖਦੇ ਹਨ, ਤਜ ਸਭ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹ ਧਰਮ। ਕਿ ਜਦੋਂ ਸਭ ਕੁਝ ਭਰਮ ਛੱਡ ਕੇ, ਭਟਕਣਾ ਛੱਡ ਕੇ, ਇਧਰ ਉਧਰ ਦੀਆਂ ਗੱਲਾਂ ਛੱਡ ਕੇ, ਲੋਕਾਂ ਦੀ ਨਿੰਦਿਆ ਚੁਗਲੀ ਛੱਡ ਕੇ, ਆਪਣੀ ਉਸਤਤ ਸੁਣਨੀ ਛੱਡ ਕੇ, ਸਾਰੇ ਕੰਮ ਛੱਡ ਕੇ ਜਦੋਂ ਮੈਂ ਰੱਬ ਦਾ ਭਜਨ ਕੀਤਾ, ਤਜ ਸਭ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹ ਧਰਮ। ਤੇ ਉਸ ਦਿਨ ਮੈਂ ਸਮਝ ਲਵੋ ਸਹੀ ਧਰਮ ਦੇ ਮਾਰਗ ਉੱਤੇ ਤੁਰਨ ਲੱਗ ਪਿਆ ਹਾਂ। ਧਰਮ ਦੇ ਮੈਂ ਬੜੀ ਸ਼ਾਰਟ ਜੀ ਵਿਆਖਿਆ ਕੀਤੀ ਹੈ। ਉਸ ਵਿਚਾਰ ਨੂੰ ਧਾਰਨਾ, ਜਿਹੜੀ ਵਿਚਾਰ ਸਾਨੂੰ ਗੁਰੂ ਨਾਨਕ ਨੇ ਦਿੱਤੀ ਹੈ, ਉਹ ਵਿਚਾਰ ਫਿਰ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਲੀ ਹੋਵੇਗੀ। ਗੁਰੂ ਨਾਨਕ ਸਾਹਿਬ ਜੀ ਨੇ ਜੋ ਸਾਨੂੰ ਉਪਦੇਸ਼ ਦਿੱਤੇ ਹਨ, ਉਹਨਾਂ ਨੂੰ ਜੀਵਨ ਵਿੱਚ ਧਾਰਨਾ ਹੀ, ਔਰ ਧਾਰਨ ਤੋਂ ਬਾਅਦ ਉਹਨਾਂ ਦੇ ਹਿਸਾਬ ਨਾਲ ਚੱਲਣਾ ਹੀ ਸਿੱਖ ਦਾ ਸਭ ਤੋਂ ਵੱਡਾ ਧਰਮ ਹੋਵੇਗਾ ਜੀ। ਬਹੁਤ ਸ਼ੁਕਰਾਨੇ ਵੀਰ ਜੀ। ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ, ਇਸ ਪੇਜ ਤੇ ਗੁਰਬਾਣੀ ਕਹਿੰਦੀ ਹੈ, ਆਵੋ ਸੰਤ ਮੈਂ ਗੱਲ ਮਿਲਾਈ ਹੈ, ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈ ਹੈ, ਹਰ ਕੇ ਸੰਤ ਮਿਲੋ ਮਨ ਦੇਵਾ, ਜੋ ਗੁਰਬਾਣੀ ਮੁਖ ਚਾਹੁੰਦਾ ਜੀਓ। ਮਹਾਰਾਜ ਦਇਆ ਕਰੇ ਆਪ ਜੀ ਵਰਗੇ ਗੁਰਸਿੱਖ ਵੀਰ ਜੋ ਸਾਨੂੰ ਕਥਾ ਨਾਲ, ਗੁਰੂ ਨਾਲ ਜੋੜਦੇ ਨੇ। ਗੁਰਬਾਣੀ ਕਹਿੰਦੀ ਹੈ, ਐਸੇ ਸੰਤਾਂ ਨੂੰ, ਐਸੇ ਪੁਰਸ਼ਾਂ ਨੂੰ ਮੈਂ ਆਪਣਾ ਮਨ ਵੇਚ ਦੇਵਾਂ, ਜਿਹੜੇ ਗੁਰੂ ਦੇ ਸ਼ਬਦ ਨਾਲ ਸਾਨੂੰ ਜੋੜਦੇ ਨੇ। ਮਹਾਰਾਜ ਦਇਆ ਕਰੇ ਸਾਨੂੰ ਇਹ ਬਖਸ਼ਿਸ਼ਾਂ ਮਿਲਦੀਆਂ ਰਹਿਣ। ਆਪ ਜੀ ਵਰਗੇ ਗੁਰਸਿੱਖ ਵੀਰ ਸਾਨੂੰ ਦਇਆ ਕਰਨ, ਗੁਰਬਾਣੀ ਨਾਲ ਜੋੜਨ ਦਾ ਇਹ ਜਿਹੜਾ ਮਕਸਦ, ਮਤਲਬ ਹੈ, ਇਹ ਸਾਡਾ ਪੂਰਾ ਹੋਏ। ਮਹਾਰਾਜ ਦੀ ਸੇਵਾ ਲੈਣ ਸਾਡੇ ਕੋਲੋਂ। ਵੀਰ ਜੀਓ, ਅੱਖਰ ਨਹੀਂ ਤੁਹਾਡਾ ਧੰਨਵਾਦ ਕਰਨ ਦਾ, ਤੁਸੀਂ ਇਤਨਾ ਸਮਾਂ ਔਰ ਇਤਨੀ ਪੇਸ਼ੈਂਸ ਦੇ ਨਾਲ ਕਥਾ ਕਰਦੇ ਹੋ, ਸਵਾਲ ਲੈਂਦੇ ਹੋ। ਆਪ ਜੀ ਦੇ ਸਮੇਂ ਦੇ ਲਈ ਬੜਾ ਧੰਨਵਾਦ। ਕਿਰਪਾ ਕਰਨਾ, ਇਸ ਤਰ੍ਹਾਂ ਹੀ ਸਾਨੂੰ ਸਮਾਂ ਦਿੰਦੇ ਰਹਿਣਾ। ਇੰਨੀ ਕੁ ਬੇਨਤੀਆਂ ਸਾਡੀਆਂ। ਗੁਰੂ ਕਿਰਪਾ ਕਰੇ। ਸੰਗਤ ਜੀਓ, ਕਹਿੰਦੇ ਆ ਸੁਣਦੇ ਆ ਕੋਈ ਬਾਤ ਘਾਟ ਹੋ ਗਈ ਹੋਵੇ, क्षमा ਦਾ ਜਾਚਕ ਹਾਂ ਜੀ। ਕਿਰਪਾ ਕਰਨੀ, ਅਸੀਸਾਂ ਬਖਸ਼ਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।